सियासत जिहड़ी है माਝੇ ਦੇ ਵਿੱਚ ਕਾਫੀ ਗਰਮਾਈ ਹੋਈ ਹੈ। ਮਾਝੇ ਦੇ ਵਿੱਚ ਵਿਰਸਾ ਸਿੰਘ ਵਲਟੋਹਾ ਤੇ ਇਸ ਤੋਂ ਇਲਾਵਾ ਆਦੇਸ਼ ਪ੍ਰਤਾਪ ਕੈਰੋ ਸਾਰੇ ਜਾਣਦੇ ਆ ਅਕਾਲੀ ਲੀਡਰ ਨੇ ਤੇ ਦੋਹਾਂ ਦੇ ਵਿੱਚ ਕਾਫੀ ਗਹਿਮਾ ਗਹਿਮੀ ਵਾਲਾ ਮਾਹੌਲ ਬਣਿਆ ਹੋਇਆ ਹੈ। ਕਿਸਾਨਾਂ ਵੱਲੋਂ ਉਸ ਦੌਰਾਨ ਲਗਾਤਾਰ ਜਿਹੜੇ ਆਪਣੇ ਪ੍ਰੋਗਰਾਮ ਦਿੱਤੇ ਜਾ ਰਹੇ ਨੇ ਔਰ ਦੂਜੇ ਪਾਸੇ ਸਰਕਾਰ ਵੱਲੋਂ ਜਿਹੜਾ ਆਪਣਾ ਜਿਹੜੀ ਕਾਰਗੁਜ਼ਾਰੀ ਉਹ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਕਾਰਵਾਈ ਅੰਜਾਮ ਦਿੱਤੀ ਜਾ ਰਹੀ ਉਹ ਇਹ ਹੈ ਕਿ ਲੋਕਾਂ ਅੱਗੇ ਇੱਕ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਦੀ ਗਿਣਤੀ ਲਗਾਤਾਰ ਤੋਂ ਘਟ ਰਹੀ ਹੈ। ਬਹੁਤ ਵੱਡੀਆਂ ਮਹਾਪੰਚਾਇਤਾਂ ਹੋਈਆਂ ਔਰ ਇੱਥੋਂ ਤੱਕ ਖੇਤੀਬਾੜੀ ਮੰਤਰੀ ਨੂੰ ਬਿਆਨ ਦੇਣਾ ਪਿਆ ਉਸ ਬਾਰੇ ਕਿ ਇਹਨਾਂ ਮਹਾਪੰਚਾਇਤਾਂ ਤੋਂ ਆਪਾਂ ਘਬਰਾਉਣ ਵਾਲੇ ਨਹੀਂ। ਇਹਦਾ ਮਤਲਬ ਸਾਫ਼ ਹੈ ਕਿ ਉਹ ਵਾਕਈ ਘਬਰਾਏ ਹੋਏ ਸੀ। ਸੰਯੁਕਤ ਕਿਸਾਨ ਮੋਰਚੇ ਨੇ ਬੜੇ ਵਧੀਆ ਢੰਗ ਦੇ ਨਾਲ ਲੱਖ ਗਰੁੱਪ ਬਣਾ ਕੇ ਉਹਨਾਂ ਦੀ ਇੱਕ ਰੋਟੇਸ਼ਨ ਬਣਾਈ ਹੈ ਤਾਂ ਕਿ ਨਾ ਤੇ ਕੋਈ ਸੂਬਾ ਜਿਹੜਾ ਇਲੈਕਸ਼ਨ ਵਾਲਾ ਖਾਲੀ ਰਹੇ ਤੇ ਨਾ ਹੀ ਕੋਈ ਲੀਡਰ ਕਾਰਕੁਨ ਜਿਹੜਾ ਇਸ ਮਹਾਯੁੱਧ ਦੇ ਵਿੱਚ ਇੱਕ ਮਹਾਯੁੱਧ ਤੇ ਇੱਕ ਨਵੇਂ ਯੁੱਗ ਦੀ ਜਿਹੜੀ ਸ਼ੁਰੂਆਤ ਹੋਈ ਆ ਉਹਦੇ ਵਿੱਚ ਜੋ ਵੀ ਆਪਣਾ ਦਿਲਕੁਲ ਪਾ ਸਕਦਾ ਉਹ ਕਿਤੇ ਬਾਹਰ ਨਾ ਰਹਿ ਜਾਏ। ਜਿਹੜੀ ਇੱਕ ਲਾਮਬੰਦੀ ਹੈ ਉਹ ਤੇ ਸਰਕਾਰ ਦੇਖ ਚੁੱਕੀ ਹੈ। ਸਰਕਾਰ ਨੂੰ ਪਤਾ ਲੱਗ ਚੁੱਕਾ ਹੈ ਕਿ ਕਿਸਾਨ ਕਿੱਥੋਂ ਤੱਕ ਜਾ ਸਕਦੇ ਨੇ, ਕਿੰਨੇ ਸਿਰੜੀ ਨੇ ਔਰ ਕਿੰਨੀ ਵਿਉਂਤਬੰਦੀ ਨਾਲ ਇਹ ਅੱਗੇ ਵਧ ਸਕਦੇ ਨੇ। ਸਰਕਾਰ ਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਮਿਲ ਚੁੱਕੀ ਹੈ। ਲੋਕਾਂ ਨੂੰ ਹੁਣ ਮੈਸੇਜ ਤਾਂ ਮਿਲ ਹੀ ਚੁੱਕਾ ਹੈ ਕਿ ਤੁਸੀਂ ਜਿੱਥੇ ਇਲੈਕਸ਼ਨਸ ਹੈ ਉੱਥੇ ਜਾ ਰਹੇ ਹੋ। ਤੁਹਾਨੂੰ ਲੱਗਦਾ ਵੀ ਹੁਣ ਇਸ ਦਾ ਕੋਈ ਚੰਗਾ ਨਤੀਜਾ ਨਿਕਲ ਕੇ ਸਾਹਮਣੇ ਆਏਗਾ? ਇਹ ਪੱਛਮੀ ਬੰਗਾਲ ਬਹੁਤ ਹੀ ਕ੍ਰੂਸ਼ੀਅਲ ਸਟੇਟ ਹੈਗੀ ਹੈ ਸ਼ਹਿਰੀ ਕਿ ਇੱਥੇ ਜਿਹੜੀਆਂ ਮੋਦੀ ਦੀ ਸੋਚ ਦੀਆਂ ਉਹਨਾਂ ਦੇ ਵਰਗੇ ਜਿਹੜਾ ਫਾਸਿਸਟ ਸੋਚ ਦੀਆਂ ਲਵਾ ਸਕਦੇ ਹਾਂ। ਜੇ ਇੱਥੇ ਆਪਾਂ ਜਿੱਤਦੇ ਹਾਂ ਤੇ ਸਮਝ ਲਓ ਅਸੀਂ ਸਾਰੇ ਦੇਸ਼ ਦੀ ਰਾਜਨੀਤੀ ਨੂੰ ਇੱਕ ਨਵੀਂ ਦਿੱਖ ਤੇ ਨਵਾਂ ਮੋੜਾ ਪਾਉਣ ਚ ਕਾਮਯਾਬ ਹੋ ਜਾਵਾਂਗੇ। ਜਦੋਂ ਪੰਜਾਬ ਦੇ ਵਿੱਚ ਕੁਝ ਵੀ ਹੋ ਰਿਹਾ ਤਾਂ ਨੋ ਡਾਊਟ ਕਿ ਅਸੀਂ ਦੋਨੋਂ ਹੀ ਐਂਗਲ ਲੈ ਕੇ ਚੱਲ ਰਹੇ ਹਾਂ। ਕੁਝ ਲੋਕ ਵਿਰੋਧ ਕਰਦੇ ਵੀ ਨਜ਼ਰ ਆ ਰਹੇ ਨੇ, ਪਰ ਪ੍ਰੋਫੈਸਰ ਸਾਹਿਬ ਨੇ ਜਿਸ ਤਰੀਕੇ ਨਾਲ ਦੱਸਿਆ ਵੀ ਜਦੋਂ ਅਸੀਂ ਪਹੁੰਚੇ ਹਾਂ ਉੱਥੇ ਤਾਂ ਸਾਨੂੰ ਵਿਰੋਧ ਵਾਲਾ ਕੋਈ ਦਿਖਿਆ ਨਹੀਂ ਹੈ। ਮਤਲਬ ਇਹ ਵੱਡੀ ਚੀਜ਼ ਹੈ ਕਿ ਮੈਸੇਜ ਸਭ ਤੱਕ ਪਹੁੰਚ ਚੁੱਕਿਆ ਸੀ। ਹਾਲਾਂਕਿ ਕਈ ਥਾਵਾਂ ਦੇ ਉੱਤੇ ਕਿਸਾਨ ਅੰਦੋਲਨ ਨੂੰ ਲੈ ਕੇ ਕਿਸਾਨ ਆਗੂ ਜਿੱਥੇ ਪਹੁੰਚ ਰਹੇ ਨੇ ਜਾਂ ਕਿਸਾਨਾਂ ਦੀ ਆਵਾਜ਼ ਜਿੱਥੇ ਚੁੱਕੀ ਜਾ ਰਹੀ ਹੈ ਉੱਥੇ ਦੂਜੇ ਪੱਖ ਵਾਲੇ ਵਿਰੋਧ ਵੀ ਕਰਦੇ ਨਜ਼ਰ ਆ ਰਹੇ ਨੇ। ਜੇ ਬੀਜੇਪੀ ਦਾ ਹਰ ਥਾਂ ਤੇ ਵਿਰੋਧ ਹੋ ਰਿਹਾ ਹੈ, ਜਿੱਥੇ ਬੀਜੇਪੀ ਦੇ ਲੀਡਰ ਜਾਂਦੇ ਨੇ ਉੱਥੇ ਕਿਸਾਨਾਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਔਰ ਹਰਿਆਣਾ 'ਚ ਤੇ ਹੋਰ ਵੀ ਬੁਰਾ ਹਾਲ ਹੈ। ਪੰਜਾਬ ਦੇ ਵਿੱਚ ਵੀ ਬੁਰੇ ਹਾਲਾਤ ਬਣੇ ਹੋਏ ਨੇ ਬੀਜੇਪੀ ਵਾਸਤੇ। ਜਿੱਥੇ ਵੀ ਉਹਨਾਂ ਦੇ ਪ੍ਰੋਗਰਾਮ ਹੁੰਦੇ ਨੇ ਕਿਸਾਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਹੈ। ਤਾਂ ਜ਼ਾਹਿਰ ਤੌਰ ਤੇ ਇੱਥੇ ਵੀ ਉਮੀਦ ਕੀਤੀ ਜਾ ਰਹੀ ਸੀ ਕਿ ਜੇ ਕਿਸਾਨ ਨਿਕਲਦੇ ਨੇ ਜਾਂਦੇ ਨੇ ਤਾਂ ਉੱਥੇ ਕਿਤੇ ਨਾ ਕਿਤੇ ਅਜਿਹੀ ਤਸਵੀਰ ਸਾਹਮਣੇ ਆ ਸਕਦੀ ਹੈ। ਜੋ ਕੁਝ ਹੋ ਰਿਹਾ ਹੈ ਉਹ ਖਾਸ ਤੌਰ ਤੇ ਪੰਜਾਬ ਦਾ ਹਰਿਆਣਾ ਦਾ ਮੀਡੀਆ ਦੱਸ ਰਿਹਾ ਹੈ। ਉਹਨੂੰ ਗੱਲਾਂ ਜਿਹੜੀਆਂ ਨੈਸ਼ਨਲ ਮੀਡੀਆ ਰਾਹੀਂ ਸਾਰੇ ਦੇਸ਼ ਦੇ ਵਿੱਚ ਪਹੁੰਚਦੀਆਂ ਨੇ ਉਹ ਗੱਲਾਂ ਨਹੀਂ ਪਹੁੰਚ ਰਹੀਆਂ। ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਜੀ ਸਾਰੇ ਦਰਸ਼ਕਾਂ ਦਾ? ਜਿਹੜੇ ਲੋਕ ਹੈ ਜਿਨ੍ਹਾਂ ਦੀ ਮਾਰਨਿੰਗ ਇਸ ਵੇਲੇ ਨਹੀਂ ਹੈ ਉਹਨਾਂ ਨੂੰ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੇ ਜਿਨ੍ਹਾਂ ਦੀ ਸਵੇਰ ਸਾਡੇ ਨਾਲ ਚੜੀ ਹੈ ਉਹਨਾਂ ਨੂੰ ਗੁੱਡ ਮਾਰਨਿੰਗ। ਹੁਣ ਚਾਹ ਦੇ ਕੱਪ ਹੱਥ ਦੇ ਵਿੱਚ ਫੜ ਲਓ, ਆਪਾਂ ਗੱਲਾਂ ਕਰਨੀਆਂ ਨੇ ਬਹੁਤ ਸਾਰੀਆਂ ਤੇ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਜਿਹੜਾ ਅਪਡੇਟਸ ਅਸੀਂ ਲੈਣੇ ਨੇ। ਤੇ ਜ਼ਾਹਿਰ ਜੀ ਗੱਲ ਹੈ ਤੁਸੀਂ ਵੀ ਮੇਰੇ ਨਾਲ ਜੁੜੋਗੇ ਤੇ ਤੁਸੀਂ ਵੀ ਬਹੁਤ ਸਾਰੀਆਂ ਗੱਲਾਂ ਕਰੋਗੇ। ਫੋਨ ਲਾਈਨ ਮੇਰੀ ਖੁੱਲੀ ਹੋਈ ਹੈ ਤੇ ਮੈਂ ਆਪਣੇ ਕਾਲਰਸ ਦਾ ਇੰਤਜ਼ਾਰ ਕਰਾਂਗੀ ਕਿ ਉਹ ਮੇਰੇ ਨਾਲ ਜੁੜਨ ਤੇ ਜਿਹੜੇ ਵੀ ਟੌਪਿਕ ਦੇ ਉੱਤੇ ਆਪਾਂ ਗੱਲ ਕਰ ਰਹੇ ਹਾਂ, ਜਿਹੜੀਆਂ ਵੀ ਖਬਰਾਂ ਦੇ ਉੱਤੇ ਗੱਲ ਕਰਨੀ ਹੈ ਉਸ ਦੇ ਉੱਤੇ ਤੁਸੀਂ ਵੀ ਆਪਣੀ ਰਾਏ ਜ਼ਰੂਰ ਰੱਖਣਾ, ਕਿਉਂਕਿ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਤੁਹਾਡੇ ਸਾਰਿਆਂ ਦੀ ਜਿਹੜੀ ਰਾਏ ਹੈ ਉਹ ਬਹੁਤ ਹੀ ਸਾਡੇ ਲਈ ਕੀਮਤੀ ਹੈ, ਬਹੁਤ ਹੀ ਸਾਡੇ ਲਈ ਜ਼ਰੂਰੀ ਹੁੰਦੀ ਹੈ। ਸੋ ਆਪਣਾ ਪੱਖ ਵੀ ਰੱਖਿਆ ਕਰੋ, ਕਿਉਂਕਿ ਆਪਾਂ ਜਦੋਂ ਇਸ ਦੁਨੀਆ ਦੇ ਵਿੱਚ ਸੰਸਾਰ ਦੇ ਵਿੱਚ ਵਿਚਰ ਰਹੇ ਹਾਂ ਰਹਿ ਰਹੇ ਹਾਂ ਤਾਂ ਨੋ ਡਾਊਟ ਕਿ ਹਰ ਚੀਜ਼ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ। ਤੇ ਦੇਸ਼ ਦੁਨੀਆ ਦੇ ਵਿੱਚ ਆਲੇ ਦੁਆਲੇ ਕੀ ਕੁਝ ਚੱਲ ਰਿਹਾ ਹੈ ਇਹਨਾਂ ਖਬਰਾਂ ਦੀ ਵੀ ਜਿਹੜੀ ਹੈ ਉਹ ਨੌਲੇਜ ਅਸੀਂ ਜ਼ਰੂਰ ਰੱਖਦੇ ਹਾਂ। ਸੋ ਉਸ ਸੰਬੰਧੀ ਗੱਲਬਾਤ ਜ਼ਰੂਰ ਕਰਿਆ ਕਰੋ। ਜਿਹੜੇ ਪਲੇਟਫਾਰਮ ਤੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਚਾਹੇ ਫੇਸਬੁੱਕ ਤੇ ਜੁੜ ਸਕਦੇ ਹੋ, ਫੇਸਬੁੱਕ ਤੇ ਆਪਣੇ ਕਮੈਂਟਸ ਲਿਖੋ, ਤੇ ਜੇ ਟੀਵੀ ਤੇ ਦੇਖ ਰਹੇ ਹੋ ਤਾਂ ਟੀਵੀ ਤੇ ਨੰਬਰ ਫਲੈਸ਼ ਹੋ ਰਿਹਾ ਹੈ ਉਸ ਤੇ ਜੁੜ ਕੇ ਸਾਡੇ ਨਾਲ ਗੱਲ ਜ਼ਰੂਰ ਕਰਿਆ ਕਰੋ ਤੇ ਆਪਣੀ ਗੱਲ ਸਾਡੇ ਨਾਲ ਸਾਂਝੀ ਕਰਿਆ ਕਰੋ। ਔਰ ਇਸ ਤੋਂ ਇਲਾਵਾ ਇਹ ਦੱਸਦੀ ਕਿ ਆਲੇ ਦੁਆਲੇ ਬਹੁਤ ਕੁਝ ਚੱਲ ਰਿਹਾ, ਪਰ ਜਿਵੇਂ ਕਿ ਅਸੀਂ ਜਦੋਂ ਆਪਣਾ ਪਹਿਲਾ ਸੈਗਮੈਂਟ ਸ਼ੁਰੂ ਕਰਦੇ ਹਾਂ ਤਾਂ ਇਸ ਸੈਗਮੈਂਟ ਦੇ ਵਿੱਚ ਅਸੀਂ ਭਾਰਤ ਦੇ ਵਿੱਚ ਕੀ ਅਪਡੇਟ ਖਬਰਾਂ ਨੇ ਉਸ ਦੇ ਉੱਤੇ ਗੱਲਬਾਤ ਕਰਦੇ ਹਾਂ, ਉਸ ਦਾ ਜ਼ਿਕਰ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਕਿਸਾਨ ਅੰਦੋਲਨ ਦੇ ਵਿੱਚ ਜਿਹੜੀ ਰਣਨੀਤੀ ਹੈ ਅੱਗੇ ਦੀ ਉਲੀਕੀ ਜਾ ਰਹੀ ਹੈ। ਉਸ ਰਣਨੀਤੀ ਦੇ ਅਕੋਰਡਿੰਗਲੀ ਜਿਹੜੀ ਹੈ ਜਿਹੜੇ ਦੂਜੇ ਸੂਬਿਆਂ ਦੇ ਵਿੱਚ ਇਲੈਕਸ਼ਨਸ ਹੋਣ ਜਾ ਰਹੀਆਂ ਨੇ, ਚੋਣਾਂ ਹੋਣ ਜਾ ਰਹੀਆਂ ਨੇ, ਉਹਨਾਂ ਸੂਬਿਆਂ ਦੇ ਵਿੱਚ ਹੁਣ ਜਿਹੜੇ ਕਿਸਾਨ ਸੰਯੁਕਤ ਮੋਰਚਾ ਜਿਹੜੇ ਨੇ ਆਗੂ ਨੇ ਉਹ ਵੱਖ-ਵੱਖ ਸੂਬਿਆਂ ਦੇ ਵਿੱਚ ਜਾਣਗੇ, ਆਪਣਾ ਮੈਸੇਜ ਜਿਹੜਾ ਉਹ ਸਪਰੈਡ ਕਰਨਗੇ। ਔਰ ਉਹਨਾਂ ਦਾ ਕਹਿਣਾ ਹੈ ਕਿ ਮੈਸੇਜ ਸਿਰਫ ਸਾਡਾ ਇਹ ਨਹੀਂ ਹੈ ਵੀ ਹੁਣ ਜਿਹੜੇ ਕਾਲੇ ਕਾਨੂੰਨ ਨੇ, ਜਿਹੜੇ ਬਿੱਲ ਨੇ ਉਹ ਰੱਦ ਕਰੋ। ਹੁਣ ਸਾਡਾ ਇਹ ਵੀ ਮੁੱਦਾ ਹੈ ਕਿ ਜਿਹੜੀ ਮੋਦੀ ਸਰਕਾਰ ਹੈ ਉਹਨੂੰ
ਡੇਗ ਦਿਓ, ਮੋਦੀ ਸਰਕਾਰ ਜਿਹੜੀ ਹੈ ਉਹ ਖਤਮ ਕਰ ਦਿਓ। ਹੁਣ ਉਹ ਕਹਿੰਦੇ ਅਸੀਂ ਇਸ ਮੈਸੇਜ ਨਾਲ ਜਾ ਰਹੇ ਹਾਂ ਕਿਉਂਕਿ ਬਹੁਤ ਸਾਰੇ ਜਿਹੜੇ ਕਾਨੂੰਨ ਬਣਾਏ ਜਾ ਰਹੇ ਨੇ, ਥੋਪੇ ਜਾ ਰਹੇ ਨੇ ਲੋਕਾਂ ਦੇ ਉੱਤੇ, ਮਹਿੰਗਾਈ ਜਿਸ ਤਰੀਕੇ ਨਾਲ ਮੰਡਰਾ ਰਹੀ ਹੈ, ਉਹ ਸਾਰੀਆਂ ਗੱਲਾਂ ਹੀ ਅਸੀਂ ਹੁਣ ਲੋਕਾਂ ਦੇ ਨਾਲ ਕਰਨੀਆਂ ਨੇ ਤੇ ਇਸ ਲਈ ਅਸੀਂ ਚਾਹੁੰਦੇ ਵੀ ਹੁਣ ਕੁਝ ਬਦਲਾਅ ਹੋਵੇ। ਇਹੀ ਮੈਸੇਜ ਸਾਰੇ ਕਿਤੇ ਸਪਰੈਡ ਕਰਨਾ ਹੈ, ਜਿਸ ਸਦਕਾ ਟੀਮਾਂ ਜਿਹੜੀਆਂ ਨੇ ਉਹ ਵੱਖ-ਵੱਖ ਸੂਬਿਆਂ 'ਚ ਜਾਣਗੀਆਂ, ਖਾਸ ਕਰਕੇ ਜਿੱਥੇ ਚੋਣਾਂ ਹੈ। ਇਨਫੈਕਟ ਪ੍ਰੋਫੈਸਰ ਮਨਜੀਤ ਸਿੰਘ ਸਾਡੇ ਨਾਲ ਹਰ ਦਿਨ ਜੁੜਦੇ ਹੁੰਦੇ ਨੇ, ਉਹ ਵੀ ਇਸ ਟੀਮ ਦੇ ਨਾਲ ਪਹੁੰਚੇ ਹੋਏ ਨੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਪ੍ਰੋਫੈਸਰ ਮਨਜੀਤ ਨਾਲ ਸਾਡਾ ਰਾਬਤਾ ਹੋ ਸਕੇ ਤੇ ਉਹਨਾਂ ਨਾਲ ਵੀ ਅਸੀਂ ਅਪਡੇਟ ਲੈ ਸਕੀਏ ਕਿ ਇਸ ਵੇਲੇ ਕੀ ਚੱਲ ਰਿਹਾ, ਉਹ ਕਿੱਥੇ ਪਹੁੰਚੇ ਨੇ ਤੇ ਕੀ ਉਹਨਾਂ ਦੀ ਅਗਲੀ ਜਿਹੜੀ ਹੈ ਉਹ ਰਣਨੀਤੀ ਹੈ, ਉਸ ਸੰਬੰਧੀ ਗੱਲ ਕਰਾਂਗੇ। ਇਸ ਤੋਂ ਇਲਾਵਾ ਸਿਆਸਤ ਜਿਹੜੀ ਹੈ ਮਾਝੇ ਦੇ ਵਿੱਚ ਕਾਫੀ ਗਰਮਾਈ ਹੋਈ ਹੈ। ਮਾਝੇ ਦੇ ਵਿੱਚ ਵਿਰਸਾ ਸਿੰਘ ਵਲਟੋਹਾ ਤੇ ਇਸ ਤੋਂ ਇਲਾਵਾ ਆਦੇਸ਼ ਪ੍ਰਤਾਪ ਕੈਰੋ, ਅਸੀਂ ਸਾਰੇ ਜਾਣਦੇ ਹਾਂ ਅਕਾਲੀ ਲੀਡਰ ਨੇ ਤੇ ਦੋਹਾਂ ਦੇ ਵਿੱਚ ਕਾਫੀ ਗਹਿਮਾ ਗਹਿਮੀ ਵਾਲਾ ਮਾਹੌਲ ਬਣਿਆ ਹੋਇਆ ਹੈ, ਮੇੜੋ ਮੇੜੀ ਹੋ ਰਹੇ ਨੇ। ਹਾਲਾਂਕਿ ਹੁਣ ਤਾਂ ਖੈਰ ਹਾਈ ਕਮਾਂਡ ਨੇ ਥੋੜਾ ਜਿਹਾ ਬਿਠਾ ਦਿੱਤਾ ਇਹਨਾਂ ਨੂੰ ਸ਼ਾਂਤ ਕਰਕੇ ਤੇ ਫਿਲਹਾਲ ਜਿਹੜਾ ਕਾਫੀ ਜ਼ਿਆਦਾ ਕਹਿੰਦੇ ਨੇ ਨਾ ਕਿ ਚੌਧਰ ਦੀ ਜਿਹੜੀ ਜੰਗ ਹੁੰਦੀ ਹੈ ਉਹ ਵੱਖਰੇ ਤਰੀਕੇ ਦੀ ਹੁੰਦੀ, ਬਸ ਇਹ ਉਹੀ ਛਿੜੀ ਹੋਈ ਹੈ। ਸੋ ਇਸ ਸੰਬੰਧੀ ਵੀ ਅਸੀਂ ਅਪਡੇਟ ਲਵਾਂਗੇ। ਔਰ ਇਸ ਤੋਂ ਇਲਾਵਾ ਇਹ ਦੱਸ ਦਈਏ ਕਿ ਕਿਸਾਨ ਮਜ਼ਦੂਰ ਸੰਘਰਸ਼ ਜਿਹੜੀ ਕਮੇਟੀ ਹੈ ਉਸਨੇ ਫਿਲਹਾਲ ਦੇ ਲਈ ਜਿਹੜਾ ਆਪਣਾ ਧਰਨਾ ਉਹ ਚੁੱਕ ਲਿਆ, ਉਹ ਖਤਮ ਫਿਲਹਾਲ ਦੇ ਲਈ ਕਰ ਦਿੱਤਾ ਹੈ। ਯਾਨੀ ਕਿ ਰੇਲਵੇ ਟਰੈਕਾਂ ਦੇ ਉੱਤੇ ਉਹ ਲਗਾਤਾਰ ਬੈਠੇ ਹੋਏ ਸੀ ਤੇ ਹੁਣ ਉਹਨਾਂ ਨੇ ਮਿੱਥੇ ਸਮੇਂ ਦੇ ਮੁਤਾਬਕ ਜਿਹੜਾ ਉਹ ਧਰਨਾ ਚੁੱਕ ਲਿਆ। ਇਸ ਤੋਂ ਇਲਾਵਾ ਰਾਹੁਲ ਗਾਂਧੀ ਦੇ ਵੱਲੋਂ ਵੀ ਕੁਝ ਬਿਆਨ ਦਿੱਤੇ ਜਾ ਰਹੇ ਨੇ। ਰਾਹੁਲ ਗਾਂਧੀ ਦੇ ਵੱਲੋਂ ਭਾਰਤ ਨੂੰ ਲੈ ਕੇ ਬਿਆਨ ਦਿੱਤੇ ਗਏ ਨੇ ਕਿ ਜਿਸ ਤਰੀਕੇ ਨਾਲ ਭਾਰਤ ਹੈ ਉਹ ਜਮਹੂਰੀ ਮੁਲਕ ਜਿਹੜਾ ਉਹ ਨਹੀਂ ਰਿਹਾ। ਰਾਹੁਲ ਗਾਂਧੀ ਦੇ ਵੱਲੋਂ ਇਹ ਦਾਅਵਾ ਕੀਤਾ ਗਿਆ। ਇਸ ਬਿਆਨ ਦੇ ਕੀ ਮਾਇਨੇ ਸਮਝੇ ਜਾਣ ਜਾਂ ਰਾਹੁਲ ਗਾਂਧੀ ਕੀ ਕਹਿਣਾ ਚਾਹੁੰਦੇ ਨੇ? ਹਾਲਾਂਕਿ ਇਹਨਾਂ ਦਿਨਾਂ ਦੇ ਵਿੱਚ ਸਿਆਸੀ ਪੱਧਰ ਦੇ ਉੱਤੇ, ਸਿਆਸੀ ਤੌਰ ਦੇ ਉੱਤੇ ਕਾਫੀ ਚੰਗੇ ਸਿਆਸਤਦਾਨ ਦੇ ਤੌਰ ਦੇ ਉੱਤੇ ਰਾਹੁਲ ਗਾਂਧੀ ਨਿਕਲ ਕੇ ਸਾਹਮਣੇ ਆ ਰਹੇ ਨੇ, ਬਹੁਤ ਕੁਝ ਵੱਖਰੀਆਂ ਸਟੇਟਮੈਂਟਸ ਜਿਹੜੀਆਂ ਨੇ ਦੇ ਰਹੇ ਨੇ। ਸਾਡੇ ਨਾਲ ਇਹਨਾਂ ਸਾਰੀਆਂ ਖਬਰਾਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਰਾਜੇਸ਼ ਗਿੱਲ ਜੀ ਅੰਮ੍ਰਿਤਸਰ ਤੋਂ ਜਿਹੜੇ ਨੇ ਜੁੜ ਰਹੇ ਨੇ। ਰਾਜੇਸ਼ ਜੀ, ਬਹੁਤ ਬਹੁਤ ਸਵਾਗਤ ਹੈ ਜੀ ਦ ਮਾਰਨਿੰਗ ਸ਼ੋਅ ਦੇ ਵਿੱਚ। ਬਹੁਤ ਬਹੁਤ ਧੰਨਵਾਦ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਰਾਜੇਸ਼ ਜੀ, ਖਬਰਾਂ ਬਹੁਤ ਸਾਰੀਆਂ ਨੇ ਤੁਹਾਡੇ ਨਾਲ ਡਿਸਕਸ ਕਰਨੀਆਂ ਨੇ ਔਰ ਜ਼ਾਹਿਰ ਜੀ ਗੱਲ ਹੈ ਜਿਸ ਤਰੀਕੇ ਨਾਲ ਹੁਣ ਕਿਸਾਨ ਸੰਯੁਕਤ ਮੋਰਚੇ ਦੇ ਜਿਹੜੇ ਆਗੂ ਹੈ ਉਹਨਾਂ ਦੇ ਵੱਲੋਂ ਅਗਲੀ ਰਣਨੀਤੀ ਜਿਹੜੀ ਉਲੀਕੀ ਗਈ ਹੈ। ਸਭ ਤੋਂ ਪਹਿਲਾਂ ਆਪਾਂ ਸੁਣ ਲੈਂਦੇ ਹਾਂ ਕਿ ਬਲਵੀਰ ਰਾਜੇਵਾਲ ਦੇ ਵੱਲੋਂ ਅੱਜ ਕਿਹੜੀਆਂ ਗੱਲਾਂ ਕੀਤੀਆਂ ਗਈਆਂ, ਜਿਹੜੀ ਰਣਨੀਤੀ ਹੈ ਉਹਨਾਂ ਵੱਲੋਂ ਅਗਲੀ ਕੀ ਉਲੀਕੀ ਜਾ ਰਹੀ ਹੈ, ਫਿਰ ਅਸੀਂ ਇਸ ਮੁੱਦੇ ਦੇ ਉੱਤੇ ਅੱਗੇ ਜਿਹੜਾ ਤੁਹਾਡੇ ਕੋਲ ਅਪਡੇਟ ਲਾਂਗੇ। ਫਿਲਹਾਲ ਬਲਵੀਰ ਰਾਜੇਵਾਲ ਦੀ ਪ੍ਰੈਸ ਕਾਨਫਰੰਸ ਸੁਣ ਲੈਂਦੇ ਹਾਂ। ਅਸੀਂ ਕਿਸਾਨ ਮੋਰਚੇ ਨੂੰ ਦਿੱਲੀ ਦੀਆਂ ਬਰੂਹਾਂ ਤੇ ਚੱਲਦੇ ਹਾਂ ਅੱਜ 105 ਦਿਨ ਹੋ ਗਏ ਨੇ ਤੇ ਦੁਨੀਆ ਦਾ ਇਤਿਹਾਸਕ ਮੋਰਚਾ ਜਿੱਥੇ ਸਭ ਤੋਂ ਲੰਬਾ ਸਮਾਂ ਮੋਰਚਾ ਚੱਲਿਆ, ਉੱਥੇ ਸਭ ਤੋਂ ਵੱਧ ਅੱਜ ਤੱਕ ਦਾ ਪੀਸਫੁਲ ਮੋਰਚਾ ਔਰ ਸਭ ਤੋਂ ਵੱਧ ਪਾਰਟਿਸਿਪੇਸ਼ਨ ਵਾਲਾ ਮੋਰਚਾ ਇਹ ਰਿਹਾ। ਤੋ ਸਰਕਾਰ ਦਾ ਆਪਣੇ ਰਾਜ ਹੱਟ 'ਚ ਫਸੀ ਹੈ, ਤੋ ਅਸੀਂ ਇਹ ਫੈਸਲਾ ਕੀਤਾ ਹੈ ਵੀ ਹੁਣ ਜਿਹੜੀ 5 ਸਟੇਟਾਂ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ ਉੱਥੇ ਅਸੀਂ ਟੀਮਾਂ ਬਣਾਈਆਂ, ਸਾਰੇ ਸਟੇਟਾਂ ਦੇ ਵਿੱਚ ਉਹ ਜਾ ਕੇ ਅਸੀਂ ਪ੍ਰਚਾਰ ਕਰਾਂਗੇ ਵੀ ਜਿਹਨੂੰ ਮਰਜ਼ੀ ਵੋਟ ਦਿਓ, ਸਿਰਫ ਬੀਜੇਪੀ ਨੂੰ ਸਜ਼ਾ ਦਿਓ, ਉਹਨੂੰ ਵੋਟ ਨਹੀਂ ਦੇਣੀ। ਅਸੀਂ ਕਿਸੇ ਇੱਕ ਪਾਰਟਿਕੂਲਰ ਪਾਰਟੀ ਜਾਂ ਕਿਸੇ ਪਾਰਟਿਕੂਲਰ ਕੈਂਡੀਡੇਟ ਦੀ ਹਮਾਇਤ ਨਹੀਂ ਕਰਾਂਗੇ, ਅਸੀਂ ਸਿਰਫ ਇਹ ਬੇਨਤੀ ਕਰਨ ਜਾਵਾਂਗੇ ਵੀ ਬੀਜੇਪੀ ਨੂੰ ਵੋਟ ਨਾ ਦਿੱਤੀ ਜਾਏ। ਤੋ ਇਹਦੇ ਲਈ ਅੱਜ ਸਰ ਹਰਮੀਤ ਸਿੰਘ ਕਾਦੀਆਂ, ਮੈਂ ਸਰ ਗੁਰਨਾਮ ਸਿੰਘ ਉੱਥੋਂ ਸਿੱਧੇ ਆਉਣਗੇ ਏਅਰਪੋਰਟ ਤੇ, ਅਸੀਂ ਅੱਜ ਕਲਕੱਤੇ ਜਾਵਾਂਗੇ ਤੇ ਕੱਲ ਨੂੰ ਉੱਥੇ ਇੱਕ ਰੈਲੀ ਵੀ ਹੋਏਗੀ ਔਰ ਅਸੀਂ 294 ਉੱਥੇ ਹਲਕੇ ਨੇ ਅਸੈਂਬਲੀ ਦੇ 294 ਗੱਡੀਆਂ ਕੱਲ ਨੂੰ ਹਰੀ ਝੰਡੀ ਦੇ ਕੇ ਹਰ ਹਲਕੇ 'ਚ ਇੱਕ ਗੱਡੀ ਲਿਟਰੇਚਰ ਵੰਡਣ ਵਾਸਤੇ ਕਿਸਾਨ ਮੋਰਚੇ ਦੇ ਸੰਬੰਧ 'ਚ ਉੱਥੋਂ ਕੱਲ ਨੂੰ ਅਸੀਂ ਉਹਨਾਂ ਨੂੰ ਤੋਰਾਂਗੇ ਸਾਰੇ ਹਲਕਿਆਂ ਦੇ ਵਿੱਚ ਤੇ ਜਿੱਥੇ ਹਰ ਰੋਜ਼ ਤਕਰੀਬਨ 3 ਤੋਂ 4 ਰੈਲੀਆਂ ਇੱਕ ਗਰੁੱਪ ਐਡਰੈਸ ਕਰੇਗਾ। ਅਸੀਂ 4 ਗਰੁੱਪ ਬਣਾਏ ਹੈ ਲੀਡਰਸ ਦੇ, ਤਕਰੀਬਨ 12 ਰੈਲੀਆਂ ਮਿਨੀਮਮ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਅਸੀਂ ਐਡਰੈਸ ਕਰਾਂਗੇ 4 ਦਿਨ ਲਈ। ਫਿਰ ਆਸਾਮ 2 ਟੀਮਾਂ ਜਾ ਚੁੱਕੀਆਂ, ਕੁਛ ਬੰਗਾਲ ਵਾਲੀਆਂ ਟੀਮਾਂ ਫਿਰ ਉੱਥੇ ਆਸਾਮ ਚਲੀਆਂ ਜਾਣਗੀਆਂ, ਅਸੀਂ ਕੇਰਲਾ ਜਾਵਾਂਗੇ। ਇਸੇ ਤਰ੍ਹਾਂ ਜਿੱਦਾਂ ਜਿਹਦੀ ਡਿਊਟੀ ਜਿੱਥੇ ਲੱਗੀ ਹੈ ਉਹ ਸਾਰੇ ਅਸੀਂ ਬੀਜੇਪੀ ਦੇ ਵਿਰੁੱਧ ਪ੍ਰਚਾਰ ਕਰਨ ਲਈ ਉਹਨਾਂ ਸਾਰਿਆਂ ਸੂਬਿਆਂ ਵਿੱਚ ਜਾਵਾਂਗੇ। ਸੋ ਤੁਸੀਂ ਸੁਣ ਲਿਆ ਕਿ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਜੋ ਰਣਨੀਤੀ ਅਗਲੀ ਘੜੀ ਗਈ ਹੈ ਉਹ ਉਸ ਦਾ ਜਿਹੜਾ ਉਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਰਾਜੇਸ਼ ਗਿੱਲ ਜੀ, ਇਸ ਵੇਲੇ ਟੀਮਾਂ ਬਣਾ ਕੇ ਜਿਹੜੀਆਂ ਨੇ ਉਹ ਵੱਖ-ਵੱਖ ਥਾਵਾਂ ਤੇ ਜਾ ਰਹੀਆਂ ਨੇ, ਕੀ ਇਸ ਸੰਬੰਧੀ ਤੁਹਾਡੇ ਕੋਲ ਜਾਣਕਾਰੀ ਹੈ, ਕੀ ਅਪਡੇਟਸ ਹੈ ਔਰ ਕਿੰਨੀਆਂ ਟੀਮਾਂ ਬਣਾਈਆਂ ਗਈਆਂ, ਕੀ ਅਗਲੀ ਰਣਨੀਤੀ ਜਿਹੜੀ ਹੈ ਉਹ ਲਿਖੀ ਜਾਏਗੀ ਔਰ ਖਾਸ ਤੌਰ ਦੇ ਉੱਤੇ ਕੀ ਇਸ ਦਾ ਅਸਰ
ਪੈਂਦਾ ਦਿਖਾਈ ਦੇ ਰਿਹਾ, ਕਿਉਂਕਿ ਤੁਸੀਂ ਪੰਜਾਬ ਕਵਰ ਕਰਦੇ ਹੋ ਲਗਾਤਾਰ, ਤੁਸੀਂ ਲੋਕਾਂ ਦੇ ਕੋਈ ਨਾ ਕੋਈ ਰਿਐਕਸ਼ਨਸ ਲੈਂਦੇ ਹੋ, ਉਹਨਾਂ ਦੇ ਵਿੱਚ ਵਿਚਰਦੇ ਰਹਿੰਦੇ ਹੋ, ਰਿਪੋਰਟਿੰਗ ਕਰਦੇ ਹੋ। ਲੋਕ ਕੀ ਕਹਿ ਰਹੇ ਨੇ ਹੁਣ? ਲੋਕਾਂ ਨੂੰ ਇਹ ਰਣਨੀਤੀ ਜਿਹੜੀ ਆ ਪਸੰਦ ਆ ਰਹੀ ਹੈ ਜਾਂ ਲੋਕਾਂ ਨੂੰ ਲੱਗ ਰਿਹਾ ਕਿ ਇਸ ਦਾ ਕੋਈ ਅਸਰ ਹੋਏਗਾ? ਦੇਖੋ ਸ਼ਾਇਰੀ, ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਬੜਾ ਲੰਮਾ ਸਮਾਂ ਇੱਕ ਵਾਰ ਫਿਰ ਬੀਤ ਗਿਆ ਹੈ ਕਿ ਡੈਡਲੌਕ ਇੱਕ ਬਣਿਆ ਹੋਇਆ ਹੈ ਕਿਸਾਨਾਂ ਦੇ ਦਰਮਿਆਨ, ਸਰਕਾਰ ਦੇ ਦਰਮਿਆਨ। ਜਿਹੜੀ ਗੱਲਬਾਤ ਚੱਲ ਰਹੀ ਸੀ ਉਹ ਗੱਲਬਾਤ ਰੁਕ ਚੁੱਕੀ ਹੈ ਔਰ ਕਿਸੇ ਵੱਲੋਂ ਵੀ ਪਹਿਲ ਕਦਮੀ ਨਹੀਂ ਕੀਤੀ ਜਾ ਰਹੀ, ਜਦਕਿ ਸਰਕਾਰ ਦਾ ਇੱਕ ਸਟੈਂਡ ਜਿਹੜਾ ਸਪਸ਼ਟ ਹੈ ਕਿ 1.5 ਸਾਲ ਵਾਸਤੇ ਇਹਨੂੰ ਟਪਾ ਦਿੰਦੇ ਆ, ਉਸ ਤੋਂ ਬਾਅਦ ਜਿਹੜਾ ਉਹ ਵੇਖਿਆ ਜਾਵੇਗਾ। ਔਰ ਕਿਸਾਨਾਂ ਨੂੰ ਇਹ ਗੱਲ ਮਨਜ਼ੂਰ ਨਹੀਂ ਹੈ, ਇਸ ਕਰਕੇ ਕਿਸੇ ਪਾਸੇ ਵੱਲੋਂ ਵੀ ਕੋਈ ਗੱਲਬਾਤ ਅੱਗੇ ਨਹੀਂ ਵੱਧ ਰਹੀ। ਕਿਸਾਨਾਂ ਵੱਲੋਂ ਉਸ ਦੌਰਾਨ ਲਗਾਤਾਰ ਜਿਹੜੇ ਆਪਣੇ ਪ੍ਰੋਗਰਾਮ ਦਿੱਤੇ ਜਾ ਰਹੇ ਨੇ ਔਰ ਦੂਜੇ ਪਾਸੇ ਸਰਕਾਰ ਵੱਲੋਂ ਜਿਹੜਾ ਆਪਣਾ ਜਿਹੜੀ ਕਾਰਗੁਜ਼ਾਰੀ ਉਹ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਕਾਰਵਾਈ ਅੰਜਾਮ ਦਿੱਤੀ ਜਾ ਰਹੀ ਉਹ ਇਹ ਹੈ ਕਿ ਲੋਕਾਂ ਅੱਗੇ ਇੱਕ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਦੀ ਗਿਣਤੀ ਲਗਾਤਾਰ ਉੱਥੋਂ ਘਟ ਰਹੀ, ਬਲਕਿ ਜਿਹੜੇ ਬਿਆਨਾਤ ਆ ਰਹੇ ਨੇ ਜਾਂ ਜੋ ਕੁਝ ਅਸੀਂ ਦੇਖ ਰਹੇ ਹਾਂ ਉਸ ਤੋਂ ਸਪਸ਼ਟ ਹੋ ਰਿਹਾ ਕਿ ਕਿਸਾਨਾਂ ਦੀ ਗਿਣਤੀ ਬਾਰਡਰ ਤੇ, ਦਿੱਲੀ ਦੇ ਬਾਰਡਰ ਤੇ ਘਟ ਨਹੀਂ ਰਹੀ ਬਲਕਿ ਵੱਧ ਰਹੀ। ਔਰ ਉਸ ਦੇ ਵਿੱਚ ਜੇ ਕਿਤੇ ਨਾ ਕਿਤੇ ਘਟਦੀ ਵੀ ਹੈ ਤਾਂ ਉਸ ਦੇ ਵਿੱਚ ਕਿਸਾਨਾਂ ਵੱਲੋਂ ਜਿਹੜੇ ਪ੍ਰੋਗਰਾਮ ਦਿੱਤੇ ਜਾਂਦੇ ਨੇ, ਜਿਵੇਂ ਕਿ ਪਿਛਲੇ ਸਮੇਂ 'ਚ ਮਹਾਪੰਚਾਇਤਾਂ ਹੋਈਆਂ, ਬਹੁਤ ਵੱਡੀਆਂ ਮਹਾਪੰਚਾਇਤਾਂ ਹੋਈਆਂ ਔਰ ਇੱਥੋਂ ਤੱਕ ਖੇਤੀਬਾੜੀ ਮੰਤਰੀ ਨੂੰ ਬਿਆਨ ਦੇਣਾ ਪਿਆ ਉਸ ਬਾਰੇ ਕਿ ਇਹਨਾਂ ਮਹਾਪੰਚਾਇਤਾਂ ਤੋਂ ਆਪਾਂ ਘਬਰਾਉਣ ਵਾਲੇ ਨਹੀਂ। ਇਹਦਾ ਮਤਲਬ ਸਾਫ਼ ਹੈ ਕਿ ਉਹ ਵਾਕਿਆ ਹੀ ਘਬਰਾਏ ਹੋਏ ਸੀ। ਇਹ तमाम ਜਿਹੜੇ ਪ੍ਰੋਗਰਾਮ ਲਗਾਤਾਰ ਚੱਲ ਰਹੇ ਸੀ, ਪਰ ਹੁਣ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਹੈ ਸੰਯੁਕਤ ਮੋਰਚੇ ਵੱਲੋਂ, ਪ੍ਰੋਗਰਾਮ ਬਹੁਤ ਜ਼ਿਆਦਾ ਅਹਿਮੀਅਤ ਰੱਖਦਾ ਹੈ ਕਿਉਂਕਿ ਚੋਣਾਂ ਜਿਹੜੀਆਂ ਖਾਸ ਤੌਰ ਤੇ ਜੋ ਅਸੀਂ ਦੇਖ ਰਹੇ ਹਾਂ ਬੰਗਾਲ ਦੇ ਵਿੱਚ, ਉਹਦੇ ਵਿੱਚ ਸਿਰ ਧੜ ਦੀ ਬਾਜੀ ਲੱਗੀ ਹੋਈ ਹੈ ਔਰ ਕੀ ਕੁਝ ਨਹੀਂ ਹੋ ਰਿਹਾ ਉੱਥੇ। ਉਹ ਸਾਰੀਆਂ तमाम ਚੀਜ਼ਾਂ ਦੇ ਮੱਦੇ ਨਜ਼ਰ ਇਸ ਵੇਲੇ ਦੇਖੋ ਇਹ ਤੇ ਬਹੁਤ ਵੱਡਾ ਮੁੱਦਾ ਹੈ, ਬਹੁਤ ਵੱਡਾ ਮਾਮਲਾ ਹੈ, ਕੌਮਾਂਤਰੀ ਪੱਧਰ ਤੇ ਇਸ ਵੇਲੇ ਜਿਹੜਾ ਚੱਲ ਰਿਹਾ ਮੁੱਦਾ ਹੈ ਕਿਸਾਨੀ ਦਾ ਜੋ ਚੱਲ ਰਿਹਾ ਹੈ। ਪਰ ਆਮ ਛੋਟੀ ਜੀ ਗੱਲ ਜਦੋਂ ਹੁੰਦੀ ਹੈ, ਇੱਕ ਛੋਟਾ ਜਿਹਾ ਕੋਈ ਧੜਾ ਹੁੰਦਾ ਹੈ, ਆਮ ਅਸੀਂ ਦੇਖਦੇ ਹਾਂ ਜਦੋਂ ਚੋਣਾਂ ਦਾ ਸਮਾਂ ਹੁੰਦਾ ਹੈ ਤਾਂ ਉਹ ਛੋਟਾ ਜਿਹਾ ਧੜਾ ਵੀ ਇਹ ਕੋਸ਼ਿਸ਼ ਕਰਦਾ ਹੈ ਜਾਂ ਕੋਈ ਜਥੇਬੰਦੀ ਹੁੰਦੀ ਹੈ ਉਹ ਇਹ ਕੋਸ਼ਿਸ਼ ਕਰਦੀ ਹੈ ਕਿ ਚੋਣਾਂ ਦੇ ਦੌਰਾਨ ਸਰਕਾਰ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮਜਬੂਰ ਕੀਤਾ ਜਾਵੇ ਕਿ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਲਾਏ, ਜਾਂ ਇਹ ਕਿਹਾ ਜਾਂਦਾ ਹੈ ਕਿ ਚਲੋ ਹੁਣ ਮੌਕਾ ਹੈ, ਹੁਣ ਕਿਸਾਨਾਂ ਤੋਂ ਹੁਣ ਸਰਕਾਰ ਤੋਂ ਮੰਗਾ ਸੀ ਮਨਵਾ ਸਕਦੇ ਹਾਂ। ਇਹ ਗੱਲਾਂ ਆਮ ਤੌਰ ਤੇ ਕੀਤੀਆਂ ਜਾ ਰਹੀਆਂ ਪਰ ਕਿਸਾਨਾਂ ਦੀ ਮੂਵਮੈਂਟ, ਕਿਸਾਨਾਂ ਦੀ ਜਿਹੜੀ ਇੱਕ ਲਾਮਬੰਦੀ ਹੈ ਉਹ ਤੇ ਸਰਕਾਰ ਦੇਖ ਚੁੱਕੀ ਹੈ। ਸਰਕਾਰ ਨੂੰ ਪਤਾ ਲੱਗ ਚੁੱਕਾ ਹੈ ਕਿ ਕਿਸਾਨ ਕਿੱਥੋਂ ਤੱਕ ਜਾ ਸਕਦੇ ਨੇ, ਕਿੰਨੇ ਸਿਰੜੀ ਨੇ ਔਰ ਕਿੰਨੀ ਵਿਉਂਤਬੰਦੀ ਨਾਲ ਇਹ ਅੱਗੇ ਵੱਧ ਸਕਦੇ ਨੇ। ਸਰਕਾਰ ਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਮਿਲ ਚੁੱਕੀ ਹੈ ਔਰ ਇਹਨਾਂ तमाम ਚੀਜ਼ਾਂ ਦੇ ਮੱਦੇ ਨਜ਼ਰ ਜਦੋਂ ਹੁਣ ਕਿਸਾਨਾਂ ਨੇ, ਸੰਯੁਕਤ ਮੋਰਚਾ ਨੇ ਇਹ ਫੈਸਲਾ ਕਰ ਦਿੱਤਾ ਕਿ ਹੁਣ ਉਹਨਾਂ ਥਾਵਾਂ ਤੇ ਜਾ ਕੇ ਇਹ ਸਰਕਾਰ ਦਾ ਵਿਰੋਧ ਕਰਨਗੇ, ਕਿਸੇ ਪਾਰਟੀ ਬਾਰੇ ਇਹ ਨਹੀਂ ਕਹਿਣਗੇ ਕਿ ਇਹਨੂੰ ਵੋਟ ਪਾਈ ਜਾਏ ਬਲਕਿ ਇਹ ਕਹਿਣਗੇ ਕਿ ਬੀਜੇਪੀ ਨੂੰ ਵੋਟ ਨਾ ਪਾਈ ਜਾਵੇ। ਇਹ ਬੜੀ ਵੱਡੀ ਗੱਲ ਹੈ ਔਰ ਇਹਨੂੰ ਕਹਿ ਸਕਦੇ ਹਾਂ ਹਿਟਸ ਦਾ ਬੁਲਸ ਆਈ, ਇਹਨੂੰ ਕਹਿ ਸਕਦੇ ਹਾਂ ਕਿ ਇਸ ਵੇਲੇ ਜਿਹੜਾ ਕਿਸਾਨਾਂ ਵੱਲੋਂ ਫੈਸਲਾ ਲਿਆ ਗਿਆ ਬਹੁਤ ਅਹਿਮੀਅਤ ਰੱਖਦਾ ਹੈ ਔਰ ਇਹਦੇ ਜਿਹੜੇ ਸਿੱਟੇ ਨੇ ਉਹ ਬੜੇ ਦੂਰਗਾਮੀ ਨਜ਼ਰ ਆ ਸਕਦੇ ਨੇ। ਔਰ ਜਿਹੜਾ तमाम ਹੁਣ ਤੱਕ ਦਾ ਜਿਹੜਾ ਅੰਦੋਲਨ ਚੱਲਿਆ ਹੈ ਉਸ ਅੰਦੋਲਨ ਦੇ ਵਿੱਚ ਜਿਹੜਾ ਇੱਕ ਖੜੋਤ ਆ ਗਈ ਸੀ, ਉਸ ਨੂੰ ਇੱਕ ਵੱਡਾ ਹੁਲਾਰਾ ਇਸ ਚੀਜ਼ ਨਾਲ ਮਿਲ ਸਕਦਾ ਹੈ ਔਰ ਸਰਕਾਰ ਨੂੰ ਕਿਤੇ ਨਾ ਕਿਤੇ ਇਸ ਬਾਰੇ ਫੈਸਲਾ ਲੈਣਾ ਪਵੇਗਾ ਕਿਉਂਕਿ ਜਿਹੜੀ ਰਣਨੀਤੀ ਬਣਾਈ ਗਈ ਹੈ ਉਸ ਦੇ ਵਿੱਚ ਟੀਮਾਂ ਦਾ ਗਠਨ ਕੀਤਾ ਗਿਆ ਹੈ ਬਕਾਇਦਾ। ਰਾਜੇਸ਼ ਜੀ ਮੈਂ ਕੁਝ ਸੈਕਿੰਡ ਲਈ ਇੱਥੇ ਤੁਹਾਨੂੰ ਰੋਕਾਂਗੀ। ਪ੍ਰੋਫੈਸਰ ਮਨਜੀਤ ਵੀ ਸਾਡੇ ਨਾਲ ਜੁੜ ਚੁੱਕੇ ਨੇ। ਪ੍ਰੋਫੈਸਰ ਮਨਜੀਤ ਜਿਹੜੇ ਨੇ ਇਸ ਟੀਮ ਦੇ ਵਿੱਚ ਸ਼ਾਮਿਲ ਨੇ, ਉਹਨਾਂ ਤੋਂ ਵੀ ਜਾਣਦੇ ਹੋ ਕਿੱਥੇ ਪਹੁੰਚੇ ਨੇ। ਪ੍ਰੋਫੈਸਰ ਸਾਹਿਬ ਇਸ ਵੇਲੇ ਤੁਸੀਂ ਲਾਈਵ ਦੇ ਵਿੱਚ ਹੋ ਮਾਰਨਿੰਗ ਸ਼ੋਅ ਦੇ, ਤੇ ਤੁਹਾਡੇ ਤੋਂ ਜਾਣਨਾ ਚਾਹਾਂਗੇ ਪ੍ਰੋਫੈਸਰ ਸਾਹਿਬ ਕਿੰਨੇ ਮੈਂਬਰ ਤੁਹਾਡੇ ਨਾਲ ਗਏ ਨੇ, ਤੁਸੀਂ ਇਸ ਵੇਲੇ ਕਿੱਥੇ ਪਹੁੰਚੇ ਹੋ, ਕੀ ਅਗਲੀ ਰਣਨੀਤੀ ਹੈ? ਬੇਸ਼ੱਕ ਇਸ ਟਾਈਮ ਤਾਂ ਰਾਤ ਹੋ ਚੁੱਕੀ ਹੈ, ਕੱਲ ਦੇ ਰੁਝਾਨ ਜਿਹੜੇ ਨੇ ਉਹ ਕੀ ਰਹਿਣਗੇ? ਦੇਖੋ ਇੱਥੇ ਇੱਕ ਤੇ ਲੋਕਲ ਕਿਸਾਨ ਲੀਡਰ ਹੈ ਅਵਿਕ ਸਾਹਾ, ਉਹ ਐਡਵੋਕੇਟ ਵੀ ਹੈਗੇ ਆ ਔਰ ਬਾਹਰੋਂ ਅਸੀਂ ਜਿਸ ਤਰ੍ਹਾਂ ਜੋਗਿੰਦਰ ਯਾਦਵ, ਬਲਬੀਰ ਸਿੰਘ ਰਾਜੇਵਾਲਾ, ਫਿਰ ਹਰਮੀਤ ਸਿੰਘ ਕਾਦੀਆਂ, ਗੁਰਨਾਮ ਸਿੰਘ ਚੜੂਨੀ, ਅਸੀਂ ਸਾਰੇ, ਮੈਂ ਉਹਨਾਂ ਦੇ ਨਾਲ ਅਸੀਂ ਸਾਰੇ ਇਕੱਠੇ ਇੱਥੇ ਪਹੁੰਚੇ ਹਾਂ। ਹੋਰ ਵੀ ਕੁਝ ਸਾਥੀ ਨਾਲ ਹੈਗੇ ਆ, ਅਸੀਂ ਘੱਟੋ ਘੱਟ 12 ਤੋਂ 15 ਲੋਕ ਇੱਥੇ ਪਹੁੰਚੇ ਹਾਂ। ਜੀ ਪ੍ਰੋਫੈਸਰ ਸਾਹਿਬ, ਕੀ ਕੱਲ ਦੇ ਤੁਹਾਡੇ ਰੁਝਾਨ ਰਹਿਣਗੇ, ਕੀ ਰਣਨੀਤੀ ਅਗਲੀ ਬਣਾਈ ਗਈ ਹੈ? ਔਰ ਲੱਗਦਾ ਹੈ ਵੀ ਕਿਉਂਕਿ ਲੋਕਾਂ ਨੂੰ ਹੁਣ ਮੈਸੇਜ ਤਾਂ ਮਿਲ ਹੀ ਚੁੱਕਾ ਹੈ ਕਿ ਤੁਸੀਂ ਜਿੱਥੇ ਜਿੱਥੇ ਇਲੈਕਸ਼ਨਸ ਹੈ ਉੱਥੇ ਜਾ ਰਹੇ ਹੋ, ਤੁਹਾਨੂੰ ਲੱਗਦਾ ਵੀ ਹੁਣ ਇਸ ਦਾ ਕੋਈ ਚੰਗਾ ਨਤੀਜਾ ਨਿਕਲ ਕੇ ਸਾਹਮਣੇ ਆਏਗਾ? ਬਿਲਕੁਲ ਆਊਗਾ, ਕਿਉਂ ਨਹੀਂ ਆਊਗਾ। ਜਿੱਥੇ ਅੱਜ ਵੀ ਭਾਵੇਂ ਪੰਜਾਬ ਔਰ ਬੰਗਾਲ ਨੂੰ ਵੰਡ ਦਿੱਤਾ ਗਿਆ, ਦੇਸ਼ ਆਜ਼ਾਦ ਕਾਹਦਾ ਹੋਇਆ? ਸਾਡੀ ਵੰਡ ਹੋਈ, ਸਾਡਾ ਲੱਕ ਤੋੜਿਆ ਗਿਆ, ਦੋ ਸੱਭਿਆਚਾਰਾਂ ਦਾ, ਦੋ ਇਤਿਹਾਸਾਂ ਦਾ। ਸਾਡਾ
ਲਾਹੌਰ ਵਾਲੇ ਬੈਠੇ ਰੋਂਦੇ ਆ, ਅੰਮ੍ਰਿਤਸਰ ਵਾਲੇ ਬੈਠੇ ਰੋਂਦੇ ਆ। ਇੱਥੇ ਬੰਗਲਾਦੇਸ਼ ਤੇ ਇਹ ਅਲੱਗ-ਅਲੱਗ ਬਣਿਆ। ਔਰ ਕਿੰਨਾ ਆਪਾਂ ਜਾਣਦੇ ਪੰਜਾਬ ਤੇ ਕਿੰਨਾ ਕਤਲੇਆਮ ਹੋਇਆ। ਸਾਡੇ ਦਰਦ ਸਾਂਝੇ ਆ, ਸਾਡੀਆਂ ਖੁਸ਼ੀਆਂ ਸਾਂਝੀਆਂ, ਸਾਡੇ ਜਿਹੜੀ ਲੜਾਈ ਦੇ ਇਤਿਹਾਸ ਔਰ ਦੇਸ਼ ਨੂੰ ਆਜ਼ਾਦ ਕਰਾਉਣ ਵੇਲੇ ਦੀਆਂ ਕੁਰਬਾਨੀਆਂ ਸਾਡੀਆਂ ਸਾਂਝੀਆਂ। ਤੇ ਜਿੱਥੋਂ ਤੱਕ ਮੈਂ ਪੱਛਮੀ ਬੰਗਾਲ ਦੀ ਗੱਲ ਕਰਾਂ ਤਾਂ ਇਹ ਪੱਛਮੀ ਬੰਗਾਲ ਬਹੁਤ ਹੀ ਕਰੂਸ਼ੀਅਲ ਸਟੇਟ ਹੈਗੀ ਹੈ ਸ਼ਹਿਰੀ। ਜੇ ਇੱਥੇ ਕੋਠੜੀਆਂ ਮੋਦੀ ਦੀ ਸੋਚ ਦੀਆਂ, ਉਹਨਾਂ ਦੇ ਵਰਗੇ ਜਿਹੜਾ ਫਾਸਿਸਟ ਸੋਚ ਦੀਆਂ ਲਵਾ ਸਕਦੇ ਹਾਂ, ਜੇ ਇੱਥੇ ਆਪਾਂ ਜਿੱਤਦੇ ਹਾਂ ਤੇ ਸਮਝ ਲਓ ਅਸੀਂ ਸਾਰੇ ਦੇਸ਼ ਦੀ ਰਾਜਨੀਤੀ ਨੂੰ ਇੱਕ ਨਵੀਂ ਦਿੱਖ ਤੇ ਨਵਾਂ ਮੋੜਾ ਪਾਉਣ ਚ ਕਾਮਯਾਬ ਹੋ ਜਾਵਾਂਗੇ। ਇਹ ਸਾਡਾ ਸੋਚਣਾ। ਜਿੱਥੋਂ ਕਿ ਇੱਥੇ ਪਹੁੰਚਿਆ, ਇੱਥੇ ਸਾਡਾ ਬੜੇ ਗਰਮਜੋਸ਼ੀ ਦੇ ਨਾਲ 에ਅਰਪੋਰਟ ਦੇ ਉੱਤੇ ਸਵਾਗਤ ਕੀਤਾ ਗਿਆ। ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਿੱਖ ਸਮੁਦਾਇ, ਪੰਜਾਬੀ ਵੀਰ, ਹੋਰ ਲੀਡਰ ਲੋਕਲ ਇੱਥੇ ਪਹੁੰਚੇ ਹੋਏ ਸੀਗੇ। ਫੁੱਲਾਂ ਨਾਲ ਇਹਨਾਂ ਲੱਦ ਦਿੱਤਾ ਕਿ ਚੱਲਿਆ ਨਹੀਂ ਸੀ ਜਾ ਰਿਹਾ। ਬੋਲੇ ਸੌ ਨਿਹਾਲ ਦੇ ਨਾਰਿਆਂ ਦੀ ਗੂੰਜ ਵਿੱਚ ਉੱਥੇ ਸਵਾਗਤ ਹੋਇਆ। ਮੀਡੀਆ ਪਹੁੰਚਿਆ ਸੀ। ਫਿਰ ਅਸੀਂ ਆ ਕੇ ਇੱਥੇ ਵੀ ਕੁਝ ਮੀਡੀਆ ਪਹੁੰਚਿਆ। ਅਜੇ ਵੀ ਮੀਡੀਆ ਬੈਠੇ ਹੋਏ ਆ, ਗੱਲਾਂ ਬਾਤਾਂ ਚੱਲ ਰਹੀਆਂ। ਕੱਲ ਤੋਂ ਜਿਹੜਾ 3 ਦਿਨ ਤੱਕ ਜਾਨੀ 12, 13, 14 ਸਾਡੇ ਹੱਥ ਪੂਰੇ ਕੰਮਾਂ ਦੇ ਨਾਲ ਭਰੇ ਹੋਏ ਆ। ਪਹਿਲਾਂ ਪ੍ਰੈਸ ਕਾਨਫਰੰਸ ਦੁਪਹਿਰੇ ਹੋਊਗੀ, ਫਿਰ ਸ਼ਾਮੀ ਰਾਮਲੀਲਾ ਪਾਰਕ ਦੇ ਵਿੱਚ ਰੈਲੀ ਹੋਊਗੀ। ਉਦੋਂ ਬਾਅਦ 5 ਤੋਂ 7 ਸ਼ਾਮੀ ਫਿਰ ਇੱਕ ਸਕੂਲ ਦੇ ਵਿੱਚ ਬਹੁਤ ਸਾਰੇ ਸੱਜਣ ਮਿੱਤਰ ਇਕੱਠੇ ਹੋਣਗੇ, ਉੱਥੇ ਇੰਟਰੈਕਸ਼ਨ ਹੋਊਗਾ। ਇਸੇ ਤਰੀਕੇ ਨਾਲ ਹੀ 13 ਤਰੀਕ ਨੂੰ 2 ਰੈਲੀਆਂ ਸੁਬਾਹ ਤੇ ਸ਼ਾਮ, 14 ਨੂੰ ਸੁਬਾਹ ਤੇ ਸ਼ਾਮ 2 ਰੈਲੀਆਂ ਹੈਗੀਆਂ। ਅਸੀਂ ਨੰਦੀਗ੍ਰਾਮ ਦੇ ਵਿੱਚ ਵੀ ਜਾਵਾਂਗੇ, ਆਸਨਸੋਲ ਜਾਵਾਂਗੇ, ਹੋਰ ਇਸ ਤਰ੍ਹਾਂ ਸਾਰੀ ਜਗ੍ਹਾ ਜਿੱਥੇ ਜਿੱਥੇ ਸਾਡੀਆਂ ਡਿਊਟੀਆਂ ਲੱਗੀਆਂ ਕਿ ਅਸੀਂ ਆਪਣੀ ਲੜਾਈ ਦੇਣੀ ਹੈ, ਉੱਥੇ ਅਸੀਂ ਮੋਰਚਿਆਂ ਦੇ ਵਿੱਚ ਆਪਣਾ ਕੰਮ ਕਰਕੇ 15 ਨੂੰ ਇੱਥੋਂ ਵਿਹਲੇ ਹੋ ਕੇ ਵਾਪਸ ਜਾਵਾਂਗੇ। ਹਾਂਜੀ ਸ਼ਹਿਰ ਜੀ। ਪ੍ਰੋਫੈਸਰ ਸਾਹਿਬ, ਤੁਸੀਂ ਪੱਛਮੀ ਬੰਗਾਲ ਦੇ ਵਿੱਚ ਇੱਧਰ ਵਾਲੀ ਸਾਈਡ ਤੇ ਗਏ ਹੋ। ਇਸ ਤੋਂ ਅੱਗੇ ਤੁਸੀਂ ਇਸ ਤੋਂ ਬਾਅਦ ਫਿਰ ਪੰਜਾਬ ਦੇ ਵਿੱਚ ਹੀ ਵਾਪਸੀ ਕਰਨੀ ਹੈ? ਮਾਫ ਕਰਨਾ, ਪੰਜਾਬ ਦੇ ਵਿੱਚ ਵਾਪਸ ਆ ਜਾਓਗੇ ਦਿੱਲੀ ਬਾਰਡਰ ਤੇ, ਜਾਂ ਫਿਰ ਕਿਤੇ ਹੋਰ ਵੀ ਅੱਗੇ ਤੁਸੀਂ ਜਾਣਾ, ਕੋਈ ਹੋਰ ਵੀ ਪਲਾਨ ਹੈ? ਇਹ ਸੰਯੁਕਤ ਕਿਸਾਨ ਮੋਰਚੇ ਨੇ ਬੜੇ ਵਧੀਆ ਢੰਗ ਦੇ ਨਾਲ ਅਲੱਗ-ਅਲੱਗ ਗਰੁੱਪ ਬਣਾ ਕੇ ਉਹਨਾਂ ਦੀ ਇੱਕ ਰੋਟੇਸ਼ਨ ਬਣਾਈ ਹੈ, ਤਾਂ ਕਿ ਨਾ ਤੇ ਕੋਈ ਸੂਬਾ ਜਿਹੜਾ ਇਲੈਕਸ਼ਨ ਵਾਲਾ ਖਾਲੀ ਰਹੇ ਤੇ ਨਾ ਹੀ ਕੋਈ ਲੀਡਰ ਕਾਰਕੁਨ ਜਿਹੜਾ ਇਸ ਮਹਾਯੁੱਧ ਦੇ ਵਿੱਚ ਇੱਕ ਮਹਾਯੁੱਧ ਤੇ ਇੱਕ ਨਵੇਂ ਯੁੱਗ ਦੀ ਜਿਹੜੀ ਸ਼ੁਰੂਆਤ ਹੋਈ ਆ, ਉਹਦੇ ਵਿੱਚ ਜੋ ਵੀ ਆਪਣਾ ਤਿਲ ਫੁੱਲ ਪਾ ਸਕਦਾ ਉਹ ਕਿਤੇ ਬਾਹਰ ਨਾ ਰਹਿ ਜਾਏ। ਇਸ ਲਈ ਇਹ ਸਾਰੇ ਗਰੁੱਪ ਦਾ ਸਾਡੇ ਇੱਥੇ ਤੇ 6 ਤਰੀਕ ਤੋਂ 5 ਤਰੀਕ ਤੋਂ ਸ਼ੁਰੂ ਹੋਇਆ ਇੱਥੇ ਵੈਸਟ ਬੰਗਾਲ ਦੇ ਵਿੱਚ। ਅੱਜ ਮੁੱਖ ਲੀਡਰ ਵੈਸੇ ਜਿਹੜੇ ਦਿਖਦੇ ਆ ਉੱਥੇ ਸਿੰਘੂ ਟਿਕਰੀ ਤੇ, ਉਹ ਅੱਜ ਪਹੁੰਚੇ, ਪਰ ਇਹ ਤੋਂ ਪਹਿਲਾਂ ਵੀ ਬਹੁਤ ਸਾਰੇ ਲੀਡਰ ਜਿਹੜੇ ਆ ਉਹ ਆਪਣੇ ਆਪ ਸਾਰੇ ਮੁੱਖ ਲੀਡਰ ਹੀ ਹੈਗੇ। ਮੈਂ ਕਿਸੇ ਨੂੰ ਘਟਾ ਕੇ ਨਹੀਂ ਕਹਿਣਾ ਚਾਹੁੰਦਾ, ਪਰ ਉਹ ਆਪਣੇ ਆਪਣੇ ਯੂਨੀਅਨ ਦੇ ਨਾਲ ਇੱਥੇ ਸਾਰੇ ਜਿੰਨੇ ਵੀ ਲੱਗੇ ਹੋਏ ਆ ਗਰੁੱਪ ਬਣਾ ਕੇ। ਸਾਡੇ ਤੋਂ ਹੋ ਸਕਦਾ ਕੁਝ ਲੀਡਰ ਬਾਅਦ ਵਿੱਚ ਵੀ ਇੱਥੇ ਦੁਬਾਰਾ ਪਹੁੰਚਣ, ਕਿਉਂਕਿ 8 ਫੇਜ਼ ਦੇ ਵਿੱਚ ਚੋਣਾਂ ਇੱਥੇ ਹੋਣੀਆਂ ਆ ਤੇ 2 ਮਈ ਨੂੰ ਜਾ ਕੇ ਰਿਜ਼ਲਟ ਆਉਣੇ ਆ। ਅਪ੍ਰੈਲ ਸਾਰਾ ਚੋਣਾਂ 'ਚ ਲੰਘ ਜਾਣਾ। ਇਸ ਤਰ੍ਹਾਂ ਦੂਜੇ ਸੂਬੇ ਕੇਰਲਾ, ਤਾਮਿਲਨਾਡੂ, ਪੁਡੂਚੇਰੀ, ਅਸਾਮ, ਉੱਥੇ ਵੀ ਰੋਟੇਸ਼ਨ ਬਣਾ ਕੇ ਇੱਕ ਜਾਨੀ ਸਮਝ ਲਓ ਤੁਸੀਂ ਅਲੱਗ-ਅਲੱਗ ਗਰੁੱਪ ਦੀ ਡਿਊਟੀ ਅਲੱਗ-ਅਲੱਗ ਟਾਈਮ ਤੇ ਲਾ ਕੇ, ਤਾਂ ਕਿ ਪਿੱਛੇ ਮੋਰਚੇ ਬੰਦੀ ਦੇ ਵੀ, ਹੁਣ ਦਰਸ਼ਨਪਾਲ ਨੂੰ ਪਿੱਛੇ ਛੱਡ ਕੇ ਆਏ ਆ ਜਿਹੜੇ ਸਾਡੇ ਕੋਆਰਡੀਨੇਸ਼ਨ ਆ, ਤਾਂ ਕਿ ਮੋਰਚੇ ਦੇ ਵੀ ਬੰਦੇ ਰਹਿਣ। ਇਹ ਨਾ ਕਿ ਸਾਰਾ ਮੋਰਚਾ ਛੱਡ ਕੇ ਫੌਜ ਜਿਹੜੇ ਜਰਨੈਲ ਸਾਰੇ ਬਾਹਰ ਚਲੇ ਜਾਣ, ਤਾਂ ਉੱਥੇ ਕੁਝ ਜਰਨੈਲ ਹਮੇਸ਼ਾ ਪਿੱਛੇ ਰਹਿਣਗੇ ਤੇ ਬਾਕੀ ਜਿਹੜੇ ਇਸ ਵੇਲੇ ਮੋਦੀ ਦੀ ਫੱਟੀ ਪੋਚਣ ਲਈ ਲਗਾਤਾਰ ਇੱਕ ਵੱਡੀ ਮੁਹਿੰਮ ਤੇ ਯੁੱਧ ਦੇ ਵਿੱਚ ਸ਼ਾਮਲ ਹੋ ਚੁੱਕੇ ਆ। ਪ੍ਰੋਫੈਸਰ ਸਾਹਿਬ, ਹਰ ਜਦੋਂ ਵੀ ਅਸੀਂ ਕਿਸੇ ਖਬਰ ਤੇ ਗੱਲ ਕਰਦੇ ਆ ਤਾਂ ਦੂਜਾ ਪਹਿਲੂ ਹੈ ਜਿਹੜਾ ਉਹ ਵੀ ਦੇਖਣਾ ਬਹੁਤ ਜ਼ਰੂਰੀ ਹੁੰਦਾ ਹੈ। ਪ੍ਰੋਫੈਸਰ ਸਾਹਿਬ, ਜਦੋਂ ਕਿਉਂਕਿ ਇਹ ਗੱਲ ਤਾਂ ਸਭ ਕਿਤੇ ਪਤਾ ਹੀ ਹੈ, ਇਹ ਮੈਸੇਜ ਸਪਰੈਡ ਹੋ ਚੁੱਕਾ ਵੀ ਤੁਸੀਂ ਕਿਸਾਨ ਸੰਯੁਕਤ ਮੋਰਚਾ ਦੇ ਜਿਹੜੇ ਆਗੂ ਨੇ ਉਹ ਪਹੁੰਚ ਰਹੇ ਨੇ ਵੱਖ-ਵੱਖ ਥਾਵਾਂ ਤੇ, ਔਰ ਜ਼ਾਹਿਰ ਜੀ ਗੱਲ ਹੈ ਕਿ ਤੁਸੀਂ ਹੁਣ ਕਿੱਥੇ ਪਹੁੰਚਣਾ ਸੀ ਇਹ ਵੀ ਸਾਰਿਆਂ ਨੂੰ ਜਾਣਕਾਰੀ ਸੀ। ਤਾਂ ਕੀ ਜਦੋਂ ਤੁਸੀਂ ਪਹੁੰਚੇ ਤਾਂ ਕੁਝ ਵਿਰੋਧ ਵੀ ਕਰਦੇ ਨਜ਼ਰ ਆਏ, ਕੁਝ ਲੋਕ ਅਜਿਹੇ ਦਿਖਾਈ ਦਿੱਤੇ ਜਿਹੜੇ ਵਿਰੋਧ ਕਰਨ ਪਹੁੰਚੇ ਤੁਹਾਡਾ? ਮੈਨੂੰ ਕਿਤੇ ਕੋਈ ਦੇਖਣ ਨੂੰ ਨਹੀਂ ਮਿਲੇ। ਜੇ ਹੁੰਦਾ ਤੇ ਸ਼ਾਇਦ ਸਾਡੀ ਮਹੱਤਤਾ ਹੋਰ ਵੀ ਬਣ ਜਾਂਦੀ। ਮੈਂ ਤੇ ਨਾ ਇਹਨੂੰ ਅਫਸੋਸ ਕਹਿਣਾ ਆ, ਨਾ ਇਹਨੂੰ ਕੋਈ ਖੁਸ਼ੀ ਵਾਲੀ ਗੱਲ ਕਹਿਣਾ ਆ, ਪਰ ਜੇ ਲੀਡਰਾਂ ਦਾ ਕੋਈ ਕਾਲੀਆਂ ਝੰਡੀਆਂ ਨਾਲ ਵਿਰੋਧਤਾ ਹੋ ਜੇ ਤੇ ਸਮਝ ਲਓ ਉਹ ਤੁਹਾਡੀ ਇੱਕ ਐਕਨੋਲੇਜਮੈਂਟ, ਪੱਕੀ ਰਸੀਦ ਤੁਹਾਨੂੰ ਮਿਲ ਜਾਂਦੀ ਆ ਕਿ ਤੁਹਾਡੀ ਵੈਲਿਊ
ਇਸ ਵੇਲੇ ਰਾਜਨੀਤਿਕ ਹਲਕਿਆਂ ਦੇ ਵਿੱਚ ਕੀ ਹੈ। ਪਰ ਜੋ ਵੀ ਹੋਇਆ, ਜਿੰਨਾ ਵੀ ਹੋਇਆ, ਸਾਡਾ ਸਵਾਗਤ ਜਿਹੜਾ ਸੀ ਬੜੇ ਜੋਸ਼ੋ ਖਰੋਸ਼ ਦੇ ਨਾਲ ਬਹੁਤ ਹੀ ਸਿੱਖ ਸਮੁਦਾਇ, ਖਾਸ ਕਰਕੇ ਪੰਜਾਬੀ ਤੇ ਹੋਰ ਵੀ ਇੱਥੇ ਲੋਕਲ ਲੋਕ ਵੀ ਜਿਸ ਤਰੀਕੇ ਨਾਲ ਉਹਨਾਂ ਨੇ ਵੈਲਕਮ ਕੀਤਾ, ਸਾਨੂੰ ਲੱਗਦਾ ਕਿ ਸਾਡਾ ਜਿਹੜਾ ਸਟੇ ਇੱਥੇ ਹੈ ਜਾਂ ਜਿਹੜੇ ਵੀ ਸਾਨੂੰ ਕੰਮ ਸੌਂਪੇ ਹੈ ਉਹ ਬਹੁਤ ਹੀ ਕਾਮਯਾਬੀ ਦੇ ਵਿੱਚ ਕਾਮਯਾਬ ਹੋਣ ਵਾਲੇ ਹੈ। ਹਾਂਜੀ ਜੀ ਬਿਲਕੁਲ ਪ੍ਰੋਫੈਸਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ ਜਾਣਕਾਰੀ ਸਾਂਝੀ ਕਰਨ ਦੇ ਲਈ। ਬਹੁਤ ਬਹੁਤ ਧੰਨਵਾਦ ਸ਼ੈਰੀ, ਜੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਰਾਜੇਸ਼ ਜੀ, ਪ੍ਰੋਫੈਸਰ ਸਾਹਿਬ ਸਾਡੇ ਨਾਲ ਜੁੜੇ ਹੋਏ ਸੀ, ਬਹੁਤ ਸਾਰੀਆਂ ਮਤਲਬ ਉਹਨਾਂ ਨੇ ਜਿਹੜੀ ਜਾਣਕਾਰੀ ਤਾਂ ਦਿੱਤੀ ਹੈ ਵੀ ਅੱਗੇ ਕਿੱਥੇ ਕਿੱਥੇ ਜਾਣਾ ਔਰ ਕੀ ਪਲਾਨ ਹੈ ਔਰ ਕੱਲ ਵੀ ਕਿੱਥੇ ਕਿੱਥੇ ਕਾਨਫਰੰਸਿਸ ਕਰਨੀਆਂ, ਇਹ ਸਾਰੀ ਜਾਣਕਾਰੀ ਉਹਨਾਂ ਨੇ ਦਿੱਤੀ ਹੈ। ਵੱਡੀ ਗੱਲ ਹੈ ਰਾਜੇਸ਼ ਜੀ ਕਿ ਜਦੋਂ ਪੰਜਾਬ ਦੇ ਵਿੱਚ ਕੁਝ ਵੀ ਹੋ ਰਿਹਾ ਤਾਂ ਨੋ ਡਾਊਟ ਕਿ ਅਸੀਂ ਦੋਨੋਂ ਹੀ ਐਂਗਲ ਲੈ ਕੇ ਚੱਲ ਰਹੇ ਹਾਂ। ਕੁਝ ਲੋਕ ਵਿਰੋਧ ਕਰਦੇ ਵੀ ਨਜ਼ਰ ਆ ਰਹੇ ਨੇ, ਪਰ ਪ੍ਰੋਫੈਸਰ ਸਾਹਿਬ ਨੇ ਜਿਸ ਤਰੀਕੇ ਨਾਲ ਦੱਸਿਆ ਵੀ ਜਦੋਂ ਅਸੀਂ ਪਹੁੰਚੇ ਹਾਂ ਉੱਥੇ ਤਾਂ ਸਾਨੂੰ ਵਿਰੋਧ ਵਾਲਾ ਕੋਈ ਦਿਖਿਆ ਨਹੀਂ ਹੈ। ਮਤਲਬ ਇਹ ਵੱਡੀ ਚੀਜ਼ ਹੈ ਕਿ ਮੈਸੇਜ ਸਭ ਤੱਕ ਪਹੁੰਚ ਚੁੱਕਿਆ ਸੀ। ਹਾਲਾਂਕਿ ਕਈ ਥਾਵਾਂ ਦੇ ਉੱਤੇ ਕਿਸਾਨ ਅੰਦੋਲਨ ਨੂੰ ਲੈ ਕੇ ਕਿਸਾਨ ਆਗੂ ਜਿੱਥੇ ਜਿੱਥੇ ਪਹੁੰਚ ਰਹੇ ਨੇ ਜਾਂ ਕਿਸਾਨਾਂ ਦੀ ਆਵਾਜ਼ ਜਿੱਥੇ ਚੁੱਕੀ ਜਾ ਰਹੀ ਹੈ ਉੱਥੇ ਦੂਜੇ ਪੱਖ ਵਾਲੇ ਵਿਰੋਧ ਵੀ ਕਰਦੇ ਨਜ਼ਰ ਆ ਰਹੇ ਨੇ। ਦੇਖੋ ਬਿਲਕੁਲ ਇਹ ਗੱਲ ਬਿਲਕੁਲ ਸਹੀ ਹੈ ਕਿ ਕਿਸਾਨਾਂ ਦੀ ਇਹ ਜਿਹੜੀ ਵਿਉਂਤਬੰਦੀ ਹੈ, ਸਾਰਾ ਪ੍ਰੋਗਰਾਮ ਹੈ ਜਿਹੜਾ, ਇਹ ਹਰ ਥਾਂ ਤੇ ਪਹੁੰਚ ਚੁੱਕਿਆ ਹੈ। ਹਰ ਇੱਕ ਨੂੰ ਪਤਾ ਹੈ ਕਿ ਕਿਸਾਨਾਂ ਨੇ ਆ ਜਿਹੜਾ ਐਲਾਨ ਕੀਤਾ ਹੈ ਔਰ ਇਸ ਦੇ ਬਾਰੇ ਗੱਲਬਾਤ ਪਹਿਲਾਂ ਵੀ ਚੱਲ ਰਹੀ ਸੀ। ਰਾਜੇਵਾਲ ਸਾਹਿਬ ਪਹਿਲਾਂ ਵੀ ਕਈ ਵਾਰ ਬੋਲ ਚੁੱਕੇ ਸੀ ਕਿ ਅਸੀਂ ਜਾਵਾਂਗੇ, ਅਸੀਂ ਵਿਰੋਧ ਕਰਾਂਗੇ। ਹੁਣ ਯੋਜਨਾਬੱਧ ਢੰਗ ਨਾਲ ਇਸ ਨੂੰ ਲਾਗੂ ਕੀਤਾ ਜਾ ਰਿਹਾ ਹੈ ਔਰ ਇਸ ਦੇ ਵਿੱਚ ਕਿਉਂਕਿ ਜੇ ਬੀਜੇਪੀ ਦਾ ਹਰ ਥਾਂ ਤੇ ਵਿਰੋਧ ਹੋ ਰਿਹਾ ਹੈ, ਜਿੱਥੇ ਜਿੱਥੇ ਬੀਜੇਪੀ ਦੇ ਲੀਡਰ ਜਾਂਦੇ ਨੇ ਉੱਥੇ ਕਿਸਾਨਾਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਔਰ ਹਰਿਆਣਾ 'ਚ ਤੇ ਹੋਰ ਵੀ ਬੁਰਾ ਹਾਲ ਹੈ। ਪੰਜਾਬ ਦੇ ਵਿੱਚ ਵੀ ਬੁਰੇ ਹਾਲਾਤ ਬਣੇ ਹੋਏ ਨੇ ਬੀਜੇਪੀ ਵਾਸਤੇ। ਜਿੱਥੇ ਜਿੱਥੇ ਵੀ ਉਹਨਾਂ ਦੇ ਪ੍ਰੋਗਰਾਮ ਹੁੰਦੇ ਨੇ ਕਿਸਾਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਹੈ। ਤਾਂ ਜ਼ਾਹਿਰ ਤੌਰ ਤੇ ਇੱਥੇ ਵੀ ਉਮੀਦ ਕੀਤੀ ਜਾ ਰਹੀ ਸੀ ਕਿ ਜੇ ਕਿਸਾਨ ਨਿਕਲਦੇ ਨੇ, ਜਾਂਦੇ ਨੇ, ਤਾਂ ਉੱਥੇ ਕਿਤੇ ਨਾ ਕਿਤੇ ਅਜਿਹੀ ਤਸਵੀਰ ਸਾਹਮਣੇ ਆ ਸਕਦੀ ਹੈ। ਪਰ ਜਿੱਦਾਂ ਕਿ ਪ੍ਰੋਫੈਸਰ ਸਾਹਿਬ ਨੇ ਬਿਲਕੁਲ ਸਾਫ਼ ਕਰ ਦਿੱਤਾ ਕਿ ਅਜਿਹਾ ਕੁਝ ਨਹੀਂ ਹੋਇਆ ਔਰ ਇੱਥੋਂ ਤੱਕ ਉਹਨਾਂ ਨੇ ਗੱਲ ਕੀਤੀ ਹੈ ਕਿ ਜੇ ਅਜਿਹਾ ਹੋ ਜਾਂਦਾ ਤੇ ਹੋਰ ਹਾਈਲਾਈਟ ਹੋ ਜਾਣਾ ਸੀ ਕਿ ਜੇ ਕਿਤੇ ਵਿਰੋਧ ਕਰਦੇ ਨਜ਼ਰ ਆ ਜਾਏ ਔਰ ਉਸ ਨੂੰ ਉਹਨਾਂ ਨੇ ਪੋਜ਼ਿਟਿਵ ਵੇ ਨਾਲ ਲਿਆ ਕਿ ਜੇ ਵਿਰੋਧ ਕਿਤੇ ਨਾ ਹੁੰਦਾ ਹੈ ਤਾਂ ਉਸ ਦਾ ਉਹਨਾਂ ਨੂੰ ਫਾਇਦਾ ਪਹੁੰਚ ਸਕਦਾ ਹੈ, ਇਸ ਅੰਦੋਲਨ ਨੂੰ ਹੋਰ ਫਾਇਦਾ ਪਹੁੰਚ ਸਕਦਾ ਹੈ। ਪਰ ਖੈਰ ਹਜੇ ਹੋਰ ਥਾਵਾਂ ਤੇ ਵੀ ਉਹਨਾਂ ਨੇ ਜਾਣਾ ਹੈ। ਹਜੇ ਇਹ ਪੂਰਾ ਇੱਕ ਜਿਵੇਂ ਕਿ ਮੈਂ ਪਹਿਲੇ ਗੱਲ ਕੀਤੀ ਕਿ ਇੱਕ ਗਰੁੱਪਸ ਬਣਾਏ ਗਏ ਨੇ ਹਰ ਥਾਂ ਤੇ ਜਾਣ ਵਾਸਤੇ, ਜਿੱਥੇ ਜਿੱਥੇ ਇਲੈਕਸ਼ਨਸ ਹੋਣੇ ਨੇ ਉੱਥੇ ਉੱਥੇ ਜਾ ਕੇ ਇਹਨਾਂ ਨੇ ਪ੍ਰਚਾਰ ਕਰਨਾ ਹੈ, ਪੈਂਫਲੇਟ ਵੰਡੇ ਜਾਣੇ ਨੇ, ਹਰ ਤਰੀਕੇ ਨਾਲ ਪ੍ਰਚਾਰ ਕਰਕੇ ਦੱਸਣਾ ਹੈ ਕਿ ਬੀਜੇਪੀ ਵੈਸੇ ਤਾਂ ਜੋ ਕੁਝ ਹੋ ਰਿਹਾ ਹੈ ਉਹ ਖਾਸ ਤੌਰ ਤੇ ਪੰਜਾਬ ਦਾ, ਹਰਿਆਣਾ ਦਾ ਮੀਡੀਆ ਦੱਸ ਰਿਹਾ ਹੈ। ਹੁਣ ਉਹ ਗੱਲਾਂ ਜਿਹੜੀਆਂ ਨੈਸ਼ਨਲ ਮੀਡੀਆ ਰਾਹੀਂ ਸਾਰੇ ਦੇਸ਼ ਦੇ ਵਿੱਚ ਪਹੁੰਚਦੀਆਂ ਨੇ ਉਹ ਗੱਲਾਂ ਨਹੀਂ ਪਹੁੰਚ ਰਹੀਆਂ। ਇਹ ਗੱਲ ਵੀ ਬੜੀ ਸੋਚਣ ਵਾਲੀ, ਦੇਖਣ ਵਾਲੀ। ਹੁਣ ਕਿਸਾਨ ਨਿਕਲ ਕੇ ਗਏ ਨੇ, ਜਦੋਂ ਹੁਣ ਉਹ ਆਪਣੀਆਂ ਗੱਲਾਂ ਕਹਿਣਗੇ, ਵੱਖ-ਵੱਖ ਥਾਵਾਂ ਤੇ ਪ੍ਰੈਸ ਕਾਨਫਰੰਸਿਸ ਉਹਨਾਂ ਨੇ ਕਰਨੀਆਂ ਨੇ, ਛੋਟੀਆਂ ਛੋਟੀਆਂ ਰੈਲੀਆਂ ਕਰਨੀਆਂ ਨੇ, ਪੈਂਫਲੇਟ ਵੰਡਣੇ ਨੇ, ਆਪਣੇ ਤਰੀਕੇ ਨਾਲ ਪ੍ਰਚਾਰ ਪ੍ਰਸਾਰ ਕਰਨਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੇ ਪੰਜਾਬ 'ਚ ਮਹਿਦੂਦ ਰਹਿ ਜਾਂਦੀਆਂ ਜਾਂ ਪੰਜਾਬ ਦੇ ਮੀਡੀਆ ਰਾਹੀਂ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਗੱਲਾਂ ਜਾਂਦੀਆਂ ਨੇ ਔਰ ਦੇਸ਼ ਦੇ ਜਿਹੜੇ ਬਾਕੀ ਹਿੱਸੇ ਨੇ, ਹਿੰਦੀ ਬੈਲਟ ਕਹਿ ਸਕਦੇ ਆ ਜਾਂ ਹੋਰ ਭਾਸ਼ਾਵਾਂ ਦੀ ਜਿਹੜੀ ਬੈਲਟ ਹੈ, ਉਸ ਥਾਂ ਤੇ ਉਹ ਗੱਲਾਂ ਨਹੀਂ ਪਹੁੰਚ ਪਾਉਂਦੀਆਂ। ਹੁਣ ਉਹ ਗੱਲਾਂ ਇਸ ਵੇਲੇ ਜਿੱਥੇ ਅਸਾਮ ਦੇ ਵਿੱਚ, ਵੈਸਟ ਬੰਗਾਲ ਦੇ ਵਿੱਚ ਜਾਂ ਹੋਰਨਾਂ ਥਾਵਾਂ ਦੇ ਜਿੱਥੇ ਜਿੱਥੇ ਤਾਮਿਲਨਾਡੂ ਦੇ ਵਿੱਚ ਜਿੱਥੇ ਇਲੈਕਸ਼ਨਸ ਨੇ, ਜਦੋਂ ਕਿਸਾਨ ਜਾ ਕੇ ਉੱਥੇ ਗੱਲਾਂ ਕਰਨਗੇ ਤਾਂ ਇੱਕ ਇਹ ਵੀ ਗੱਲ ਪਹੁੰਚੇਗੀ ਕਿ ਕਿਸਾਨਾਂ ਵੱਲੋਂ ਜਿਹੜੀ ਦੱਸੀ ਗਈ ਕਿਸਾਨਾਂ ਦਾ ਪੱਖ ਜਿਹੜਾ ਹੈ ਉਹ ਲੋਕਾਂ ਨੂੰ ਪਤਾ ਲੱਗੇਗਾ ਕਿ ਉੱਥੋਂ ਦਾ ਮੀਡੀਆ ਇਹਨੂੰ ਕਵਰ ਕਰਦਾ ਹੈ ਤਾਂ ਹੋਰ ਸੁਖਾਲਾ ਹੋ ਜਾਏਗਾ ਕਿਸਾਨਾਂ ਵਾਸਤੇ ਇਹ ਕੰਮ ਕਿ ਇਹ ਕਿਸਾਨਾਂ ਦੀ ਗੱਲ ਉੱਥੇ ਲੋਕਾਂ ਦੇ ਵਿੱਚ ਪਹੁੰਚੇਗੀ ਔਰ ਇਹੀ ਕਿਸਾਨ ਚਾਹੁੰਦੇ ਨੇ ਕਿ ਉਹਨਾਂ ਦੀ ਗੱਲ ਲੋਕਾਂ ਦੇ ਵਿੱਚ ਪਹੁੰਚੇ, ਉੱਥੋਂ ਦੇ ਵੋਟਰਾਂ ਦੇ ਵਿੱਚ ਪਹੁੰਚੇ। ਤਾਂ ਜੋ ਉਹ ਚਾਹੁੰਦੇ ਨੇ ਕਿ ਉਸ ਖਿੱਤੇ ਦੇ ਵਿੱਚੋਂ ਜੇ ਬੀਜੇਪੀ ਨੂੰ ਹਾਰ ਮਿਲਦੀ ਹੈ, ਜੇ ਬੀਜੇਪੀ ਨੂੰ ਵਿਰੋਧੀ ਫਤਵਾ ਮਿਲਦਾ ਹੈ ਤਾਂ ਉਸ ਦਾ ਫਾਇਦਾ ਜਿਹੜਾ ਹੈ ਉਹ ਇਹਨਾਂ ਦੇ ਅੰਦੋਲਨ ਨੂੰ ਵੀ ਵੱਡੇ ਤਰੀਕੇ ਨਾਲ ਮਿਲ ਸਕਦਾ ਹੈ ਔਰ ਲੋਕਾਂ ਦਾ ਜਿਹੜਾ ਹੁਲਾਰਾ ਉਹ ਵੀ ਅੰਦੋਲਨ ਨੂੰ ਮਿਲ ਸਕਦਾ ਹੈ। ਇਹ ਗੱਲ ਬੜੀ ਦੇਖਣ ਵਾਲੀ ਔਰ ਸੋਚ ਸਮਝ ਕੇ ਸੰਯੁਕਤ ਮੋਰਚੇ ਵੱਲੋਂ ਇਸ ਨੀਤੀ ਦਾ ਫੈਸਲਾ ਕੀਤਾ ਗਿਆ ਜੀ। ਰਾਜੇਸ਼, ਇਸ ਤੋਂ ਇਲਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਜਿਹੜੇ ਆ ਆਪਣੇ ਧਰਨੇ ਚੁੱਕ ਲਏ ਗਏ ਨੇ, ਇਸ ਤੇ ਕੀ ਅਪਡੇਟ ਹੈ? ਦੇਖੋ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਧਰਨਾ ਜਿਹੜਾ 169 ਦਿਨ ਲਗਾਤਾਰ ਚੱਲਦਾ ਰਿਹਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਸੰਯੁਕਤ ਮੋਰਚੇ ਨੇ ਫੈਸਲਾ ਲੈ ਰਿਹਾ ਸੀ ਕਿ ਧਰਨੇ ਚੁੱਕ ਦਿੱਤੇ ਜਾਣ, ਉਹਨਾਂ ਦੇ ਫੈਸਲੇ ਦੇ ਵਿਰੁੱਧ ਵੀ ਇਹ ਧਰਨਾ ਜਿਹੜਾ ਬਦਸਤੂਰ ਚੱਲ ਰਿਹਾ ਸੀਗਾ ਔਰ ਲਗਾਤਾਰ ਚੱਲ ਰਿਹਾ ਸੀ। ਧਰਨਾ ਨਹੀਂ ਚੁੱਕਿਆ ਗਿਆ ਸੀ। ਜੰਡਿਆਲੇ ਦੇ ਵਿੱਚ, ਜੰਡਿਆਲੇ ਦਾ ਜਿਹੜਾ ਰੇਲ ਟਰੈਕ ਹੈ ਉਸ ਥਾਂ ਤੇ ਇਹ ਧਰਨਾ ਲਾਇਆ ਗਿਆ ਸੀ। ਹਾਲਾਂਕਿ ਰੇਲ ਟਰੈਕ ਦੇ ਉੱਤੇ ਨਹੀਂ ਸੀ ਪਰ ਇੱਕ ਤਰ੍ਹਾਂ ਨਾਲ ਬੰਦ ਕੀਤਾ ਗਿਆ ਸੀ, ਉਹਦੇ ਬਿਲਕੁਲ ਲਾਗੇ ਇਹ ਧਰਨਾ ਲਾਇਆ ਗਿਆ ਸੀ ਔਰ
ਕੁਝ ਜਿਹੜੀਆਂ ਟ੍ਰੇਨਸ ਆ ਰਹੀਆਂ ਸੀ ਉਹ ਵਾਇਆ ਤਰਨਤਾਰਨ ਹੋ ਕੇ ਆ ਰਹੀਆਂ ਸੀ, ਤਰਨਤਾਰਨ ਵਾਇਆ ਜਾ ਰਹੀਆਂ ਸੀ, ਔਰ ਬੜਾ ਲੰਬਾ ਇੱਕ ਰੂਟ ਪੈ ਰਿਹਾ ਸੀ। ਉਹਦੇ ਵਿੱਚ ਜਿਹੜੇ ਆਮ ਲੋਕਾਂ ਨੂੰ, ਉਹਨਾਂ ਨੂੰ ਵੀ ਬੜੀ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਰ ਉਸ ਦੇ ਬਾਵਜੂਦ ਕੋਈ ਲੋਕ ਨਹੀਂ ਬੋਲ ਰਹੇ ਸੀ ਇਸ ਗੱਲ ਨੂੰ ਲੈ ਕੇ ਕਿ ਧਰਨਾ ਜਿਹੜਾ ਕਿਸਾਨਾਂ ਦਾ ਚੱਲ ਰਿਹਾ ਹੈ ਉਹ ਲਗਾਤਾਰ ਚੱਲਦਾ ਜਾ ਰਿਹਾ ਸੀ। ਪਰ ਹੁਣ ਕਿਉਂਕਿ ਅੱਗੋਂ ਵਾਢੀ ਦਾ ਸੀਜ਼ਨ ਹੈ, ਅੱਗੋਂ ਉਸ ਤੋਂ ਬਾਅਦ ਫਿਰ ਜਿਹੜਾ ਝੋਨਾ ਲਾਉਣ ਦਾ ਸੀਜ਼ਨ ਵੀ ਆ ਜਾਣਾ, ਤਾਂ ਉੱਥੇ ਟਰੈਕਟਰਾਂ ਦੀ, ਅਜਿਹੀਆਂ ਚੀਜ਼ਾਂ ਦੀ, ਮੈਨ ਪਾਵਰ ਦੀ ਔਰ ਕਿਸਾਨਾਂ ਦੀ ਖੁਦ ਸੁਪਰਵਿਜ਼ਨ ਦੀ ਜਿਹੜੀ ਬਹੁਤ ਵੱਡੀ ਲੋੜ ਹੁੰਦੀ ਹੈ। ਉਸ ਦੇ ਮੱਦੇਨਜ਼ਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਫਿਲਹਾਲ ਇਹ ਧਰਨਾ ਚੁੱਕ ਲਿਆ ਗਿਆ ਹੈ ਤੇ ਕਿਸਾਨ ਜਿਹੜੇ ਆਪਣੇ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਦਿੱਲੀ ਵੱਲ ਵੀ ਕੂਚ ਕਰ ਰਹੇ ਨੇ, ਦਿੱਲੀ ਤੋਂ ਫਿਰ ਅੱਗੋਂ ਜਿੱਥੇ ਜਿੱਥੇ ਡਿਊਟੀਆਂ ਲੱਗ ਰਹੀਆਂ ਨੇ ਉਹ ਵੀ ਉੱਥੇ ਜਾ ਰਹੇ ਨੇ ਤੇ ਉੱਥੇ ਜ਼ਿਆਦਾ ਲੋੜ ਹੈ। ਇਸ ਕਰਕੇ ਇਹ ਇੱਥੋਂ ਧਰਨਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਚੁੱਕ ਲਿਆ ਗਿਆ ਜੀ। ਇਸ ਤੋਂ ਇਲਾਵਾ ਰਾਜੇਸ਼ ਜੀ, ਹਰਿਆਣਾ ਵਿਧਾਨ ਸਭਾ ਦੇ ਵਿੱਚ ਬੇਭਰੋਸਗੀ ਦਾ ਜਦੋਂ ਮਤਾ ਪਾਸ ਕੀਤਾ ਗਿਆ ਤਾਂ ਉਸ ਵੇਲੇ ਬਹੁਤ ਥਾਵਾਂ ਦੇ ਉੱਤੇ ਨਾਰਾਜ਼ਗੀ ਦਿਖੀ, ਸਪੈਸ਼ਲੀ ਵੱਖ-ਵੱਖ ਥਾਵਾਂ ਦੇ, ਚਾਹੇ ਕਿਤੋਂ ਵੀ ਕਿਸਾਨ ਆਏ ਹੋਏ ਸੀਗੇ, ਹਰ ਤਬਕੇ ਦੇ, ਹਰ ਸੂਬੇ ਦੇ ਕਿਸਾਨ ਦੇ ਵਿੱਚ ਨਾਰਾਜ਼ਗੀ ਦਿਖੀ ਇਸ ਮਤੇ ਤੋਂ ਬਾਅਦ। ਬਿਲਕੁਲ, ਇਹ ਦੇਖੋ ਇਹ ਬੜਾ ਰੌਲਾ ਸੀ ਇਸ ਗੱਲ ਨੂੰ ਲੈ ਕੇ ਕਿ ਬੇਭਰੋਸਗੀ ਦਾ ਮਤਾ ਆਇਆ ਹੈ, ਕਿਉਂਕਿ ਨੰਬਰ ਵੀ ਜਿਹੜਾ ਸੀਗਾ ਬੀਜੇਪੀ ਦਾ ਉਹ ਇੰਨਾ ਨਹੀਂ ਸੀ ਕਿ ਇੰਨੀ ਆਸਾਨੀ ਨਾਲ ਉਹ ਲੈ ਜਾਣ। ਤਾਂ ਇਸ ਕਰਕੇ ਜਿਹੜਾ ਨਾ ਸਿਰਫ ਇੱਕ ਸ਼ੱਕ ਸੀਗਾ ਕਿ ਇਹ ਬੇਭਰੋਸਗੀ ਦਾ ਮਤਾ ਪਾਸ ਹੋਏਗਾ ਕਿ ਨਹੀਂ ਹੋਏਗਾ, ਖਾਸ ਤੌਰ ਤੇ ਕਿਸਾਨਾਂ ਨੂੰ ਇਸ ਤੋਂ ਬੜੀ ਵੱਡੀ ਉਮੀਦ ਸੀ। ਔਰ ਕਿਸਾਨ ਤਾਂ ਫਿਰ ਕਿਸਾਨਾਂ ਦਾ ਬਿਆਨ ਆਇਆ ਹੈ, ਮੁੜ ਤੋਂ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਬੀਜੇਪੀ ਦੇ ਲੀਡਰ ਜਦੋਂ ਹੋਣਗੇ ਉਹਨਾਂ ਦਾ ਪੂਰੀ ਤਰ੍ਹਾਂ ਨਾਲ ਡਟ ਕੇ ਵਿਰੋਧ ਕੀਤਾ ਜਾਵੇਗਾ ਤੇ ਕਿਸੇ ਵੀ ਪਿੰਡ ਦੇ ਵਿੱਚ, ਕਿਸੇ ਵੀ ਥਾਂ ਤੇ ਉਹਨਾਂ ਨੂੰ ਵੜਨ ਨਹੀਂ ਦਿੱਤਾ ਜਾਏਗਾ। ਬੇਭਰੋਸਗੀ ਦਾ ਮਤਾ ਤਾਂ ਪਾਸ ਹੋ ਗਿਆ, ਜਿੱਤ ਗਏ, ਪਰ ਉਸ ਦੇ ਬਾਵਜੂਦ ਜਿਹੜਾ ਇੱਕ ਕਿਸਾਨਾਂ ਦਾ ਵਿਰੋਧ ਹੈ ਉਹ ਹੋਰ ਤਿੱਖਾ ਹੁੰਦਾ ਨਜ਼ਰ ਆ ਰਿਹਾ ਹੈ। ਬਲਕਿ ਜਦੋਂ ਪਹਿਲਾਂ ਦਾ ਵਿਰੋਧ ਹੈਗਾ ਹੀ ਸੀ, ਪਰ ਹੁਣ ਹੋਰ ਤਿੱਖਾ ਹੁੰਦਾ ਨਜ਼ਰ ਆ ਰਿਹਾ ਹੈ। ਕਿਸਾਨਾਂ ਨੇ ਬਕਾਇਦਾ ਤੌਰ ਤੇ ਆਪਣੀ ਮਹਾ ਪੰਚਾਇਤ ਕਰਕੇ ਮਤਾ ਪਾਸ ਕੀਤਾ ਹੈ ਕਿ ਉਹ ਬਿਲਕੁਲ ਇਹਨਾਂ ਲੀਡਰਾਂ ਦਾ ਵਿਰੋਧ ਕਰਦੇ ਰਹਿਣ। ਬਿਲਕੁਲ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਰਾਬਤਾ ਹੋ ਸਕੇ, ਸਾਡੇ ਸਹਿਯੋਗੀ ਨੇ ਆਸ਼ੀਸ਼, ਉਹ ਇਸ ਸੰਬੰਧੀ ਸਾਨੂੰ ਜਾਣਕਾਰੀ ਦੇ ਸਕਣ ਕਿ ਹਰਿਆਣਾ ਦੇ ਵਿੱਚ ਜਿਹੜਾ ਇਹ ਕਿਸ ਤਰੀਕੇ ਨਾਲ ਹੋ ਰਿਹਾ। ਔਰ ਕਿਹਾ ਜਾ ਰਿਹਾ ਕਿ 155 ਦੇ ਕਰੀਬ 55 ਦੇ ਕਰੀਬ ਵਿਧਾਇਕ ਨੇ ਜਿਹੜੇ ਕਿ ਨਿਸ਼ਾਨੇ ਤੇ ਆ ਚੁੱਕੇ ਨੇ, ਔਰ ਲੋਕਾਂ ਨੇ ਖਾਸ ਤੌਰ ਤੇ ਹਰਿਆਣਾ ਦੇ ਲੋਕਾਂ ਨੇ ਇਹ ਗੱਲ ਕਹਿ ਦਿੱਤੀ ਹੈ ਵੀ ਇਹਨਾਂ ਨੂੰ ਅਸੀਂ ਕਿਤੇ ਵੀ ਵੜਨ ਨਹੀਂ ਦੇਣਾ ਤੇ ਇਹਨਾਂ ਦਾ ਜਿੱਥੇ ਵੀ ਵੜਨਗੇ, ਚਾਹੇ ਉਹ ਵੋਟਿੰਗ ਜਾਂ ਕਿਸੇ ਵੀ ਤਰ੍ਹਾਂ ਦੀ ਗੱਲ ਕਰਨ ਦੇ ਲਈ, ਜਦੋਂ ਕਿਸੇ ਹਲਕੇ 'ਚ ਵੜਨਗੇ ਤੇ ਪੂਰਾ ਵਿਰੋਧ ਕੀਤਾ ਜਾਏਗਾ। ਈਵਨ ਕਿ ਤੱਕ ਉਹਨਾਂ ਨੇ ਕਿਹਾ ਵੀ ਡੰਡਿਆਂ ਦੇ ਨਾਲ ਇਹਨਾਂ ਦਾ ਸਵਾਗਤ ਕੀਤਾ ਜਾਏਗਾ। ਇਸ ਤਰੀਕੇ ਨਾਲ ਲੋਕਾਂ ਦੇ ਵਿੱਚ ਜਿਹੜਾ ਗੁੱਸਾ ਹੈ ਉਹ ਦੇਖਿਆ ਜਾ ਰਿਹਾ ਸੀ। ਕੋਸ਼ਿਸ਼ ਕਰ ਰਿਹਾ ਕਿ ਸਹਿਯੋਗੀ ਨਾਲ ਗੱਲ ਹੋ ਸਕੇ ਤੇ ਉਹ ਸਾਨੂੰ ਇਸ ਸੰਬੰਧੀ ਪੂਰਾ ਜਿਹੜਾ ਉਹ ਅਪਡੇਟ ਦੇ ਸਕਣ। ਇਸ ਤੋਂ ਇਲਾਵਾ ਰਾਜੇਸ਼ ਜੀ, ਜਦੋਂ ਪੰਜਾਬ ਦਾ ਮਾਹੌਲ ਜਿਹੜਾ ਉਹ ਕੀ ਦਿਖਾਈ ਦੇ ਰਿਹਾ, ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਵਾਢੀ ਦਾ ਵੀ ਹੁਣ ਸਮਾਂ ਹੋ ਗਿਆ, ਹੁਣ ਕੋਸ਼ਿਸ਼ ਵਾਕਈ ਮੈਨ ਪਾਵਰ ਦੀ ਰਹਿਣੀ ਹੈ ਕਿ ਮੈਨ ਪਾਵਰ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਉਹ ਇਕੱਠਾ ਹੋ ਸਕੇ ਤਾਂ ਕਿ ਕਿਸੇ ਵੀ ਤਰੀਕੇ ਨਾਲ ਜਿਹੜਾ ਕੋਈ ਕੰਮ ਨਾ ਰੁਕੇ। ਦੂਜੇ ਪਾਸੇ ਅਸੀਂ ਜਦੋਂ ਤਸਵੀਰ ਦੇਖ ਰਹੇ ਹਾਂ, ਭਰ ਭਰ ਕੇ ਟਰਾਲੀਆਂ ਹਜੇ ਵੀ ਜਿਹੜੀਆਂ ਨੇ ਉਹ ਬਾਰਡਰ ਦੇ ਉੱਤੇ, ਸਿੰਘੂ ਬਾਰਡਰ, ਟਿਕਰੀ ਬਾਰਡਰ, ਸਾਰੇ ਕਿਤੇ ਉਹ ਪਹੁੰਚ ਰਹੀਆਂ ਨੇ ਤਾਂ ਕਿ ਉੱਥੇ ਵੀ ਜਿਹੜੇ ਨੇ ਕਿਸਾਨ ਘਟਣ ਨਾ, ਉੱਥੇ ਵੀ ਬੈਠੇ ਰਹਿਣ, ਕਿਉਂਕਿ ਬਹੁਤ ਸਾਰੇ ਆਗੂ ਜਿਹੜੇ ਨੇ ਉਹ ਆਲਰੇਡੀ ਟੀਮਾਂ ਬਣਾ ਕੇ ਦੂਜੇ ਸੂਬਿਆਂ ਦੇ ਵਿੱਚ ਗਏ ਹੋਏ ਨੇ ਪ੍ਰਚਾਰ ਕਰਨ ਦੇ ਲਈ ਕਿਸਾਨ ਅੰਦੋਲਨ ਸੰਬੰਧੀ ਔਰ ਮੋਦੀ ਸਰਕਾਰ ਦੇ ਜਿਹੜੇ ਹੈ ਖਿਲਾਫਤ ਕਰਨ ਦੇ ਲਈ। ਸੋ ਅਜਿਹੇ ਦੇ ਵਿੱਚ ਹੁਣ ਕਿਵੇਂ ਸਾਰਾ ਇਹ ਚੱਲ ਰਿਹਾ ਹੈ? ਉਨੇ ਹੀ ਲੋਕ ਖੇਤਾਂ ਦੇ ਵਿੱਚ ਕੰਮ ਵੀ ਕਰਨਗੇ, ਘਰਾਂ ਨੂੰ ਵੀ ਸੰਭਾਲਣਗੇ ਤੇ ਉਨੀ ਹੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਅਜੇ ਵੀ ਕਿਸਾਨ ਅੰਦੋਲਨ ਦੇ ਵਿੱਚ ਜਾ ਕੇ ਬੈਠ ਰਹੇ ਨੇ। ਦੇਖੋ, ਇਹਦੇ ਵਿੱਚ ਵੀ ਜਿਹੜਾ ਕਿਸਾਨਾਂ ਨੇ ਪੂਰੀ ਇੱਕ ਰਣਨੀਤੀ ਤਿਆਰ ਕੀਤੀ ਹੋਈ ਹੈ। ਸੰਯੁਕਤ ਮੋਰਚੇ ਵੱਲੋਂ ਪਹਿਲਾਂ ਇਸ ਗੱਲ ਦਾ ਵੀ ਧਿਆਨ ਰੱਖਿਆ ਗਿਆ ਹੈ ਕਿਉਂਕਿ ਵਾਢੀ ਦਾ ਸੀਜ਼ਨ ਹੈ, ਉਸ ਤੋਂ ਬਾਅਦ ਝੋਨਾ ਬੀਜਣਾ ਹੈ ਔਰ ਕਿਸਾਨ ਦਾ ਮੁੱਖ ਕਿੱਤਾ ਤਾਂ ਇਹੀ ਹੈ ਖੇਤੀਬਾੜੀ। ਉਸ ਦੇ ਮੱਦੇਨਜ਼ਰ ਘਰ ਘਰ ਦੇ ਵਿੱਚ ਇਹ ਗੱਲ ਪਹੁੰਚ ਚੁੱਕੀ ਹੈ ਕਿ ਹੁਣ ਕਿਸੇ ਇੱਕ ਪਰਿਵਾਰ ਨੂੰ ਕੋਈ ਮੁਸ਼ਕਲ ਨਾ ਆਵੇ, ਜਿੰਨੇ ਟਿਕਰੀ ਬਾਰਡਰ ਤੇ ਜਾਣਾ ਹੈ ਜਾਂ ਸਿੰਘੂ ਬਾਰਡਰ ਤੇ ਜਾਣਾ ਹੈ ਜਾਂ ਕਿਤੇ ਹੋਰ ਜਾਣਾ ਹੈ, ਕਿਤੇ ਹੋਰ ਡਿਊਟੀ ਲੱਗਦੀ ਹੈ ਉਸਦੀ ਕਿਸਾਨ ਦੀ, ਤਾਂ ਉਸਦੇ ਪਰਿਵਾਰ ਦਾ ਪੂਰਾ ਖਿਆਲ ਰੱਖਿਆ ਜਾਵੇ। ਉਸਦੀ ਵਾਢੀ ਦੇ ਵਿੱਚ ਉਸਦੇ ਜਿਹੜੀ ਉਹਨੇ ਸਿੰਚਾਈ ਕਰਨੀ ਹੈ ਉਸਦੇ ਵਿੱਚ ਪੂਰਾ ਧਿਆਨ ਰੱਖਿਆ ਜਾਏ। ਇਹ ਡਿਊਟੀ ਲਾਈ ਗਈ, ਇਹ ਸਾਰਿਆਂ ਨੂੰ ਇੱਕ ਇਹ ਕਿਹਾ ਗਿਆ ਕਿ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਦੂਸਰੇ ਪਰਿਵਾਰ ਦਾ ਧਿਆਨ ਰੱਖਣ। ਜੇ ਉਹਨਾਂ ਦੇ ਘਰ ਦੇ ਵਿੱਚ ਇੱਕ ਜੀ ਹੈ ਤਾਂ ਉਸ ਤੋਂ ਤੀਸਰੇ ਪਰਿਵਾਰ ਦਾ ਧਿਆਨ ਰੱਖਣ। ਇਹ ਪੂਰਾ ਇੱਕ ਵਿਉਂਤਬੰਦੀ ਕਰ ਲਈ ਗਈ ਔਰ ਪਿੰਡਾਂ ਦੇ ਵਿੱਚ ਬਕਾਇਦਾ ਤੌਰ ਤੇ ਇਸ ਨੂੰ ਲਾਗੂ ਕੀਤਾ ਜਾ ਰਿਹਾ ਹੈ। ਜੇ ਇੱਕ ਘਰ ਦੇ ਵਿੱਚ 4 ਮੇਲ ਜੀ ਨੇ ਤੇ ਉਹਨਾਂ ਦੇ ਵਿੱਚੋਂ ਜੇ 3 ਜਣੇ ਚਲੇ ਜਾਂਦੇ ਨੇ ਤਾਂ ਇੱਕ ਜੇ ਘਰ ਰਹਿ ਜਾਂਦਾ ਹੈ, ਦੂਸਰਾ ਪਰਿਵਾਰ ਦਾ ਕੋਈ ਵਿਅਕਤੀ ਜਿਹੜਾ ਹੈ ਉਹ ਉਸ ਦੀ ਪੂਰੀ ਸਹਾਇਤਾ ਕਰ ਰਿਹਾ ਹੈ। ਇਹ ਚੀਜ਼ਾਂ ਜਿਹੜੀਆਂ ਬੜਾ ਮੇਲਜੋਲ ਵਧਾ ਕੇ ਚੱਲਦੀਆਂ ਔਰ ਇਹ ਵੀ ਕੀਤਾ ਜਾ ਰਿਹਾ ਹੈ ਕਿ ਜਿਹੜੇ ਟਿਕਰੀ ਬਾਰਡਰ ਤੇ ਜਾਂ ਹੋਰ ਬਾਰਡਰ ਤੇ ਬੈਠੇ ਹੋਏ ਨੇ
ਉਹਨਾਂ ਦੇ ਵਿੱਚੋਂ ਕਈਆਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ ਕਿ ਜਾ ਵੀ ਤੂੰ ਫਲਾਣੇ ਦੀ ਹੈਲਪ ਜਾ ਕੇ, ਔਰ ਦੂਸਰੇ ਨੂੰ ਉੱਥੇ ਸੱਦ ਲਿਆ ਜਾਂਦਾ ਹੈ। ਇਹ तमाम ਚੀਜ਼ਾਂ ਜਿਹੜੀਆਂ ਨੇ ਬੜੇ ਤਰੀਕੇ ਨਾਲ, ਬੜੀ ਸੂਝ-ਬੂਝ ਨਾਲ ਇਹ ਸਾਰੇ ਕੰਮ ਕੀਤੇ ਜਾ ਰਹੇ ਨੇ ਕਿ ਅੰਦੋਲਨ ਵੀ ਜਿਹੜਾ ਉਹ ਜ਼ੋਰ ਸ਼ੋਰ ਨਾਲ ਚੱਲਦਾ ਰਹੇ ਤੇ ਪਿੱਛੇ ਕਿਸਾਨ ਦਾ ਨੁਕਸਾਨ ਵੀ ਨਾ ਹੋਏ, ਉਸਦੀ ਖੇਤੀਬਾੜੀ ਜਿਹੜੀ ਹੈ ਉਹ ਵੀ ਸੱਜੇ ਢੰਗ ਨਾਲ ਚੱਲਦੀ ਰਹੇ। ਇਹ ਵੀ ਚੀਜ਼ਾਂ ਦਾ ਬਿਲਕੁਲ ਖਿਆਲ ਰੱਖਿਆ ਜਾ ਰਿਹਾ ਔਰ ਬੜਾ ਤਾਲਮੇਲ। ਬਿਲਕੁਲ ਰਾਜੇਸ਼ ਜੀ, ਕਈ ਥਾਵਾਂ ਦੇ ਉੱਤੇ ਕਰੋਨਾ ਵਾਇਰਸ ਕਰਕੇ ਇਕੱਠ ਜਿਹੜਾ ਉਹ ਨਹੀਂ ਕਰਨ ਦਿੱਤਾ ਜਾ ਰਿਹਾ, ਪਰ ਅੰਦੋਲਨ ਦੇ ਉੱਤੇ ਤਾਂ ਉਸਦਾ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ। ਦੇਖੋ, ਨਾ ਤੇ ਅੰਦੋਲਨ ਤੇ ਅਸਰ ਨਜ਼ਰ ਆ ਰਿਹਾ। ਅੱਜ ਹੀ ਤੁਸੀਂ ਦੇਖੋ, ਅੱਜ ਬਹੁਤ ਵੱਡਾ ਤਿਉਹਾਰ ਸੀ, ਮਹਾਸ਼ਿਵਰਾਤਰੀ ਦਾ ਤਿਉਹਾਰ ਸੀ, ਤੇ ਉਸ ਦੇ ਵਿੱਚ ਕਿਵੇਂ ਮੰਦਿਰਾਂ ਦੇ ਵਿੱਚ ਭੀੜ ਸੀ, ਲੋਕ ਮਤਲਬ ਬੰਦੇ ਤੇ ਬੰਦਾ ਚੜਿਆ ਹੋਇਆ ਸੀ, ਕਿਤੇ ਕੋਈ ਅਜਿਹਾ ਕੁਝ ਨਹੀਂ, ਨਾ ਕਿਸੇ ਕਿਸਮ ਦੀ ਕੋਈ ਸਖਤੀ ਨਜ਼ਰ ਆਈ ਨਾ ਕੁਝ। ਕਿਉਂਕਿ ਇਹ ਜਿਹੜਾ ਪੰਜਾਬ ਦੇ ਵਿੱਚ ਖਾਸ ਤੌਰ ਤੇ ਹਰਿਆਣੇ ਦੇ ਵਿੱਚ ਇਹ ਚੀਜ਼ਾਂ, ਹਾਲਾਂਕਿ ਹੁਣ ਜੋ ਖੈਰ ਉਹਦੇ ਬਾਰੇ ਵੀ ਅਸੀਂ ਗੱਲ ਕਰਾਂਗੇ, ਕਰੋਨਾ ਦੇ ਜੋ ਹਾਲਾਤ ਬਣਦੇ ਨਜ਼ਰ ਆ ਰਹੇ ਨੇ ਔਰ ਜਿਸ ਤਹਿਤ ਪਹਿਲਾਂ ਦੁਆਬੇ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਨਾਈਟ ਕਰਫਿਊ ਲਾਇਆ ਗਿਆ, ਹੁਣ ਮਾਲਵੇ ਦੇ ਵਿੱਚ ਵੀ ਸ਼ੁਰੂ ਹੋ ਗਿਆ, ਲੁਧਿਆਣਾ ਪਟਿਆਲਾ ਇੱਧਰ ਵੀ ਸ਼ੁਰੂ ਹੋ ਗਿਆ। ਸੋ ਉਸ ਪਾਸੇ ਵੱਲ ਤਾਂ ਸਰਕਾਰ ਵੱਧ ਰਹੀ ਹੈ, ਸਖਤੀ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਅਜਿਹਾ ਕੁਝ ਨਹੀਂ ਨਜ਼ਰ ਆ ਰਿਹਾ ਪਿੰਡਾਂ ਦੇ ਵਿੱਚ ਵੀ, ਜਾਂ ਦੇਖੀਏ ਤਾਂ ਜਾਂ ਜੇ ਕਿਤੇ ਕਿਸਾਨ ਵੀ ਇਕੱਠੇ ਹੁੰਦੇ ਨੇ, ਅਜਿਹਾ ਕੁਝ ਨਹੀਂ ਨਜ਼ਰ ਆ ਰਿਹਾ ਕਿ ਲੋਕ ਜਿਹੜੇ ਨੇ ਇਸ ਤੋਂ ਘਬਰਾਏ ਹੋਏ ਨੇ ਜਾਂ ਫਿਰ ਕਿਸੇ ਕਿਸਮ ਦੀ ਕੋਈ ਸਖਤੀ ਕੀਤੀ ਜਾ ਰਹੀ ਹੈ। ਅਜਿਹਾ ਕੁਝ ਨਹੀਂ ਨਜ਼ਰ ਨਹੀਂ ਆ ਰਿਹਾ। ਮਾਲਵੇ ਮਾਝੇ ਤੋਂ ਤੁਸੀਂ ਚੰਗੇ ਟੌਪਿਕ ਦਾ ਮੈਨੂੰ ਯਾਦ ਕਰਾਇਆ ਰਾਜੇਸ਼ ਜੀ। ਇਹਨਾਂ ਦਿਨਾਂ ਦੇ ਵਿੱਚ ਜਿਹੜੀ ਮਾਲਵੇ ਦੀ ਕਹਿ ਲਈਏ ਜਾਂ ਮਾਝੇ ਦੀ ਹੈ, ਇਹ ਬੜੀ ਸਿਆਸਤ ਦੇ ਵਿੱਚ ਉਥਲ-ਪੁਥਲ ਜਿਹਾ ਚੱਲ ਰਹੀ, ਖਾਸ ਕਰਕੇ ਜਦੋਂ ਮਾਝੇ ਦੀ ਗੱਲ ਕਰ ਲਈਏ। ਆਦੇਸ਼ ਪ੍ਰਤਾਪ ਕੈਰੋਂ ਤੇ ਵਿਰਸਾ ਸਿੰਘ ਵਲਟੋਹਾ ਦੇ ਵਿਚਾਲੇ ਕੀ ਕੁਝ ਚੱਲ ਰਿਹਾ, ਇਹ ਕਾਹਦੇ ਤੋਂ ਇੰਨੀ ਸਿਆਸਤ ਗਰਮਾਈ ਪਈ ਹੈ? ਦੇਖੋ, ਬਿਲਕੁਲ ਬੜੀ ਗਰਮੋ-ਗਰਮੀ ਦੋਵੇਂ ਪਾਸੋਂ ਨਜ਼ਰ ਆਈ ਔਰ ਇਸ ਦੇ ਵਿੱਚ ਖਾਸ ਤੌਰ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਆਦੇਸ਼ ਪ੍ਰਤਾਪ ਕੈਰੋਂ ਦੀ। ਆਦੇਸ਼ ਪ੍ਰਤਾਪ ਕੈਰੋਂ ਜਿਹੜੇ ਉਸ ਪਰਿਵਾਰ ਨਾਲ ਸੰਬੰਧ ਰੱਖਦੇ ਨੇ, ਕੈਰੋਂ ਪਰਿਵਾਰ, ਜਿਸ ਨੂੰ ਕਿ ਇੱਕ ਸਿਆਸਤ ਦੇ ਵਿੱਚ ਇੱਕ ਬਹੁਤ ਵੱਡੀ ਅਹਿਮੀਅਤ ਹਾਸਲ ਹੈ, ਕਿਉਂਕਿ ਜਿਸ ਤੇ ਉਹ ਪੋਤਰੇ ਨੇ ਪ੍ਰਤਾਪ ਸਿੰਘ ਕੈਰੋਂ, ਜਿਨ੍ਹਾਂ ਦੇ ਜਿਹੜੇ ਕਿ ਮੁੱਖ ਮੰਤਰੀ ਵੀ ਰਹੇ ਨੇ ਪੰਜਾਬ ਦੇ ਔਰ ਬੜਾ ਇਤਰਾਮ ਨਾਲ ਨਾਂ ਲੈਂਦਾ ਜਾ ਰਿਹਾ ਹੈ, ਤੇ ਉਹਨਾਂ ਦਾ ਅਸੈਸੀਨੇਸ਼ਨ ਹੋਇਆ ਸੀ, ਉਹਨਾਂ ਦਾ ਮੇਰਾ ਖਿਆਲ 1965 ਦੇ ਵਿੱਚ ਸ਼ਾਇਦ ਉਦੋਂ ਅਸੈਸੀਨੇਸ਼ਨ ਹੋਇਆ ਸੀ। ਔਰ ਉਹ ਪਰਿਵਾਰ ਜਿਹੜਾ ਹੈ ਉਹ ਪੀੜ੍ਹੀ ਦਰ ਪੀੜ੍ਹੀ ਚੱਲਦਾ ਆ ਰਿਹਾ। ਇਹ ਪੋਤਰੇ ਨੇ ਆਦੇਸ਼ ਪ੍ਰਤਾਪ ਕੈਰੋਂ, ਤੇ ਹੁਣ ਇਹ ਜਿਹੜੀ ਗੱਲਬਾਤ ਜਿੰਨੀ ਵੀ ਚੱਲਦੀ ਹੈ, ਇੱਕ ਸੀਟ ਨੂੰ ਲੈ ਕੇ ਚੱਲਦੀ ਹੈ, ਖੇਮਕਰਨ ਹਲਕਾ ਜਿਹੜਾ ਹੈ ਪੂਰਾ तमाम ਪੰਥਕ ਹਲਕਾ ਹੈ। ਪੱਟੀ ਲੈ ਲਓ, ਖੇਮਕਰਨ ਲੈ ਲਓ, ਇਹ ਤਰਨਤਾਰਨ ਬੈਲਟ ਲੈ ਲਓ, ਸਾਰਾ ਪੂਰਾ ਇਹਨੂੰ ਜਿਹੜਾ ਹੈ ਪੰਥਕ ਹਲਕਾ ਮੰਨਿਆ ਜਾਂਦਾ ਹੈ। ਔਰ ਇਹ ਹਲਕੇ ਦੇ ਵਿੱਚ 2 ਵਾਰ ਵਿਰਸਾ ਸਿੰਘ ਵਲਟੋਹਾ ਵਿਧਾਇਕ ਦੇ ਤੌਰ ਤੇ ਜਿੱਤੇ ਤੇ ਮੰਤਰੀ ਬਣੇ। ਇਸ ਤੋਂ ਇਲਾਵਾ 4 ਵਾਰ ਜਿਹੜੇ ਹੁਣ ਖੇਮਕਰਨ ਵੱਲ ਫੇਰ ਮੂੰਹ ਕੀਤਾ, ਜਿਨ੍ਹਾਂ ਨੇ ਪੱਟੀ ਤੋਂ ਵਿਧਾਇਕ ਸਨ, ਆਦੇਸ਼ ਪ੍ਰਤਾਪ ਕੈਰੋਂ, ਤੇ 4 ਵਾਰ ਉੱਥੋਂ ਜਿੱਤੇ ਸੀ ਔਰ ਮੰਤਰੀ ਵੀ ਬਣੇ ਸਰਕਾਰ ਦੇ ਵਿੱਚ ਆਦੇਸ਼ ਪ੍ਰਤਾਪ ਕੈਰੋਂ। ਉਹਨਾਂ ਦਾ ਵੀ ਉੱਥੇ ਇੱਕ ਤਰ੍ਹਾਂ ਦਾ ਇਹ ਨਹੀਂ ਕਹਿ ਸਕਦੇ ਬਿਲਕੁਲ ਜਿੱਦਾਂ ਦਾਅਵਾ ਕਰ ਰਹੇ ਨੇ ਵਿਰਸਾ ਸਿੰਘ ਵਲਟੋਹਾ ਕਿ ਉੱਥੇ ਬਿਲਕੁਲ ਆਧਾਰ ਨਹੀਂ ਹੈ, ਉਸ ਚੀਜ਼ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ ਉਸੇ ਥਾਂ ਤੋਂ 4 ਵਾਰ ਉਹ ਜਿੱਤੇ ਸੀ। ਔਰ ਇਹ ਜਿਹੜੀ ਖਹਿਬਾਜ਼ੀ ਆਪਸ ਦੇ ਵਿੱਚ ਚੱਲਦੀ ਹੈ, ਉਹ ਉਸੇ ਸੀਟ ਨੂੰ ਲੈ ਕੇ ਚੱਲਦੀ ਹੈ, ਉਸ ਚੀਜ਼ ਵੱਲ ਮੋੜਾ ਪਾਉਣਾ ਚਾਹੁੰਦੇ ਨੇ। ਔਰ ਇਹ ਹੀ ਨਹੀਂ, ਸਿਰਫ ਉਹ ਪੱਟੀ ਵੀ ਨਹੀਂ ਛੱਡਣਾ ਚਾਹੁੰਦੇ, ਖੇਮਕਰਨ ਵੀ ਨਹੀਂ ਛੱਡਣਾ ਚਾਹੁੰਦੇ, ਇੱਥੋਂ ਤੱਕ ਕਿ ਜੰਡਿਆਲਾ ਵੀ ਨਹੀਂ ਛੱਡਣਾ ਚਾਹੁੰਦੇ ਕਿ ਜੰਡਿਆਲਾ ਵੀ ਅਸੀਂ ਹਾਸਲ ਕਰ ਲਈਏ। ਇਸ ਕਰਕੇ ਰਾਜੇਸ਼ ਜੀ, ਇਹ ਸਿਆਸੀ ਮੁੱਦਾ, ਇਸ ਦੇ ਉੱਤੇ ਅਸੀਂ ਬੜੇ ਰਵਾਂਗੇ ਕਿਉਂਕਿ ਬਹੁਤ ਸਾਰੀ ਅਸੀਂ ਇਹਦੇ ਤੇ ਗੱਲ ਕਰਨੀ ਹੈ। ਇਸ ਤੋਂ ਪਹਿਲਾਂ ਮੈਂ ਆਪਣੇ ਸਹਿਯੋਗੀ ਨਾਲ ਕੋਸ਼ਿਸ਼ ਕਰ ਰਹੀ ਸੀ ਕਿ ਕੰਟੈਕਟ ਹੋ ਸਕੇ ਤੇ ਆਪਾਂ ਜਾਣਕਾਰੀ ਲੈ ਸਕੀਏ। ਆਸ਼ੀਸ਼ ਸਾਡੇ ਸਹਿਯੋਗੀ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ, ਉਹਨਾਂ ਤੋਂ ਅਸੀਂ ਜਾਣਕਾਰੀ ਲਵਾਂਗੇ ਕਿ ਹਰਿਆਣਾ ਦੇ ਵਿੱਚ ਜਿਹੜਾ ਕੀ ਕੁਝ ਚੱਲ ਰਿਹਾ, ਔਰ ਖਾਸ ਕਰਕੇ ਜਦੋਂ ਬੇਭਰੋਸਗੀ ਦਾ ਜਿਹੜਾ ਮਤਾ ਪਾਸ ਹੋਇਆ, ਉਸ ਨੂੰ ਲੈ ਕੇ ਹਰਿਆਣਾ ਦੇ ਕਿਸਾਨਾਂ ਦੇ ਵਿੱਚ ਕਾਫੀ ਨਾਰਾਜ਼ਗੀ ਜਿਹੜੀ ਹੈ ਉਹ ਦੇਖੀ ਜਾ ਰਹੀ ਹੈ। ਇਸ ਨਾਰਾਜ਼ਗੀ ਨੂੰ ਲੈ ਕੇ ਕਾਫੀ ਹੱਦ ਤੱਕ ਕਿਸਾਨਾਂ ਨੇ ਇਹ ਕਹਿ ਦਿੱਤਾ ਹੈ ਕਿ ਕਈ ਵਿਧਾਇਕ ਅਜਿਹੇ ਲਿਸਟ ਦੇ ਵਿੱਚ ਨੇ ਜਿਨ੍ਹਾਂ ਨੂੰ ਉਹ ਕਹਿੰਦੇ ਨੇ ਕਿ ਅਸੀਂ ਵੜਨ ਹੀ ਨਹੀਂ ਦੇਣਾ ਇਲਾਕਿਆਂ ਦੇ ਵਿੱਚ। ਆਸ਼ੀਸ਼, ਇਸ ਵੇਲੇ ਆਸ਼ੀਸ਼ ਤੁਸੀਂ ਲਾਈਵ ਦੇ ਵਿੱਚੋਂ ਮਾਰਨਿੰਗ ਸ਼ੋਅ ਦੇ ਵਿੱਚ ਚੈਨਲ ਪੰਜਾਬੀ ਦੇ। ਆਸ਼ੀਸ਼, ਜਾਣਕਾਰੀ ਇਸ ਵੇਲੇ ਕੀ ਮਿਲ ਰਹੀ ਹੈ ਹਰਿਆਣਾ ਦੇ ਵਿੱਚ, ਜਿਹੜਾ ਕਿੰਨੇ ਵਿਧਾਇਕ ਕਹਿ ਰਹੇ ਨੇ ਕਿ ਅਸੀਂ ਵੜਨ ਨਹੀਂ ਦੇਣੇ ਪਿੰਡਾਂ ਦੇ ਵਿੱਚ ਜਾਂ ਹੋਰ ਤਬਕਿਆਂ ਦੇ ਵਿੱਚ, ਔਰ ਕਿਸ ਤਰੀਕੇ ਦੀ ਉੱਥੇ ਲੋਕਾਂ ਦੇ ਵਿੱਚ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ, ਖਾਸ ਤੌਰ ਤੇ ਜਦੋਂ ਦਾ ਹਰਿਆਣਾ ਵਿਧਾਨ ਸਭਾ ਦੇ ਵਿੱਚ ਬੇਭਰੋਸਗੀ ਦਾ ਜਿਹੜਾ ਮਤਾ ਹੈ ਉਹਨੂੰ ਪਾਸ ਕੀਤਾ ਗਿਆ? ਕੀ ਅਪਡੇਟ ਦੇਣਾ ਚਾਹੋਗੇ? ਆਸ਼ੀਸ਼, ਤੁਸੀਂ ਹਿੰਦੀ ਲੈਂਗੁਏਜ ਦੇ ਵਿੱਚ ਕੰਫर्टेबल हो, ਤੁਸੀਂ हिंदी च बोल सकते हो। बिल्कुल शहरी। और देखो, आप जाहिर है कि सबसे पहले तो जितनी भी कनाडा की जनता और विदेश में सुनने वाले, आप हमारे चैनल को सुनने वाले लोग हैं, देखने वाले लोग हैं, उन सभी को भारत से बहुत बहुत सारा प्यार।
और दूसरी बात यह है कि जिस तरह की राजनीति हिंदुस्तान के भीतर इस वक्त चल रही है, अगर हम इसको समझें तो सबसे पहली बात तो यही कि केंद्र का कृषि कानून, जिसके खिलाफ हिंदुस्तान के भीतर किसानों के अंदर एक गुस्सा दिखाई पड़ा। यहाँ पर सबसे बड़े जो किसान नेता के तौर पर राकेश टिकैत नजर आए, राकेश टिकैत के साथ में तमाम राजनीतिक दलों के लोग नजर आए। खासकर अगर कांग्रेस पार्टी की बात करें तो कांग्रेस पार्टी के जो कर्ता धर्ता हैं सांसद राहुल गांधी, उनकी तरफ से बार बार ये कहा गया कि हमारा स्टैंड क्लियर है। तो कहीं ना कहीं आप ये समझ सकते हैं कि जितने भी स्टेट जहां पर भारतीय जनता पार्टी इस वक्त सत्ता में है, वहां पर विपक्ष के तौर पर जो भूमिका कांग्रेस पार्टी की है वो बड़ी पुरजोर है। कहीं से भी विपक्ष में बैठी हुई कांग्रेस पार्टी ये मौका नहीं गंवाना चाहती, क्योंकि धीरे धीरे कहीं ना कहीं पूरा ही देश जो है वो एक बार फिर से चुनावों की तरफ बढ़ रहा है। अभी हमारे यहाँ अगर आप देखें तो 5 राज्यों में होने वाले विधानसभा चुनाव के लिए भी कहीं ना कहीं एक लिटमस टेस्ट हो जाता है कि अगर किसी राज्य में आपकी सरकार पर संकट आ जाए। और तब तो बिल्कुल जब आप खुद देखें कि खट्टर सरकार के पक्ष में 55 वोट पड़े, लेकिन वोट पड़ने से पहले की स्थिति क्या थी? लगातार भूपेंद्र सिंह हुड्डा की अगर हम बात करें, वो सदन के भीतर यही बात कह रहे थे कि हम अविश्वास प्रस्ताव लाएंगे और इसको पास करके दिखाएंगे। वो अलग बात है कि मुख्यमंत्री मनोहर लाल खट्टर की तरफ से बार बार ये कहा जा रहा था कि आप अविश्वास प्रस्ताव लाएंगे, हम विश्वास प्रस्ताव लाएंगे। तो ये दोनों तरफ का एक टग ऑफ वॉर जो चल रहा था, उसमें कहीं ना कहीं मुख्यमंत्री मनोहर लाल खट्टर की जीत हुई है। लेकिन जहां तक सवाल आपका शहरी किसानों को लेकर था, किसान अभी भी हरियाणा का है, वो पंजाब के किसानों के साथ मिलकर लगातार केंद्र के कृषि कानून की बात हो या फिर कृषि कानून को लेकर बीजेपी सरकार का हरियाणा में स्टैंड हो, उन दोनों के खिलाफ नजर आता है। शरी जी बिल्कुल। आशीष, बहुत बहुत शुक्रिया जानकारी साझी करने के लिए। जी राजेश जी, ਅਸੀਂ ਗੱਲ ਕਰ ਰਹੇ ਸੀਗੇ ਔਰ ਨੋ ਡਾਊਟ ਕਿ ਜਦੋਂ ਸਾਡੇ ਸਹਿਯੋਗੀ ਮਿਲੇ ਤਾਂ ਹਰਿਆਣਾ ਦਾ ਅਪਡੇਟ ਜਾਨਣਾ ਜਿਹੜਾ ਬਹੁਤ ਜ਼ਰੂਰੀ ਸੀਗਾ। ਖੈਰ ਅਸੀਂ ਗੱਲ ਕਰ ਰਹੇ ਸੀਗੇ ਇਸ ਵੇਲੇ ਮਾਝੇ ਦੀ ਜਿਹੜੀ ਸਿਆਸਤ ਹੈ ਉਹ ਪੱਕੀ ਹੋਈ ਹੈ, ਉਸੇ ਤੁਸੀਂ ਆਪਣੀ ਗੱਲ ਪਲੀਜ਼ ਕੰਪਲੀਟ ਕਰ ਸਕਦੇ ਹੋ। देखो बिल्कुल रेड़का था सारा, ये सीट का रेड़का है। और क्योंकि 15 तरीक ਨੂੰ ਇੱਕ ਬੜੀ ਵੱਡੀ ਰੈਲੀ ਰੱਖੀ ਹੋਈ ਹੈ, ਅਮਰਕੋਟ ਹੈ ਖੇਮਕਰਨ ਦਾ ਇੱਕ ਇਲਾਕਾ, ਉਸ ਥਾਂ ਤੇ ਵਿਰਸਾ ਸਿੰਘ ਵਲਟੋਹਾ ਵੱਲੋਂ ਉਸ ਦੀ ਅਗਵਾਈ ਦੇ ਵਿੱਚ ਇੱਕ ਰੈਲੀ ਰੱਖੀ ਗਈ ਹੈ ਔਰ ਉਸ ਦੇ ਵਿੱਚ ਸੁਖਬੀਰ ਬਾਦਲ ਨੇ ਸ਼ਿਰਕਤ ਕਰਨੀ ਹੈ। ਹੁਣ ਸੁਖਬੀਰ ਬਾਦਲ ਦੇ ਆਉਣ ਤੋਂ ਪਹਿਲਾਂ ਇੱਕ ਕਿਹਾ ਗਿਆ ਹੈ ਦੋਨਾਂ ਲੀਡਰਾਂ ਨੂੰ ਕਿ ਹੁਣ ਤੁਸੀਂ ਚੁੱਪ ਰਹੋ, ਸ਼ਾਂਤ ਰਹੋ, ਜੋ ਕਰਾਂਗੇ ਉੱਥੇ ਆ ਕੇ ਕਰਾਂਗੇ, ਤੁਹਾਡੀ ਆਪਸ ਦੇ ਵਿੱਚ ਗੱਲਬਾਤ ਕਰਕੇ ਫੈਸਲਾ ਕਰਾਂਗੇ। ਇਹ ਗੱਲ ਜਿਹੜੀ ਹੈ ਸੁਖਬੀਰ ਬਾਦਲ ਦੋਵਾਂ ਲੀਡਰਾਂ ਨੂੰ ਕਹਿ ਸਾਡੀ ਟੀਮ ਨੇ ਵੀ ਕੋਸ਼ਿਸ਼ ਕੀਤੀ ਸੀਗੀ ਰਾਜੇਸ਼ ਜੀ ਕਿ ਅਸੀਂ ਵਿਰਸਾ ਸਿੰਘ ਵਲਟੋਹਾ ਤੋਂ ਉਹਨਾਂ ਦਾ ਰਿਐਕਸ਼ਨ ਜਾਣ ਸਕੀਏ। ਉਹਨਾਂ ਨੂੰ ਅਸੀਂ ਕਿਹਾ ਸੀ ਵੀ ਤੁਸੀਂ ਚੈਨਲ ਤੇ ਆਓ, ਸਾਡੇ ਨਾਲ ਗੱਲਬਾਤ ਕਰੋ ਤੇ ਸਾਨੂੰ ਇਸ ਮੁੱਦੇ ਸੰਬੰਧੀ ਜਾਣਕਾਰੀ ਦਿਓ। ਥੋੜੀ ਦੇਰ ਪਹਿਲਾਂ ਹੀ ਉਹਨਾਂ ਨੇ ਮੈਨੂੰ ਇਹ ਜਵਾਬ ਦਿੱਤਾ ਸੀ ਕਿ ਹਜੇ ਮੈਂ ਇਸ ਟੌਪਿਕ ਤੇ ਕੁਝ ਨਹੀਂ ਕਹਿਣਾ ਚਾਹੁੰਦਾ, ਕਿਉਂਕਿ ਜਦੋਂ ਦੁਬਾਰਾ ਤੋਂ ਆਦੇਸ਼ ਪ੍ਰਤਾਪ ਕੈਰੋ ਕੁਝ ਬੋਲਣਗੇ ਜਾਂ ਕੁਝ ਕਹਿਣਗੇ ਮੈਂ ਫਿਰ ਟਿੱਪਣੀ ਕਰਾਂਗਾ। ਜਦਕਿ ਕੱਲ ਇਹ ਦੋਹੇ ਲੀਡਰ ਜਿਹੜੇ ਨੇ ਉਹ ਇੱਕ ਦੂਜੇ ਖਿਲਾਫ ਬੋਲਣ ਤੋਂ ਗੁਰੇਜ਼ ਨਹੀਂ ਕਰ ਰਹੇ ਸੀ। ਤੇ ਵਾਕਈ ਤੁਸੀਂ ਸਹੀ ਕਹਿ ਰਹੇ ਹੋ ਵੀ ਹੁਣ ਜਿਹੜੀ ਇਹਨਾਂ ਦੀ ਹਾਈ ਕਮਾਂਡ ਹੈ ਕਹਿ ਸਕਦੇ ਹਾਂ, ਉਹਨਾਂ ਨੇ ਇਹਨਾਂ ਨੂੰ ਰੋਕ ਦਿੱਤਾ ਕਿ ਦੋਵੇਂ ਜਣੇ ਸ਼ਾਂਤ ਰਹੋ, ਚੁੱਪ ਰਹੋ, ਮਾਹੌਲ ਨੂੰ ਦੇਖਦੇ ਹੋਏ ਹੈ, ਅੱਜ ਕੋਈ ਰਿਐਕਸ਼ਨ ਦੇਣ ਲਈ ਤਿਆਰ ਨਹੀਂ ਹੈ। ਪਰ ਇਸ ਤੋਂ ਪਹਿਲਾਂ ਪੜਾਸ ਤਾਂ ਚੰਗੀ ਕੱਢ ਦਿੱਤੀ ਇਹਨਾਂ ਨੇ ਔਰ ਉਹ ਜਿਹੜੀ ਪੜਾਸ ਜਿਹੜੀ ਉਹ ਵੀ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਜਿਹੜੀ ਵਾਇਰਲ ਹੋ ਰਹੀਆਂ ਚੀਜ਼ਾਂ। ਰਾਜੇਸ਼ ਜੀ, ਖੇਮਕਰਨ ਇਲਾਕਾ ਜਿਹੜਾ ਹੈ ਵਿਰਸਾ ਸਿੰਘ ਵਲਟੋਹਾ ਦਾ ਹੈ ਤੇ ਉਹਦੇ ਉੱਤੇ ਹੁਣ ਆਦੇਸ਼ ਪ੍ਰਤਾਪ ਕੈਰੋ ਦਾ ਇਹ ਕਹਿਣਾ ਵੀ ਉਹ ਆਪਣੇ ਪਰਿਵਾਰਕ ਮੈਂਬਰ ਨੂੰ ਉਸ ਸੀਟ ਤੋਂ ਜਿਹੜਾ ਉਹ ਉਤਾਰਨਗੇ, ਉਥੋਂ ਚੋਣ ਲੜਾਉਣਗੇ। ਇਹਦੇ ਕਿਉਂ ਆਦੇਸ਼ ਪ੍ਰਤਾਪ ਕੈਰੋ ਦੇ ਵੱਲੋਂ ਇਹ ਬਿਆਨਬਾਜ਼ੀ ਕੀਤੀ ਗਈ ਹੈ, ਕਿਉਂ ਇਹ ਗੱਲ ਕਹੀ ਗਈ ਹੈ? ਦੇਖੋ ਸਭ ਤੋਂ ਵੱਡੀ ਗੱਲ ਕਿ ਇਹ ਜਿਹੜਾ ਕੈਰੋ ਪਰਿਵਾਰ ਹੈ ਇਹ ਉਸ ਇਲਾਕੇ 'ਚ ਆਪਣੀ ਸਰਦਾਰੀ ਸਮਝਦਾ ਆ ਰਿਹਾ ਸ਼ੁਰੂ ਤੋਂ। ਹਾਲਾਂਕਿ 2 ਵਾਰ ਉੱਥੋਂ ਵਿਰਸਾ ਸਿੰਘ ਵਲਟੋਹਾ ਜਿੱਤ ਹਾਸਲ ਕਰ ਚੁੱਕੇ ਨੇ ਔਰ ਇਸ ਵੇਲੇ ਆਧਾਰ ਵੀ ਬਣਾਇਆ ਹੋਇਆ ਹੈ ਜ਼ਾਹਿਰ ਤੌਰ ਤੇ, ਕਿਉਂਕਿ ਹੁਣ ਕੰਮ ਕਾਫੀ ਦੇਰ ਤੋਂ ਵਿਰਸਾ ਸਿੰਘ ਵਲਟੋਹਾ ਉੱਥੇ ਕਰ ਰਹੇ ਨੇ। ਔਰ ਸਭ ਤੋਂ ਜ਼ਿਆਦਾ ਵਿਰਸਾ ਸਿੰਘ ਵਲਟੋਹਾ ਨੂੰ ਪਿੰਚ ਵੀ ਇਹ ਗੱਲ ਹੋ ਰਹੀ ਹੈ ਕਿ ਉਹ ਲੰਮੇ ਸਮੇਂ ਤੋਂ ਉਸ ਤਰ੍ਹਾਂ ਤੋਂ ਕੰਮ ਕਰਦੇ ਆ ਰਹੇ ਨੇ, 2 ਵਾਰ ਉੱਥੋਂ ਜਿੱਤ ਵੀ ਹਾਸਲ ਕੀਤੀ ਹੈ। ਤੇ ਹੁਣ ਇੱਕ ਪੱਟੀ ਹਲਕਾ ਜਿਹੜਾ ਦਿੱਤਾ ਹੋਇਆ ਹੈ ਆਦੇਸ਼ ਪ੍ਰਤਾਪ ਕੈਰੋ ਨੂੰ, ਤੇ ਉਸਦੇ ਬਾਵਜੂਦ ਫਿਰ ਉਹ ਉਧਰ ਕਿਉਂ ਜਿਹੜਾ ਆਪਣੇ ਪਰਿਵਾਰ ਨੂੰ ਲਿਆਉਣਾ ਚਾਹੁੰਦੇ ਨੇ। ਸਭ ਤੋਂ ਵੱਡੀ ਗੱਲ ਦੇਖੋ ਇਹ ਪਰਿਵਾਰਾਂ ਦਾ ਮਾਮਲਾ ਹੈ, ਇੱਕ ਵੱਡੇ ਪਰਿਵਾਰ ਦਾ ਮਾਮਲਾ ਹੈ ਕਿ ਜਿਸ ਕਰਕੇ ਇਹ ਸਾਰੀ ਗੱਲ ਹੋ ਰਹੀ ਹੈ, ਕਿਉਂਕਿ ਬਾਦਲ ਸਾਹਿਬ ਦਾ ਜਵਾਈ ਹੋਣਾ ਇੱਕ ਵੱਡੀ ਕੁਆਲੀਫਿਕੇਸ਼ਨ ਮੰਨਿਆ ਜਾ ਸਕਦਾ ਹੈ, ਇਸ ਗੱਲ ਨੂੰ ਇਨਕਾਰ ਨਹੀਂ ਕੀਤਾ ਜਾ ਸਕਦਾ। ਔਰ ਵਿਰਸਾ ਸਿੰਘ ਵਲਟੋਹਾ ਵੀ ਇਹੀ ਗੱਲ ਕਹਿ ਰਹੇ ਨੇ ਕਿ ਉਹਨਾਂ ਕੋਲ ਹੋਰ ਕੁਝ ਨਹੀਂ, ਸਿਰਫ ਇਹੀ ਹੈ ਕਿ ਉਹ ਬਾਦਲ ਸਾਹਿਬ ਦੇ ਜਵਾਈ ਨੇ। ਔਰ ਹੋਰ ਗੱਲਾਂ ਵੱਲ ਜੇ ਆਪਾਂ ਇਗਨੋਰ ਵੀ ਕਰ ਦਈਏ, ਹੋਰ ਪਾਸੇ ਵੱਲ ਨਾ ਵੀ ਦੇਖੀਏ, ਤਾਂ ਵਾਕਿਆ ਹੀ ਇੱਕ ਵੱਡੀ ਕੁਆਲੀਫਿਕੇਸ਼ਨ ਮੰਨੀ ਜਾ ਰਹੀ ਹੈ। ਔਰ ਖਾਸ ਤੌਰ ਤੇ ਇਸ ਬਾਦਲ ਪਰਿਵਾਰ ਦੇ ਵਿੱਚ ਆਪਾਂ ਜੇ ਹੋਰ ਰਿਸ਼ਤਿਆਂ ਵੱਲ ਵੀ ਝਾਤ ਮਾਰੀਏ ਤਾਂ ਇਹ ਗੱਲਾਂ ਬਿਲਕੁਲ ਸਾਹਮਣੇ ਆਉਂਦੀਆਂ ਨੇ
ਤੁਹਾਨੂੰ ਯਾਦ ਹੋਏਗਾ ਕਿ ਇੱਕ ਵਾਰੀ ਖਾਲਸਾ ਕਾਲਜ ਦੇ ਵਿੱਚ ਵੱਡੇ ਬਾਦਲ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਇੱਕ ਵਾਰੀ ਪੂਰਾ ਆਪਣੇ ਪਰਿਵਾਰ ਦਾ ਵੇਰਵਾ ਦੇ ਦਿੱਤਾ ਸੀਗਾ ਕਿ ਮੈਂ ਆਪਣੇ ਪਰਿਵਾਰ ਚ ਵਿਕਰਮ ਮਜੀਠੀਆ ਨੂੰ ਸੰਬੋਧਨ ਕਰਦੇ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਆ ਵੀ ਕਰ ਦਿੱਤਾ ਹੋਰ ਦੱਸੋ ਮੈਂ ਕੀ ਕਰਾਂ। ਇਹ ਗੱਲਾਂ ਤਮਾਮ ਔਰ ਇਹ ਇਲਜ਼ਾਮ ਜਿਹੜੇ ਨੇ ਉਹ ਖੁਦ ਵਿਕਰਮ ਮਜੀਠੀਆ ਤੇ ਵੀ ਲੱਗਦੇ ਨੇ। ਇਹ ਰਿਸ਼ਤੇਦਾਰੀ ਦੇ ਜਿਹੜੇ ਇਲਜ਼ਾਮ ਨੇ। ਦੇਖੋ ਰਾਜੇਸ਼ ਜੀ, ਜੇ ਰਿਸ਼ਤੇਦਾਰੀ ਦੀ ਗੱਲ ਕਰੀਏ ਤਾਂ ਬੇਸ਼ੱਕ ਆਦੇਸ਼ ਪ੍ਰਤਾਪ ਕੈਰੋ ਜਿਹੜੇ ਨੇ ਉਹ ਜਵਾਈ ਨੇ ਬਾਦਲ ਪਰਿਵਾਰ ਦੇ, ਔਰ ਇਸ ਤੋਂ ਇਲਾਵਾ ਵਿਰਸਾ ਸਿੰਘ ਵਲਟੋਹਾ ਨੇ ਉਹ ਕਿਤੇ ਨਾ ਕਿਤੇ ਵਿਕਰਮ ਮਜੀਠੀਆ ਦੇ ਬਹੁਤ ਨਜ਼ਦੀਕ ਮੰਨੇ ਜਾਂਦੇ ਨੇ। ਹੁਣ ਇੱਕ ਪਾਸੇ ਬਾਦਲ ਪਰਿਵਾਰ ਦਾ ਜਵਾਈ ਤੇ ਦੂਜੇ ਪਾਸੇ ਵਿਕਰਮ ਮਜੀਠੀਆ ਦੇ ਨਜ਼ਦੀਕੀ ਮੰਨੇ ਜਾਣ ਵਾਲੇ ਵਿਰਸਾ ਸਿੰਘ ਵਲਟੋਹਾ, ਸੋ ਦੋਵਾਂ ਦਾ ਕਿਤੇ ਨਾ ਕਿਤੇ ਕੱਦ ਤਾਂ ਬਰਾਬਰ ਤੇ ਆ ਹੀ ਜਾਂਦਾ ਹੈ। ਹੁਣ ਜਦੋਂ ਦੋਹਾਂ ਸਾਈਡਾਂ ਦੇ ਵਿੱਚੋਂ ਕਿਸੇ ਦਾ ਵੀ ਪੱਖ ਪੂਰਿਆ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਜੇ ਵਲਟੋਹਾ ਦਾ ਪੱਖ ਪੂਰਿਆ ਜਾਂਦਾ ਹੈ ਤਾਂ ਉਸ ਦੇ ਵਿੱਚ ਬਾਦਲ ਪਰਿਵਾਰ ਨਾਰਾਜ਼ਗੀ ਕਰ ਸਕਦਾ ਹੈ, ਤੇ ਜੇ ਕੈਰੋ ਦਾ ਪੱਖ ਪੂਰਿਆ ਜਾਂਦਾ ਤਾਂ ਕਿਤੇ ਨਾ ਕਿਤੇ ਵਿਕਰਮ ਮਜੀਠੀਆ ਨੂੰ ਸ਼ਾਇਦ ਇਹ ਗੱਲ ਪਸੰਦ ਨਾ ਆਵੇ। ਸੋ ਇਹ ਲੜਾਈ ਹੁਣ ਕੀ ਕਹੀ ਜਾ ਸਕਦੀ ਹੈ? ਇਹ ਪਰਿਵਾਰ ਦੀ ਲੜਾਈ ਹੈ ਜਾਂ ਫਿਰ ਪਾਰਟੀ ਦੀ ਹੈ? ਦੇਖੋ, ਨੋ ਡਾਊਟ ਕਿ ਵਿਰਸਾ ਸਿੰਘ ਵਲਟੋਹਾ ਦਾ ਵੀ ਪਾਰਟੀ ਦੇ ਵਿੱਚ ਇਸ ਵੇਲੇ ਵੱਡਾ ਕੱਦ ਹੈ। ਇਹ ਨਹੀਂ ਕਹਿ ਸਕਦੇ ਉਸ ਢੰਗ ਨਾਲ ਇਗਨੋਰ, ਪਾਰਟੀ ਦੇ ਪੱਖੋਂ ਉਹਨਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਪਰ ਦੂਸਰੇ ਪਾਸੇ ਇਹ ਹੈ ਕਿ ਇਹ ਜਿਹੜੀ ਲੜਾਈ ਹੈ ਇਹ ਆਪਸ ਦੇ ਵਿੱਚ ਜੋ ਚੱਲ ਰਹੀ ਹੈ ਉਹ ਲੜਾਈ ਅੱਜ ਤੋਂ ਨਹੀਂ ਚੱਲਦੀ, ਉਹ ਧੁਖਦੀ ਆ ਰਹੀ ਹੈ, ਬੜੇ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ। ਔਰ ਉਦੋਂ ਤੋਂ ਚੱਲਦੀ ਆ ਰਹੀ ਹੈ ਜਦੋਂ ਉਸ ਵੇਲੇ ਖੇਮਕਰਨ ਹਲਕਾ ਦਿੱਤਾ ਗਿਆ ਸੀਗਾ, ਔਰ ਉਸ ਤੋਂ ਬਾਅਦ ਫਿਰ ਜਦੋਂ ਚੋਣਾਂ ਹੋਣੀਆਂ ਸੀ, ਫਿਰ ਜਦੋਂ ਸੀਟਾਂ ਦਿੱਤੀਆਂ ਜਾਣੀਆਂ ਸੀ, ਫਿਰ ਇਹ ਮੁੱਦਾ ਉੱਠਿਆ। ਹੁਣ ਫਿਰ ਕਿਉਂਕਿ ਚੋਣਾਂ ਆਉਣ ਵਾਲੀਆਂ ਨੇ, ਹੁਣ ਫਿਰ ਇੱਕ ਵਾਰ ਫਿਰ ਮੁੱਦਾ ਇਹ ਉੱਠ ਗਿਆ ਹੈ। ਔਰ ਇਸ ਵਾਰੀ ਜਿਹੜੀ ਆ ਉਹ ਗਰਮੀ ਜਿਹੜੀ ਬਾਹਰ ਨਿਕਲ ਆਈ ਸੋਸ਼ਲ ਮੀਡੀਆ ਦਾ, ਕਿਉਂਕਿ ਹੁਣ ਦੌਰ ਹੈ। ਹੁਣ ਸੋਸ਼ਲ ਮੀਡੀਆ ਤੇ ਹੀ ਇੱਕ ਵੀਡੀਓ ਵਾਇਰਲ ਹੋਈ ਸੀ ਆਦੇਸ਼ ਪ੍ਰਤਾਪ ਕੈਰੋ ਦੀ ਕਿ ਜਦੋਂ ਉਹ ਲੋਕਾਂ ਨਾਲ ਗੱਲ ਕਰ ਰਹੇ ਨੇ, ਲੋਕਾਂ ਨੂੰ ਸੰਬੋਧਨ ਕਰ ਰਹੇ ਨੇ ਔਰ ਲੋਕਾਂ ਨੂੰ ਇਹ ਕਹਿੰਦੇ ਨਜ਼ਰ ਆਣੇ ਕਿ ਠੀਕ ਹੈ ਜੀ, ਤੁਸੀਂ ਚਾਹੁੰਦੇ ਹੋ ਕਿ ਇੱਥੇ ਬਦਲਾਅ ਹੋਣਾ ਚਾਹੀਦਾ ਤੇ ਅਸੀਂ ਬਦਲਾਅ ਕਰਾਂਗੇ। ਜਦੋਂ ਖੁਦ ਕਹਿ ਰਹੇ ਨੇ, ਬਾਦਲ ਸਾਹਿਬ ਦੀ ਹੈਸੀਅਤ ਨਾਲ ਕਹਿ ਰਹੇ ਨੇ ਕਿ ਜੀ ਅਸੀਂ ਬਦਲਾਅ ਕਰਾਂਗੇ, ਤਾਂ ਇਟ ਮੀਨਸ ਕਿ ਉਹ ਇਹ ਗੱਲਾਂ ਬਾਤਾਂ ਜਿਹੜੀਆਂ ਬੜੀਆਂ ਧੁਖਦੀਆਂ ਇਹ ਬਾਹਰ ਆ ਚੁੱਕੀਆਂ ਨੇ, ਇਹ ਸਾਹਮਣੇ ਆ ਚੁੱਕੀਆਂ ਨੇ। ਬਿਲਕੁਲ ਗੱਲ ਕੀਤੀ ਜਾਏ ਇੱਕ ਪਾਵਰਫੁਲ ਲੀਡਰ ਹੁੰਦੀ ਤਾਂ ਪਾਵਰਫੁਲ ਤਾਂ ਇੱਕ, ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਵੱਡੀ ਕੁਆਲੀਫਿਕੇਸ਼ਨ ਤਾਂ ਇਹੀ ਹੈ ਕਿ ਵੱਡੇ ਬਾਦਲ ਸਾਹਿਬ ਦੇ ਜਵਾਈ ਨੇ ਕਿ ਐਵੇਂ ਗੱਲਾਂ ਨਹੀਂ ਹੁੰਦੀਆਂ ਜੇ ਪਬਲਿਕਲੀ ਜਾ ਕੇ ਉਸ ਹਲਕੇ ਦੇ ਵਿੱਚ ਜਾ ਕੇ, ਖਾਸ ਤੌਰ ਤੇ ਜਿਹੜਾ ਹਲਕਾ ਇਸ ਵੇਲੇ ਡੈਡੀਕੇਟ ਕੀਤਾ ਹੋਇਆ, ਅਲਾਟ ਕੀਤਾ ਹੈ ਵਿਰਸਾ ਸਿੰਘ ਵਲਟੋਹਾ ਨੂੰ, ਉਸ ਹਲਕੇ ਦੇ ਵਿੱਚ ਜਾ ਕੇ ਖਾਸ ਤੌਰ ਤੇ ਅਜਿਹੀਆਂ ਗੱਲਾਂ ਕਰਦੀਆਂ ਤੇ ਉਹ ਗੱਲਾਂ ਐਵੇਂ ਨਹੀਂ ਹੋ ਜਾਂਦੀਆਂ। ਹੁਣ ਵੇਖਣਾ ਇਹ ਹੋਏਗਾ ਕਿ ਜਿਹੜੀ 15 ਤਰੀਕ ਦੀ ਰੈਲੀ ਹੈ ਜਦੋਂ, ਉਹਦੇ ਵਾਸਤੇ ਵਿਰਸਾ ਸਿੰਘ ਵਲਟੋਹਾ ਦਾ ਇਸ ਵੇਲੇ ਬਹੁਤ ਜ਼ੋਰ ਲੱਗ ਰਿਹਾ ਹੈ। ਜ਼ਾਹਿਰ ਤੌਰ ਤੇ ਰੈਲੀ ਵੱਡੀ ਤੋਂ ਵੱਡੀ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਔਰ ਇਹ ਕੋਸ਼ਿਸ਼ ਕੀਤੀ ਜਾਏਗੀ ਕਿ ਕਿਸੇ ਕਿਸਮ ਦੀ ਕਮੀ ਨਾ ਰਹਿਣ ਦਿੱਤੀ ਜਾਏ। ਤਾਂ ਹੁਣ ਜਿਹੜੀ ਗੇਂਦ ਹੈ ਇੱਕ ਵਾਰ ਸੁਖਬੀਰ ਬਾਦਲ ਦੇ ਪਾਲੇ ਦੇ ਵਿੱਚ ਹੁਣ ਆ ਜਾਣੀ ਹੈ ਕਿ ਉਹ ਕੀ ਫੈਸਲਾ ਲੈਂਦੇ ਨੇ, ਕਿਉਂਕਿ ਵੱਡੇ ਬਾਦਲ ਤਾਂ ਹੁਣ ਘਰ ਬੈਠੇ ਨੇ, ਉਹ ਤੇ ਬਾਹਰ ਨਹੀਂ ਆ ਰਹੇ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ, ਹਾਂ ਬਿਲਕੁਲ। ਔਰ ਜ਼ਾਹਿਰ ਤੌਰ ਤੇ ਹੁਣ ਉੱਥੇ ਮੀਡੀਆ ਵੀ ਇਸ ਗੱਲ ਨੂੰ ਲੈ ਕੇ ਘੇਰੇਗਾ ਸੁਖਬੀਰ ਬਾਦਲ ਨੂੰ, ਇਸ ਬਾਰੇ ਗੱਲਬਾਤ ਕੀਤੀ ਜਾਏਗੀ ਕਿ ਤੁਸੀਂ ਕੀ ਫੈਸਲਾ ਲੈ ਰਹੇ ਹੋ ਜਾਂ ਦੋਵਾਂ ਦੇ ਵਿੱਚ ਕਿਵੇਂ ਇਸ ਗੱਲ ਨੂੰ ਮੁਕਮਕਾ ਕਿਵੇਂ ਕਰੋਗੇ। तमाम ਜਿਹੜੀਆਂ ਚੀਜ਼ਾਂ ਉੱਠੀਆਂ ਜਾਣਗੀਆਂ ਤਾਂ ਦੇਖਣਾ ਇਹ ਹੋਏਗਾ ਕਿ ਉਹ ਕੀ ਜਵਾਬ ਦਿੰਦੇ ਨੇ ਜਾਂ ਕੀ ਗੱਲਾਂ ਖੁੱਲ ਕੇ ਸਾਹਮਣੇ ਆਉਂਦੀਆਂ ਨੇ, ਇਹ ਵੇਖਣ ਵਾਲੀ ਗੱਲ ਹੋਏਗੀ। ਕਿਤੇ ਨਾ ਕਿਤੇ ਅਕਾਲੀ ਦਲ ਦੀ ਜਿਹੜੀ ਅੰਦਰੂਨੀ ਲੜਾਈ ਆ, ਪਰਿਵਾਰਕ ਲੜਾਈ ਕਹਿ ਲਓ, ਉਹ ਬਾਹਰ ਤਾਂ ਹੁਣ ਆ ਹੀ ਗਈ ਹੈ, ਜਿਸ ਤੇ ਹੁਣ ਨੋ ਡਾਊਟ ਕਿ ਵਿਰੋਧੀ ਧਿਰਾਂ ਨੂੰ ਵੀ ਮੌਕਾ ਮਿਲ ਗਿਆ ਹੈ ਬਾਦਲ ਪਰਿਵਾਰ ਦੇ ਖਿਲਾਫ ਬੋਲਣ ਦਾ। ਜਿਸ ਤਰੀਕੇ ਨਾਲ ਵਿਰਸਾ ਸਿੰਘ ਵਲਟੋਹਾ ਦਾ ਰਾਜੇਸ਼ ਜੀ ਬਿਆਨ ਆਇਆ, ਵਿਰਸਾ ਸਿੰਘ ਵਲਟੋਹਾ ਨੇ ਕਿਹਾ ਹੈ ਕਿ ਇਹ ਪਾਰਟੀ ਕਿਸੇ ਦੀ ਪਿਓ ਦੀ ਨਹੀਂ ਹੈ, ਸੰਘਰਸ਼ਾਂ ਨਾਲ ਬਣੀ ਪਾਰਟੀ ਹੈ। ਇਹ ਜਿਹੜੇ ਲਫ਼ਜ਼ਾਂ ਦਾ ਇਸਤੇਮਾਲ ਉਹਨਾਂ ਦੇ ਵੱਲੋਂ ਕੀਤਾ ਗਿਆ ਤੇ ਜਿਸ ਬੇਬਾਕੀ ਦੇ ਨਾਲ ਕੀਤਾ ਗਿਆ, ਇਹ ਕਿਤੇ ਨਾ ਕਿਤੇ ਇਹ ਇਸ਼ਾਰਾ ਜ਼ਰੂਰ ਦੇ ਰਿਹਾ ਕਿ ਬਾਦਲ ਪਰਿਵਾਰ ਦੀ ਜਿਹੜੀ ਗ੍ਰਿਪ ਹੈ ਉਹ ਅਕਾਲੀ ਦਲ ਪਾਰਟੀ ਤੋਂ ਢਿੱਲੀ ਹੁੰਦੀ ਜਾ ਰਹੀ ਹੈ, ਘਟਦੀ ਜਾ ਰਹੀ ਹੈ। ਕਿ ਲੱਗ ਰਿਹਾ ਅਜਿਹਾ? ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਬੀਤੇ ਸਮੇਂ 'ਚ ਜੋ ਕੁਝ ਹੋਇਆ, ਜਿੰਨੇ ਟਕਸਾਲੀ ਲੀਡਰ, ਭਾਵੇਂ ਤੁਸੀਂ ਢੀਂਡਸਾ ਪਰਿਵਾਰ ਲੈ ਲਓ, ਸੇਵਾ ਸਿੰਘ ਸੇਖਵਾਲ ਲੈ ਲਓ, ਬ੍ਰਹਮਪੁਰਾ ਸਾਹਿਬ ਲੈ ਲਓ, ਜਿੰਨੇ ਵੀ ਟਕਸਾਲੀ ਲੀਡਰ ਜਿਹੜੇ ਸੀ ਉਹ ਸਾਰੇ ਵੱਖ ਹੋ ਗਏ। ਹੁਣ ਉਸ ਤੋਂ ਇਲਾਵਾ ਪੰਜਾਬ ਦੇ ਵਿੱਚ ਜਿਹੜੇ ਵੱਡੇ ਮੁੱਦੇ ਚੱਲ ਰਹੇ ਨੇ, ਖਾਸ ਤੌਰ ਤੇ ਜੇ ਅਸੀਂ ਲੈ ਲਈਏ ਬੇਅਦਬੀ ਦਾ ਮੁੱਦਾ, ਹੋਰ ਕਈ ਚੀਜ਼ਾਂ ਨੇ ਜਿਹੜੀਆਂ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਘੇਰਨ ਵਾਸਤੇ ਮੁੱਦੇ ਬਣੇ ਹੋਏ ਨੇ। ਉਹ तमाम ਚੀਜ਼ਾਂ ਦੇ ਜੇ ਮੱਦੇ ਨਜ਼ਰ ਦੇਖਿਆ ਜਾਏ ਤੇ ਅਕਾਲੀ ਦਲ ਜਿਹੜਾ ਹੈ ਉਹ ਆਪਣੇ ਕਿਉਂਕਿ ਹੁਣ ਤਾਂ ਇਹ ਵੀ ਟਕਸਾਲੀ ਲੀਡਰ ਬਣ ਗਏ ਇੱਕ ਤਰ੍ਹਾਂ ਦੇ, ਇੰਨੇ ਸਾਲ ਹੋ ਗਏ ਇਹਨਾਂ ਨੂੰ, ਵਿਰਸਾ ਸਿੰਘ ਵਲਟੋਹਾ ਹੋ ਗਏ, ਆਦੇਸ਼ ਪ੍ਰਤਾਪ ਕੈਰੋ ਹੋ ਗਏ, ਜਾਂ ਇਹ ਵੀ ਸਾਰੇ ਵੱਡੇ ਲੀਡਰ ਨੇ। ਤਾਂ ਇਹਨਾਂ ਨੂੰ ਨਾਰਾਜ਼ ਕਰਨਾ ਜਿਹੜਾ ਪਾਰਟੀ ਉਹ ਅਫੋਰਡ ਨਹੀਂ ਕਰ ਸਕੇਗੀ ਇਸ ਵੇਲੇ ਇਹਨਾਂ ਹਾਲਾਤਾਂ ਦੇ ਵਿੱਚ, ਜਦੋਂ ਕਿ
ਇਲੈਕਸ਼ਨ ਥੋੜੀ ਦੇਰ ਨੂੰ ਆਉਣ ਵਾਲੇ ਨੇ, ਤਾਂ ਇਹਦੇ ਮੱਦੇਨਜ਼ਰ ਜੇ ਦੇਖਿਆ ਜਾਵੇ ਤਾਂ ਬੜੀ ਤਰੀਕੇ ਨਾਲ ਹੁਣ ਇਹ ਸੁਖਬੀਰ ਬਾਦਲ ਨੂੰ ਇਹਨਾਂ ਚੀਜ਼ਾਂ ਨੂੰ ਹੈਂਡਲ ਕਰਨਾ ਪਵੇਗਾ। ਤਾਂ ਇਹਨੂੰ ਹੈਂਡਲ ਕਰਨ ਵਾਸਤੇ ਉਹਨਾਂ ਨੂੰ ਦੋਹਾਂ ਧਿਰਾਂ ਨੂੰ ਸ਼ਾਂਤ ਕਰਨਾ ਇਸ ਵੇਲੇ ਬਹੁਤ ਜ਼ਰੂਰੀ ਹੈ। ਔਰ ਖਾਸ ਤੌਰ ਤੇ ਜਿਸ ਢੰਗ ਨਾਲ ਗਰਮਾ ਗਰਮੀ ਬਾਹਰ ਆਈ ਹੈ ਉਹ ਵੀ ਇਸ ਮੌਕੇ ਤੇ, ਉਹ ਕਿਉਂਕਿ ਅਕਾਲੀ ਦਲ ਦੇ ਵਿੱਚ ਦੇਖੋ ਬੀਤੇ ਸਮੇਂ 'ਚ ਜੇ ਆਪਾਂ ਝਾਤ ਮਾਰੀਏ ਤਾਂ ਜਿਹੜੀ ਗਰਮਾ ਗਰਮੀ ਬਾਹਰ ਆਈ ਸੀ ਉਹ ਸਪਲਿਟ ਹੋ ਕੇ ਨਿਕਲੀ। ਉਹ ਚਲੋ ਉਹ ਠੀਕ ਆ, ਵੱਖ ਹੋ ਗਿਆ ਜਿਹੜਾ ਟਕਸਾਲੀ ਅਕਾਲੀ ਦਲ ਟਕਸਾਲੀ ਬਣ ਗਿਆ। ਪਰ ਹਾਲ ਦੀ ਘੜੀ ਜਿਹੜੀ ਉਸ ਤੋਂ ਬਾਅਦ ਦਾ ਜੇ ਵਿੱਚ ਦਾ ਵਕਫਾ ਲਈਏ ਤਾਂ ਕੋਈ ਅਜਿਹੀ ਗੱਲ ਸਾਹਮਣੇ ਨਹੀਂ ਆਈ ਸੀ ਕਿ ਜਿਸ ਦੇ ਨਾਲ ਲੱਗਦਾ ਹੋਵੇ ਕਿ ਅਕਾਲੀ ਦਲ ਜਿਹੜਾ ਹੈ ਉਹ ਵਿੱਚ ਦੋ ਫਾੜ ਹੁੰਦਾ ਨਜ਼ਰ ਆਇਆ ਹੋਵੇ। ਜਿਹੜਾ ਇੱਕ ਆਪਰੇਸ਼ਨ ਹੋ ਚੁੱਕਾ ਸੀ, ਜਿਹੜਾ ਵੱਖਰਾ ਹੋਣਾ ਸੀ, ਉਹ ਹੋ ਚੁੱਕਾ ਸੀ। ਪਰ ਉਸ ਤੋਂ ਬਾਅਦ ਆ ਜਿਹੜੀ ਹੁਣ ਗੱਲ ਸਾਹਮਣੇ ਆਈ ਹੈ, ਇਹ ਇੱਕ ਤਰ੍ਹਾਂ ਦੀ ਪਹਿਲੀ ਗੱਲ ਸਾਹਮਣੇ ਆਈ ਹੈ ਇਲੈਕਸ਼ਨਾਂ ਤੋਂ ਪਹਿਲਾਂ। ਰਾਜੇਸ਼ ਜੀ ਵਲਟੋਹਾ ਨੇ ਕੈਰੋ ਦੇ ਕੰਮਾਂ ਤੇ ਸਵਾਲ ਚੁੱਕਿਆ। ਕਹਿੰਦੇ ਕੈਰੋ ਨੇ ਪਾਰਟੀ ਦੇ ਵਿੱਚ ਰਹਿੰਦੇ ਹੋਏ ਕੰਮ ਤਾਂ ਕਦੀ ਕੁਝ ਕੀਤਾ ਨਹੀਂ, ਤੇ ਹੁਣ ਜੇ ਕੰਮ ਨਹੀਂ ਕੀਤਾ ਤਾਂ ਮੰਤਰੀ ਦੇ ਅਹੁਦੇ ਤੇ ਤਾਂ ਫਿਰ ਵੀ ਰਹੇ ਕੈਰੋ, ਯਾਨੀ ਕਿ ਬਾਦਲ ਪਰਿਵਾਰ ਦੀ ਜਿਹੜੀ ਹੈ ਉਹ ਰਹਿਨੁਮਾਈ ਕਰਕੇ ਹੀ ਉਹ ਮੰਤਰੀ ਰਹੇ ਨੇ। ਇਹ ਸਾਫ਼ ਤੌਰ ਦੇ ਉੱਤੇ ਵਿਰਸਾ ਸਿੰਘ ਵਲਟੋਹਾ ਦੀ ਜਿਹੜੀ ਸ਼ਬਦਾਵਲੀ ਹੈ ਇਹ ਉਹ ਇਸ਼ਾਰਾ ਕਰ ਰਹੀ ਹੈ ਇਸ ਗੱਲ ਵੱਲ। ਤਾਂ ਅਜਿਹੇ ਦੇ ਵਿੱਚ ਹੁਣ ਕੰਮਾਂ ਦੇ ਉੱਤੇ ਸਵਾਲ ਚੱਕਣਾ, ਸਿੱਧਾ ਬਾਦਲ ਪਰਿਵਾਰ ਦੇ ਜਵਾਈ ਨੂੰ ਹੱਥ ਪਾ ਲੈਣਾ, ਸੋ ਇਹ ਛੋਟੀ ਗੱਲ ਨਹੀਂ। ਕੀ ਲੱਗਦਾ ਵਿਰਸਾ ਸਿੰਘ ਵਲਟੋਹਾ ਦੀ ਇਸ ਸ਼ਬਦਾਵਲੀ ਪਿੱਛੇ ਜਾਂ ਐਡੇ ਵੱਡੇ ਵੱਡੇ ਬਿਆਨ ਇਦਾਂ ਖੁੱਲ੍ਹ ਕੇ ਦੇਣ ਪਿੱਛੇ ਕਿਤੇ ਨਾ ਕਿਤੇ ਕੁਝ ਹੋਰ ਲੀਡਰ ਵੀ ਹੋ ਸਕਦੇ ਨੇ? ਦੇਖੋ ਜ਼ਾਹਿਰ ਤੌਰ ਤੇ ਜਿਹੜੇ ਬਿਆਨਾਤ ਦੇਣੇ, ਅਜਿਹੇ ਬਿਆਨ ਦੇਣੇ, ਔਰ ਇਹਦੇ ਵਿੱਚ ਇੱਕ ਤੇ ਹੁੰਦਾ ਇੰਪਲਸਿਵ, ਜਦੋਂ ਕੋਈ ਬੰਦਾ ਗੱਲ ਕਰ ਦਿੰਦਾ, ਅਚਨਚੇਤ ਗੱਲ ਕਰ ਦਿੰਦਾ ਕਿ ਜਾਂ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਮੇਰੀ ਗੱਲ ਔਨ ਰਿਕਾਰਡ ਜਾ ਰਹੀ ਹੈ ਜਾਂ ਕਿਸ ਤਰ੍ਹਾਂ ਜਾ ਰਹੀ ਹੈ। ਪਰ ਉਹ ਗੱਲਾਂ ਇੰਜ ਕਰਦੇ ਨਜ਼ਰ ਆਏ ਕਿਉਂਕਿ ਵਿਰਸਾ ਸਿੰਘ ਵਲਟੋਹਾ ਦੇ ਤੁਸੀਂ ਪਹਿਲੇ ਬਿਆਨਾਂ ਦੇਖੋ ਜਾਂ ਪਹਿਲੀਆਂ ਪ੍ਰੈਸ ਕਾਨਫਰੰਸਿਸ ਦੇਖੋ, ਉਹ ਸੰਭਲ ਕੇ ਬੋਲਦੇ ਸੀ ਔਰ ਕਦੀ ਏਦਾਂ ਦੀ ਸ਼ਬਦਾਵਲੀ ਜਾਂ ਕੋਈ ਉਹ ਸਾਹਮਣੇ ਨਹੀਂ ਆਈ ਕਦੀ ਵੀ, ਜਿਹੜੀ ਖਾਸ ਤੌਰ ਤੇ ਆਪਣੀ ਪਾਰਟੀ ਦੇ ਲੀਡਰ ਬਾਰੇ ਔਰ ਖਾਸ ਤੌਰ ਤੇ ਆਪਣੀ ਪਾਰਟੀ ਦੇ ਸੁਪਰੀਮੋ ਦੇ ਜਵਾਈ ਬਾਰੇ ਅਜਿਹੀਆਂ ਗੱਲਾਂ ਜਿਹੜੀਆਂ ਕਹਿਣੀਆਂ, ਉਹ ਵਾਕਈ ਕਿਤੇ ਨਾ ਕਿਤੇ ਜਿਹੜਾ ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਇਸ ਮੌਕੇ ਤੇ ਕਿਸੇ ਲੀਡਰ ਨੂੰ ਵੀ ਨਾਰਾਜ਼ ਕਰਨਾ ਅਫੋਰਡ ਨਹੀਂ ਕਰ ਸਕਦੀ। ਔਰ ਇਹ ਗੱਲ ਭਲੀ ਭਾਂਤੀ ਵਿਰਸਾ ਸਿੰਘ ਵਲਟੋਹਾ ਨੂੰ ਪਤਾ ਵਾ ਕਿ ਇਸ ਵੇਲੇ ਜੇ ਕੋਈ ਡਿਸੀਜਨ ਲੈਂਦਾ ਵਾ, ਉਹਨਾਂ ਦੇ ਖਿਲਾਫ ਕੋਈ ਡਿਸੀਜਨ ਜਾਂਦਾ ਹੈ ਤਾਂ ਇੱਕ ਲੌਬੀ ਜਿਹੜੀ ਮਾਝੇ ਦੇ ਵਿੱਚ ਆ ਉਹ ਅਗੇਂਸਟ ਹੋ ਸਕਦੀ ਹੈ। ਔਰ ਇਹ ਚੀਜ਼ਾਂ ਜਿਹੜੀਆਂ ਨੇ ਕਿਉਂਕਿ ਜਿਹੜਾ ਇੱਕ ਕੇਡਰ ਹੈ, ਦੇਖੋ ਅਕਾਲੀ ਦਲ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਅਕਾਲੀ ਦਲ ਇੱਕ ਕੈਡਰ ਬੇਸਡ ਪਾਰਟੀ ਹੈ ਔਰ ਇਹਦੇ ਵਿੱਚ ਕੈਡਰ ਨੂੰ ਬੜਾ ਸਟਰੋਂਗ ਮੰਨਿਆ ਜਾਂਦਾ ਹੈ। ਔਰ ਦੇਖੋ ਤੁਸੀਂ ਜਿਵੇਂ ਜਿੰਨੀਆਂ ਵੀ ਭਾਵੇਂ ਕਿੰਨੀਆਂ ਵੱਡੀਆਂ ਘਟਨਾਵਾਂ ਹੋ ਜਾਂਦੀਆਂ, ਬੇਅਦਬੀ ਦੇ ਮਾਮਲੇ ਤੇ ਬਿਲਕੁਲ ਘਿਰ ਚੁੱਕਾ ਸੀਗਾ ਅਕਾਲੀ ਦਲ, ਉਸਦੇ ਬਾਵਜੂਦ ਜਦੋਂ ਰੈਲੀਆਂ ਹੁੰਦੀਆਂ ਸੀ ਤੇ ਉਹਦਾ ਅਸੀਂ ਦੇਖਦੇ ਹਾਂ ਕਿ ਇੰਨਾ ਵੱਡਾ ਇਕੱਠ ਕਿਵੇਂ ਹੋ ਗਿਆ, ਕਿਵੇਂ ਇੰਨੇ ਲੋਕ ਪਹੁੰਚ ਗਏ। ਇਹ ਚੀਜ਼ਾਂ ਜਿਹੜੀਆਂ ਦੇਖਣ ਪ੍ਰੈਕਟੀਕਲ ਚੀਜ਼ਾਂ ਵੇਖਣ ਨੂੰ ਮਿਲਦੀਆਂ ਸੀ। ਉਸ ਕਰਕੇ ਜਿਹੜਾ ਵਿਰਸਾ ਸਿੰਘ ਵਲਟੋਹਾ ਹੈ ਉਸਨੂੰ ਇਹਨਾਂ ਦੇਖੋ, ਜਦੋਂ ਇੱਕ ਬੰਦਾ ਵਿੱਚ ਵੀ ਹੁੰਦਾ ਹੈ ਪਾਰਟੀ ਦੇ ਵਿੱਚ, ਉਹਨੂੰ ਹੋਰ ਵੀ ਕਈ ਕਮਜ਼ੋਰੀਆਂ ਪਤਾ ਹੁੰਦੀਆਂ ਜਾਂ ਹੋਰ ਵੀ ਪਤਾ ਹੁੰਦਾ ਕਿ ਮੈਂ ਜੇ ਆਹ ਸਟੈਪ ਲਵਾਂਗਾ ਉਸਦੇ ਇਹ ਕਨਸੀਕੁਐਂਸਸ ਆ ਸਕਦੇ ਤੇ ਮੇਰੇ ਕੋਲ ਆਹ ਤੀਰ ਚਲਾਉਣ ਵਾਸਤੇ ਹੈਗਾ। ਆਪਣਾ ਤਰਕਸ਼ ਦੇਖ ਕੇ ਫਿਰ ਬੰਦਾ ਤੀਰ ਛੱਡਦਾ ਕਿ ਮੇਰੇ ਤਰਕਸ਼ ਦੇ ਵਿੱਚ ਆਹ ਤੀਰ ਛੱਡਿਆ ਤੇ ਉਸ ਤੋਂ ਬਾਅਦ ਮੈਂ ਹੋਰ ਕਿਹੜੀ ਚੋਬਲ ਦੇਣੀ ਹੈ, ਹੋਰ ਕਿਹੜਾ ਤੀਰ ਮਾਰਨਾ। ਇਹ ਚੀਜ਼ਾਂ ਵੇਖ ਕੇ ਹੀ ਵਿਰਸਾ ਸਿੰਘ ਵਲਟੋਹਾ ਵੱਲੋਂ ਇੰਨੇ ਤਲਖ ਬਿਆਨ ਜਿਹੜੇ ਦਿੱਤੇ ਗਏ ਔਰ ਉਹ ਜ਼ਾਹਿਰ ਤੌਰ ਤੇ ਇਹ ਸਾਫ਼ ਸਪਸ਼ਟ ਕਰਦੀਆਂ ਨੇ ਕਿ ਇਹ ਕਿਤੇ ਨਾ ਕਿਤੇ ਤਰਕਸ਼ ਦੇ ਵਿੱਚ ਹੋਰ ਵੀ ਤੀਰ ਨੇ ਜਿਹੜੇ ਹਾਲ ਦੀ ਘੜੀ ਤੇ ਸ਼ਾਂਤ ਕਰ ਦਿੱਤੇ ਗਏ ਨੇ ਸੁਖਬੀਰ ਬਾਦਲ ਵੱਲੋਂ, ਕਿਉਂਕਿ 15 ਤਰੀਕ ਦੀ ਰੈਲੀ ਜਿਹੜੀ ਆ ਉਹ ਜ਼ਿਆਦਾ ਜ਼ਰੂਰੀ ਹੈ ਔਰ ਉਹ ਵਿਰਸਾ ਸਿੰਘ ਵਲਟੋਹਾ ਵਾਸਤੇ ਵੀ ਉਹ ਰੈਲੀ ਬਹੁਤ ਜ਼ਰੂਰੀ ਹੈ ਤੇ ਇੱਕ ਪਾਵਰ ਸ਼ੋ ਜਿਹੜਾ ਉਹ ਹੋਣ ਦੀ ਸੰਭਾਵਨਾ। ਇਸਦਾ ਅਸਰ ਰਾਜੇਸ਼, ਇਸਦਾ ਅਸਰ ਕਿੱਥੇ ਪੈ ਸਕਦਾ ਹੈ? ਖੇਮਕਰਨ, ਤਰਨਤਾਰਨ ਜਾਂ ਫਿਰ ਮਾਝੇ ਦੇ ਹੋਰ ਵੀ ਜ਼ਿਲ੍ਹਿਆਂ ਦੇ ਵਿੱਚ ਇਸਦਾ ਅਸਰ ਪੈ ਸਕਦਾ ਹੈ? ਕਿਉਂਕਿ ਮਾਲਵੇ ਦੇ ਵਿੱਚ ਕਿਹਾ ਜਾਂਦਾ ਕਿ ਹੋਲਡ ਬਾਦਲ ਪਰਿਵਾਰ ਦਾ ਬਹੁਤ ਹੈ ਤੇ ਮਾਝੇ ਦੇ ਵਿੱਚ ਵਿਕਰਮ ਮਜੀਠੀਆ ਦਾ ਹੋਲਡ ਬਹੁਤ ਜ਼ਿਆਦਾ ਹੈ, ਸੋ ਕਿੱਥੇ ਕਿੱਥੇ ਇਸ ਦਾ ਅਸਰ ਪੈ ਸਕਦਾ ਹੈ? ਦੇਖੋ ਇਹ ਪੂਰੀ ਬੈਲਟ ਜਿਹੜੀ ਹੈ ਨਾ ਜੀ, ਜਿਵੇਂ ਮੈਂ ਪਹਿਲਾਂ ਕਿਹਾ ਕਿ ਪੰਥਕ ਬੈਲਟ ਹੈ, ਇਹ ਪੱਟੀ, ਜੰਡਿਆਲਾ, ਖੇਮਕਰਨ ਹੋ ਗਿਆ ਜਾਂ ਤਰਨਤਾਰਨ ਦੀ ਬੈਲਟ ਹੋ ਗਈ, ਖਡੂਰ ਸਾਹਿਬ ਹੋ ਗਿਆ, ਤਮਾਮ ਜਿਹੜੀਆਂ ਬੈਲਟਸ ਨੇ ਇਹ ਸਾਰੀਆਂ ਇਹਨਾਂ ਦੇ ਇੱਕ ਦੂਜੇ ਤੇ ਡਿਪੈਂਡੈਂਟ ਨੇ। ਔਰ ਇਸੇ ਕਰਕੇ ਤਾਂ ਆਦੇਸ਼ ਪ੍ਰਤਾਪ ਕੈਰੋ ਜਿਹੜੀ ਪੂਰੀ ਬੈਲਟ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਕਾਬਜ਼ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਸ ਥਾਂ ਤੇ ਪੂਰੀ ਘੇਰਾਬੰਦੀ ਕਰਕੇ ਆਪਣਾ ਜਿਹੜਾ ਉੱਥੇ ਪਰਿਵਾਰ ਨੂੰ ਸਥਾਪਿਤ ਕੀਤਾ ਜਾਏ, ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਇਹ ਜਿਹੜੀ ਚੀਜ਼ ਹੈ ਪਾਰਟੀ ਦੇ, ਇਹ ਵੱਡੇ ਲੀਡਰ ਨੇ ਪਾਰਟੀ ਦੇ। ਔਰ ਰਾਜੇਸ਼, ਇੱਕ ਮਿੰਟ ਲਈ ਮੈਂ ਰੋਕਣਾ ਚਾਹਾਂਗੀ, ਇੱਕ ਕਾਲਰ ਨੇ ਸਾਡੇ ਨਾਲ, ਉਹਨਾਂ ਦੀ ਕਾਲ ਅਟੈਂਡ ਕਰ ਲਈ ਹੈ ਜੀ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਜੀ ਸਰ, ਤੁਸੀਂ ਇਸ ਟਾਈਮ ਲਾਈਵ ਦੇ ਵਿੱਚ ਹੋ, ਕੀ ਕਹਿਣਾ ਚਾਹੋਗੇ ਜੀ? ਮੈਂ ਇਹ ਕਹਿਣਾ ਚਾਹੁੰਦਾ, ਸ਼ਹਿਰੀ ਜੀ ਬੋਲਦੇ? ਜੀ ਬਿਲਕੁਲ, ਸ਼ੈਰੀ ਬੋਲ ਰਹੀ ਹਾਂ ਸਰ। ਹਾਂਜੀ ਸ਼ਹਿਰੀ ਜੀ, ਮੈਂ ਸਿਰਫ ਇਹ ਪੁੱਛਣਾ ਸੀ ਵੀ ਆਪਣੇ ਉਹ ਜਿਹੜਾ ਵਰਮਾ ਜੀ ਸੀ, ਦੀਪ ਸ਼ਰਮਾ ਜੀ, ਉਹ ਕਿੱਥੇ ਚਲ ਗਿਆ? ਕਦੀ ਦਿਸੇ ਨਹੀਂ। ਠੀਕ ਆ ਸਰ, ਦੀਪ ਸ਼ਰਮਾ ਮੈਂ ਸਮਝੀ ਨਹੀਂ, ਤੁਸੀਂ ਕਿਹਨਾਂ ਦੀ ਗੱਲ ਕਰ ਰਹੇ ਹੋ? ਦੀਪ ਸ਼ਰਮਾ ਜਿਹੜਾ ਤੁਹਾਡੇ ਪ੍ਰੈਸ ਰਿਪੋਰਟਰ ਆਉਂਦਾ, ਤੁਹਾਡੇ ਨਾਲ ਆਉਂਦਾ ਹੁੰਦਾ ਸੀ ਚੰਡੀਗੜ੍ਹ ਤੋਂ। ਸਰ ਨਹੀਂ, ਮੈਨੂੰ ਇਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਅਸੀਂ ਮੁੱਦੇ ਦੇ ਉੱਤੇ ਇਸ ਟਾਈਮ ਗੱਲ ਕਰ ਰਹੇ ਹਾਂ ਤੇ ਤੁਸੀਂ ਚੰਡੀਗੜ੍ਹ ਤੋਂ ਸਾਡਾ ਪ੍ਰੋਫੈਸਰ ਮਨਜੀਤ ਜੁੜਦੇ ਸੀ, ਕਿ ਤੁਸੀਂ ਉਹਨਾਂ ਦੀ ਗੱਲ ਕਰ ਰਹੇ ਹੋ? ਹਾਂਜੀ, ਚੰਡੀਗੜ੍ਹ ਤੋਂ ਸਾਡੇ ਨਾਲ ਸਾਡੇ ਗੈਸਟ ਪ੍ਰੋਫੈਸਰ ਮਨਜੀਤ ਜੁੜਦੇ ਸੀ, ਕਿ ਤੁਸੀਂ ਉਹਨਾਂ ਦੀ ਗੱਲ ਕਰ ਰਹੇ ਹੋ? ਨਹੀਂ, ਮਨਜੀਤ ਸਿੰਘ ਹੁਣੀ ਤਾਂ ਜੁੜਦੇ ਹੁੰਦੇ ਆ, ਪ੍ਰੋਫੈਸਰ ਆ ਉਹ। ਜਿਹੜੇ ਦੂਸਰੇ ਇੱਕ ਵਾਰੀ ਆਪਾਂ ਉੱਥੇ ਉਹਨੇ ਹੰਝੂ ਦਿਖਾਲੇ ਸੀਗੇ ਮੋਰਚਾ ਦੇ ਵਿੱਚ ਆ ਕੇ, ਤਾਂ ਕਿਸੇ ਬੰਦੇ ਦੇ ਨਾਲ ਤਾਂ ਤੁਸੀਂ ਨਾਲ ਇੱਥੇ ਲੈ ਕੇ ਆਏ ਸੀ ਉਹਨਾਂ ਨੂੰ ਗੱਲ ਕਰਨ ਵਾਸਤੇ। ਅੱਛਾ ਜੀ। ਸਰ ਮੈਨੂੰ ਦੀਪਕ ਸ਼ਰਮਾ ਚਰਨਾਲ ਕਿੱਦਾਂ ਕਰਕੇ ਨਾਂ ਸੀ। ਅੱਛਾ ਜੀ, ਦੀਪਕ ਸ਼ਰਮਾ ਚਨਾਰਥਲ ਦੀ ਗੱਲ ਕਰ ਰਹੇ ਹੋ? ਜੀ 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 ਬਿਲਕੁਲ। ਹਾਂਜੀ ਹਾਂਜੀ ਜੀ ਸਰ, ਉਹ ਸਾਡੇ ਨਾਲ ਨਹੀਂ, ਉਹ ਕਿਸੇ ਹੋਰ ਟੀਮ ਨਾਲ ਕਰ ਰਹੇ ਨੇ ਕੰਮ। ਤੁਸੀਂ ਦੱਸੋ ਉਹਨਾਂ ਬਾਰੇ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜਾਂ ਕਿਸ ਟੌਪਿਕ ਤੇ ਗੱਲ ਕਰਨਾ ਚਾਹੁੰਦੇ ਹੋ? ਮੈਂ ਪੁੱਛਣਾ ਚਾਹੁੰਦਾ ਸੀ ਕਿ ਉਹ ਨਾ ਉਹ ਉੱਥੇ ਸ਼ੰਭੂ ਮੋਰਚੇ ਤੋਂ ਆਉਂਦੇ ਆ, ਨਾ ਇੱਥੇ ਆ, ਕਿਤੇ ਅਰੈਸਟ ਵਗੈਰਾ ਤਾਂ ਨਹੀਂ ਕੀਤੇ ਉਹ ਕਿਤੇ? ਉਹ ਜੀ ਨਹੀਂ ਨਹੀਂ, ਇਹਦਾ ਦੀ ਕੋਈ ਗੱਲ ਨਹੀਂ ਹੈ। ਉਹ ਬਿਲਕੁਲ ਠੀਕ ਨੇ ਔਰ ਉਦਾਂ ਹੀ ਆਪਣੀ ਰਿਪੋਰਟਿੰਗ ਕਰ ਰਹੇ ਨੇ। ਹੋ ਸਕਦਾ ਤੁਹਾਨੂੰ ਉਹਨਾਂ ਦੀ ਕੋਈ ਰਿਪੋਰਟਿੰਗ ਜਾਂ ਕਲਿੱਪ ਦੇਖਣ ਨੂੰ ਨਾ ਮਿਲੀ ਹੋਵੇ, ਪਰ ਉਹ ਰਿਪੋਰਟਿੰਗ ਕਰ ਰਹੇ ਨੇ, ਕੁਝ ਏਦਾਂ ਦਾ ਨਹੀਂ ਹੈ। ਓਕੇ ਜੀ, ਥੈਂਕ ਯੂ ਬਹੁਤ ਬਹੁਤ ਜੀ। ਜੀ ਸਰ, ਓਕੇ ਜੀ। ਜੀ ਰਾਜੇਸ਼ ਜੀ, ਤੁਸੀਂ ਆਪਣੀ ਗੱਲ ਕੰਪਲੀਟ ਕਰ ਸਕਦੇ ਹੋ ਜੀ। ਸਾਡੇ ਦਰਸ਼ਕ ਸਾਡੇ ਨਾਲ ਜੁੜਦੇ ਨੇ, ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਕਰਨੀਆਂ ਹੁੰਦੀਆਂ ਨੇ, ਔਰ ਮੈਂ ਬਹੁਤ ਈਵਨ ਕਿ ਮੈਨੂੰ ਖੁਸ਼ੀ ਵੀ ਹੁੰਦੀ ਕਿ ਜੀ ਬਿਲਕੁਲ, ਮੈਨੂੰ ਇਹ ਖੁਸ਼ੀ ਹੁੰਦੀ ਹੈ ਕਿ ਉਹਨਾਂ ਦੇ ਐਗਜ਼ੈਕਟਲੀ ਜ਼ਹਿਨ ਦੇ ਵਿੱਚ, ਦਿਲ ਦਿਮਾਗ ਦੇ ਵਿੱਚ ਮਤਲਬ ਉਹਨਾਂ ਨੇ ਵਾਕਈ ਸਾਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਸ਼ਹਿਰੀ ਕਿ ਉਹਨਾਂ ਨੇ ਇੱਕ ਰਿਪੋਰਟਰ ਬਾਰੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਉਹ ਰਿਪੋਰਟਰ ਨਜ਼ਰ ਨਹੀਂ ਆਇਆ ਤੇ ਕਿਤੇ ਉਹਨੂੰ ਅਰੈਸਟ ਕਰ ਲਿਆ ਹੋਇਆ, ਕਿਤੇ ਉਹਨੂੰ ਨਜ਼ਰਬੰਦ ਨਾ ਕੀਤਾ ਹੈ। ਇਹ ਬੜੀ ਵੱਡੀ ਗੱਲ ਹੈ। ਬਿਲਕੁਲ, ਤੇ ਉਹਨਾਂ ਨੇ ਇਹ ਫੋਨ ਕਰਕੇ ਬਕਾਇਦਾ ਤੌਰ ਤੇ ਪੁੱਛਿਆ, ਔਰ ਕੱਲ ਨੂੰ ਤੁਸੀਂ ਨਾ ਨਜ਼ਰ ਆਓ, ਮੈਂ ਨਾ ਨਜ਼ਰ ਆਊ, ਇਦਾਂ ਪੁੱਛ ਸਕਦੇ ਨੇ। ਬਿਲਕੁਲ, ਸਾਡੇ ਕਾਲਰ ਸਾਡੇ ਲਈ ਵੀ ਪੁੱਛ ਸਕਦੇ ਨੇ। ਬਿਲਕੁਲ ਸਹੀ ਹੈ, ਔਰ ਵਧੀਆ ਲੱਗਦਾ ਹੈ ਕਿ ਜਦੋਂ ਇੰਨੀ ਫਿਕਰ ਕਰਦੇ ਨੇ ਲੋਕ, ਔਰ ਸਪੈਸ਼ਲੀ ਚਿਹਰੇ ਵੀ ਇਹਨਾਂ ਨੇ ਪਛਾਣ ਦੇ ਵਿੱਚ ਹੁੰਦੇ ਕਿ ਇਹ ਬੰਦਾ ਲਗਾਤਾਰ ਕਵਰੇਜ ਕਰ ਰਿਹਾ ਔਰ ਇਹ ਦਿਖਾਈ ਨਹੀਂ ਦਿੰਦਾ ਕਿ ਉਹਨਾਂ ਨਾਲ ਕੀ ਹੋ ਗਿਆ। ਬਹੁਤ ਵਧੀਆ ਲੱਗਦਾ ਇਦਾਂ ਦੇ ਦਰਸ਼ਕਾਂ ਦੇ ਨਾਲ ਗੱਲਬਾਤ ਕਰਕੇ। ਜੀ ਤੁਸੀਂ ਰਾਜੇਸ਼ ਜੀ ਆਪਣੀ ਗੱਲ ਜਿਹੜੀ ਹੈ ਕੰਪਲੀਟ ਕਰ ਸਕਦੇ ਹੋ। ਬਿਲਕੁਲ ਜੀ, ਹੁਣ ਤਾਂ ਇਹੀ ਹੈ ਕਿ 15 ਤਰੀਕ ਦੀ ਰੈਲੀ ਵੇਖਣੀ ਹੋਏਗੀ ਹੁਣ ਕਿ 15 ਤਰੀਕ ਨੂੰ ਕੀ ਹੁੰਦਾ। ਤੇ ਦੂਜੀ ਦੇਖੋ, ਇੱਕ ਵੱਡੀ ਗੱਲ ਹੈ ਕਿ ਜੇ ਆਪਾਂ ਓਵਰਆਲ ਪੂਰੀ ਭਾਰਤ ਦੀ ਗੱਲ ਕਰੀਏ ਤਾਂ ਰਾਹੁਲ ਗਾਂਧੀ ਦਾ ਬਿਆਨ ਜਿਹੜਾ ਬੜਾ ਇੰਪੋਰਟੈਂਟ ਹੈ ਇਸ ਵੇਲੇ ਮੰਨਿਆ ਜਾ ਰਿਹਾ ਔਰ ਬੜੀ ਬਹਿਸ ਚੱਲ ਰਹੀ ਹੈ। ਘੱਟ ਸ਼ਬਦਾਂ ਚ ਉਹਦਾ ਵੀ ਦੱਸ ਦਿਓ। ਬਿਲਕੁਲ, ਰਾਹੁਲ ਗਾਂਧੀ ਦੇ ਬਿਆਨ ਨੇ ਵਾਕਈ ਬੜੀ ਸਿਆਸਤ ਪਖਾਈ ਪਈ ਹੈ। ਹਾਂ ਬਿਲਕੁਲ, ਉਹ ਜਿਹੜਾ ਰਾਹੁਲ ਗਾਂਧੀ ਦਾ ਬਿਆਨ ਹੈ ਕਿ ਪੂਰੇ ਦੇਸ਼ ਦੇ ਵਿੱਚ ਇਸ ਵੇਲੇ ਡੈਮੋਕ੍ਰੇਸੀ ਰਹੀ ਨਹੀਂ, ਉਸ ਤੇ ਸਾਰੀ ਚਰਚਾ ਚੱਲ ਰਹੀ ਹੈ। ਪੂਰੇ ਦੇਸ਼ ਦੇ ਵਿੱਚ ਜੇ ਚਰਚਾ ਚੱਲ ਰਹੀ ਹੈ ਇਸ ਵੇਲੇ ਤਾਂ ਇਹੀ ਤੇ ਇੱਕ ਮੁੱਦਾ ਹੈ ਜਿਸ ਦੇ ਉੱਤੇ ਸਾਰੀ ਚਰਚਾ ਹੋ ਰਹੀ ਹੈ, ਜਿਸ ਤੇ ਗੱਲਬਾਤ ਹੋ ਰਹੀ ਹੈ। ਔਰ ਜੇ ਰਾਹੁਲ ਗਾਂਧੀ ਦਾ ਬਿਆਨ ਤਾਂ ਹੁਣ ਆਇਆ, ਉਸਨੂੰ ਇੱਕ ਪੋਲੀਟੀਕਲ ਬਿਆਨ ਮੰਨਿਆ ਜਾ ਰਿਹਾ ਹੈ ਔਰ ਉਸਨੂੰ ਬਿਆਨ ਨੂੰ ਲੈ ਕੇ ਪੂਰੀ ਭਾਜਪਾ ਜਾਂ ਹੋਰ ਪਾਰਟੀਆਂ ਜਿਹੜੀਆਂ ਉਹ ਬਿਲਕੁਲ ਵੱਡੇ ਵੱਡੇ ਬਿਆਨ ਦਿੱਤੇ ਜਾ ਰਹੇ ਨੇ ਰਾਹੁਲ ਗਾਂਧੀ ਬਾਰੇ। ਪਰ ਇਸ ਤੋਂ ਪਹਿਲਾਂ ਇੱਕ ਜਿਹੜੇ ਸਵੀਡਨ ਦੀ ਇੱਕ ਰਿਸਰਚ ਇੰਸਟੀਚਿਊਟ ਹੈ, ਇੱਕ ਵੀਡੈਮ ਜਿਹਨੂੰ ਕਹਿੰਦੇ ਆ, ਵੈਰਾਈਟੀਜ਼ ਆਫ ਡੈਮੋਕ੍ਰੇਸੀ ਉਹਨੂੰ ਕਿਹਾ ਜਾਂਦਾ, ਉਹਦੇ ਵੱਲੋਂ ਇੱਕ ਜਿਹੜੀ ਰਿਪੋਰਟ ਛਾਇਆ ਕੀਤੀ ਗਈ ਹੈ। ਉਸਦੇ ਰਿਪੋਰਟ ਦੇ ਵਿੱਚ ਖਾਸ ਤੌਰ ਤੇ ਭਾਰਤ ਦੀ ਡੈਮੋਕ੍ਰੇਸੀ ਵਾਸਤੇ ਉਹਨੂੰ ਇਲੈਕਟੋਰਲ ਡੈਮੋਕ੍ਰੇਸੀ ਨਹੀਂ, ਇਲੈਕਟੋਰਲ ਆਟੋਕ੍ਰੇਸੀ ਕਿਹਾ ਗਿਆ। ਇਹ ਬਹੁਤ ਵੱਡੀ ਗੱਲ ਹੈ। ਉਹ ਬਹੁਤ ਵੱਡੀ ਵੀ ਗੱਲ ਹੈ ਤੇ ਬਹੁਤ ਚਿੰਤਾ ਦੀ ਵੀ ਗੱਲ ਹੈ। 2020 ਤੱਕ ਦਾ ਉਹਨਾਂ ਨੇ ਸਰਵੇ ਜਿਹੜਾ ਦਿੱਤਾ ਹੈ ਔਰ ਉਸਦੇ ਵਿੱਚ ਖਾਸ ਤੌਰ ਤੇ ਉਹਨਾਂ ਨੇ, ਕਿਉਂਕਿ ਭਾਰਤ ਨੂੰ ਆਪਣੀ ਡੈਮੋਕ੍ਰੇਸੀ ਤੇ ਆਪਣੇ ਲੋਕਤੰਤਰ ਹੋਣ ਤੇ ਬਹੁਤ ਵੱਡਾ ਮਾਣ ਹੈ, ਕਿਉਂਕਿ ਬਹੁਤ ਵੱਡਾ ਲੋਕਤੰਤਰ ਹੈ। ਪਰ ਉਸ ਦੌਰਾਨ ਇੱਕ ਜਿਹੜੀ ਵੀਡੈਮ ਸੰਸਥਾ ਹੈ, ਜਿਹਨੂੰ ਕਿ ਪ੍ਰੈਸਟੀਜੀਅਸ ਸੰਸਥਾ ਮੰਨਿਆ ਜਾਂਦਾ ਹੈ, ਜੇ ਉਹਦੇ ਵੱਲੋਂ ਅਜਿਹੀ ਰਿਪੋਰਟ ਛਾਇਆ ਕੀਤੀ ਜਾ ਰਹੀ ਹੈ ਔਰ ਇਹ ਦੱਸਿਆ ਜਾ ਰਿਹਾ ਹੈ ਕਿ 180 ਦੇਸ਼ਾਂ ਵਿੱਚੋਂ ਭਾਰਤ ਦਾ ਨੰਬਰ ਹੇਠਲੇ 50 ਦੇ ਵਿੱਚ ਆ ਗਿਆ ਹੈ। ਤੇ ਕਿੱਥੋਂ ਦੀ ਕਿਵੇਂ ਆਪਾਂ ਆਪਣੀ ਡੈਮੋਕ੍ਰੇਸੀ ਦੇ ਉੱਤੇ ਆਪਾਂ ਬੋਸਟ ਕਰ ਸਕਦੇ ਹਾਂ, ਕਿਵੇਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਮਾਣ ਮਹਿਸੂਸ ਕਰ ਸਕਦੇ ਹਾਂ ਆਪਣੀ ਡੈਮੋਕ੍ਰੇਸੀ ਦੇ। ਔਰ ਹਲੇ ਕਿ ਉਹ ਜਿਹੜੀ ਰਿਪੋਰਟ ਹੈ ਉਹ 2020 ਤੱਕ ਦੀ ਰਿਪੋਰਟ ਹੈ, ਜਦੋਂ ਕਿ ਉਸ ਤੋਂ ਪਹਿਲਾਂ ਜਿਹੜਾ ਕਿ ਸੀਏਏ ਦਾ ਵਿਰੋਧ ਹੋਇਆ ਜਾਂ ਹੋਰ ਕਈ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ। ਔਰ ਖਾਸ ਤੌਰ ਤੇ ਇਹ ਗੱਲ ਕਹੀ ਗਈ ਹੈ, ਪੂਰਾ ਇੱਕ ਪਰਚਾ ਜਿਹੜਾ ਛਾਇਆ ਕੀਤਾ ਗਿਆ ਭਾਰਤ ਬਾਰੇ ਰਿਪੋਰਟ ਦਿੱਤੀ ਗਈ ਹੈ ਕਿ 2014 ਤੋਂ ਭਾਜਪਾ ਤੇ ਨਰਿੰਦਰ ਮੋਦੀ ਜਦੋਂ ਸੱਤਾ ਤੇ ਹੈ, ਉਸ ਤੋਂ ਬਾਅਦ ਇਹ ਜਿਹੜਾ ਲੈਵਲ ਹੈ ਉਹ ਡਿੱਗਣਾ ਸ਼ੁਰੂ ਹੋ ਗਿਆ, ਹੌਲੀ ਹੌਲੀ ਡਿੱਗਦਾ
ਇਹ ਸਥਿਤੀ ਆ ਗਈ ਕਿ ਹੁਣ ਇਸ ਵੇਲੇ ਇਹਨੂੰ ਇਲੈਕਟੋਰਲ ਆਟੋਕ੍ਰੇਸੀ ਜਿਹੜਾ ਕਿਹਾ ਜਾਣਾ ਉਹ ਬੜੀ ਵੱਡੀ ਗੱਲ ਹੈ। ਇੱਕ ਤਾਨਾਸ਼ਾਹੀ ਸਰਕਾਰ ਜਿਹੜੀ ਕਿਹਾ ਜਾਣਾ। ਜੀ ਬਿਲਕੁਲ। ਇੱਕ ਹੋਰ ਕਾਲਰ ਦੀ ਆਪਾਂ ਕਾਲ ਅਟੈਂਡ ਕਰੀਏ, ਫਿਰ ਆਪਾਂ ਵਾਈਂਡ ਅਪ ਕਰਨਾ ਸ਼ੋਅ ਨੂੰ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ ਜੀ। ਜੀ ਜੀ ਸਰ, ਕੀ ਕਹਿਣਾ ਚਾਹੁੰਦੇ ਹੋ ਜੀ? ਬਹੁਤ ਹੀ ਘੱਟ ਸ਼ਬਦਾਂ 'ਚ ਕਹਿ ਦਿਓ ਕਿਉਂਕਿ ਇਸ ਤੋਂ ਬਾਅਦ ਆਪਾਂ ਕਲੋਜ਼ਿੰਗ ਕਰਾਂਗੇ। ਮੈਂ ਤੁਹਾਡੀ ਡਿਸਕਸ਼ਨ ਦੇਖ ਰਿਹਾ ਸੀ ਜੀ। ਤੁਸੀਂ ਮਾਝੇ ਦੇ 2 ਲੀਡਰਾਂ ਬਾਰੇ ਗੱਲ ਕਰਦੇ ਸੀ। ਸ਼ੈਰੀ ਸਾਹਿਬ ਆਪਣੇ ਸ਼ੈਰੀ ਮੈਨੂੰ ਪਤਾ ਇਸ ਆਪਣੇ ਇਹਨਾਂ ਬਾਰੇ ਜਿਹੜਾ ਆਪਣੇ ਬਿਰਸਾ ਸਿੰਘ ਬਟੂਆ ਜੀ, ਉਹ ਦੇਖ ਲਓ 1983 ਵਿੱਚ ਆਪਣੇ ਪਿੰਡਰਾਂ ਵਾਲੇ ਨੂੰ ਸੰਤਾਂ ਨੂੰ ਧੋਖਾ ਦੇ ਕੇ ਇਹ ਸਭ ਭਗੌੜੇ ਬੰਦੇ ਆ ਜੀ। ਇਹਨਾਂ ਆਪਣੇ ਇਹ ਬੰਦੇ ਦੀਆਂ ਮੈਂ ਰੈਲੀਆਂ ਸੁਣੀਆਂ ਜੀ। ਇਹ ਰੈਲੀਆਂ ਦੇ ਵਿੱਚ ਅਸੀਂ ਚਲੋ ਮੇਰੀ ਮੈਂ ਉਦੋਂ ਉਮਰ 17 ਸਾਲ ਸੀ, ਅਸੀਂ ਜਾਂਦੇ ਰਹੇ ਜੀ ਉਦੋਂ ਦਰਬਾਰ ਸਾਹਿਬ ਜਾਂਦੇ ਰਹੇ, ਮੂਰਤੀਆਂ ਜਾਂਦੇ ਰਹੇ। ਤੇ ਇਹ ਬੰਦਾ ਕਹਿੰਦਾ ਸੀ ਪਿੰਡਾਂ ਵਾਲੇ ਸੰਤ ਜੀ ਮੈਨੂੰ ਦੱਸੋ ਮੈਂ ਆਪਣੇ ਬਾਦਲ ਪਰਿਵਾਰ ਦਾ ਆਪਣੇ ਮੈਂ ਮੁੰਡੇ ਸਿਰ ਵੱਢ ਕੇ ਲਿਆਵਾਂ ਜੀ। ਹੁਣ ਦੇਖੋ ਇਹੀ ਸ਼ਖਸ ਆਈ, ਇਹ ਸ਼ਖਸ ਆ ਜੀ ਪਤਾ ਕਿੰਨੇ ਹਜ਼ਾਰਾਂ ਮੁੰਡੇ ਬਰਬਾਦ ਤੇ ਹੁਣ ਜਾ ਕੇ ਉਹਨਾਂ ਦੇ ਪੈਰੀ ਬੈਠੇ ਹੋਏ ਜੀ। ਦੱਸੋ ਇਹਨਾਂ ਲੋਕਾਂ ਦੀ ਜ਼ਮੀਰ ਕੀ ਹੈ ਜੀ? ਜੀ ਬਿਲਕੁਲ। ਇਹ ਬੰਦੇ ਦੇਖੋ ਤੇ ਹੁਣ ਕਰਨੀ ਦੇ ਵਿੱਚ ਇਹ ਬੰਦੇ ਪੂਰੇ ਆ ਜੀ। ਕਿਉਂਕਿ ਅਸੀਂ ਖੁਦ ਸੁਣੀਆਂ। ਹੁਣ ਮੈਂ ਕਹਿੰਦਾ ਜੇ ਮੇਰੇ ਕੋਲ ਵੀਡੀਓ ਪਏ ਉਸ ਟਾਈਮ ਦੀ ਵੀਡੀਓ ਨਹੀਂ ਬਣਦੀ ਸੀ, ਇਹ ਤੁਹਾਡੇ ਸਾਹਮਣੇ ਮੈਂ ਪੇਸ਼ ਕਰ ਸਕਦਾ ਸੀ। ਇਹ ਬੰਦੇ ਦੀ ਅਸੀਂ ਖੁਦ ਸਪੀਚਾਂ ਸੁਣੀਆਂ ਆ। ਮੇਰੀ ਮੈਂ ਉਦੋਂ ਉਮਰ 17 ਸਾਲ ਦੀ ਸੀ। ਅਸੀਂ ਖੁਦ ਇਹ ਮੈਂ ਕਹਿੰਦਾ ਵੀ ਇਹਨਾਂ ਲੀਡਰਾਂ ਦੀ ਇਹ ਜਿਹੇ ਲੋਕ ਜਿਹੜੇ ਇਹਨਾਂ ਦੇ ਪਿੱਛੇ ਲੱਗੇ ਹੋਏ ਲੋਕ ਆਪਣੇ ਇਹਨਾਂ ਤੇ ਇਹਨਾਂ ਨੂੰ ਸਮਝ ਕਿਉਂ ਨਹੀਂ ਰਿਹਾ ਜੀ? ਤੇ ਤੂੰ ਪਹਿਲਾਂ ਕੀ ਕਰਦੇ ਰਿਹਾ ਤੇ ਹੁਣ ਉਹਨਾਂ ਨੇ ਜਾ ਕੇ ਉਸ ਪਰਿਵਾਰ ਦੇ ਪੈਰੀ ਬੈਠਾ ਜੀ ਜਾ ਕੇ ਉਸ ਜੀ ਬਿਲਕੁਲ। ਇਹ ਲੋਕਾਂ ਦੀ ਜ਼ਮੀਰਾਂ ਕਿੱਥੇ ਕੀ ਕਰਨਗੇ ਕੀ ਇਹਨਾਂ ਨੇ ਇਹਨੀ ਸ਼ਹਿਰੀ ਜੀ ਇਹਨੀ ਲੋਕਾਂ ਦੇ ਹਜ਼ਾਰਾਂ ਮੁੰਡੇ ਬਰਬਾਦੇ ਆ ਜੀ। ਉਹ ਵਿਚਾਰੇ ਮਾਂ ਤੇ ਆਪਣੇ ਬਿਲਕਦੇ ਇਹ ਜਦੋਂ ਫੇਰ ਵੀ ਆਪਣੇ ਲੀਡਰੀਆਂ ਪੈਨਸ਼ਨ ਲੈ ਕੇ ਬੈਠੇ ਆ ਜੀ। ਜੀ ਬਿਲਕੁਲ। ਤੇ ਮੈਂ ਬਸ ਆਪਣੇ ਸ਼ਹਿਰੀ ਇਹੀ ਗੱਲ ਕਰਨੀ ਸੀ ਜੀ। ਸਰ ਬਹੁਤ ਬਹੁਤ ਸ਼ੁਕਰੀਆ ਜੀ ਜਾਣਕਾਰੀ ਸਾਂਝੀ ਕਰਨ ਦੇ ਲਈ। ਤੁਸੀਂ ਟੌਪਿਕ ਦੇ ਨਾਲ ਜੁੜੇ, ਬਹੁਤ ਬਹੁਤ ਸ਼ੁਕਰੀਆ ਜੀ। ਰਾਜੇਸ਼ ਜੀ, ਹੁਣ ਤਾਂ ਵੈਸੇ ਸਮਾਂ ਵੀ ਅੱਗੇ ਇਜਾਜ਼ਤ ਨਹੀਂ ਦੇ ਰਿਹਾ ਵੀ ਅਸੀਂ ਅੱਗੇ ਹੋਰ ਗੱਲ ਕਰੀਏ। ਤੁਸੀਂ ਬਹੁਤ ਹੀ ਘੱਟ ਸ਼ਬਦਾਂ 'ਚ ਗੱਲ ਕੰਪਲੀਟ ਕਰੋ ਤੇ ਆਪਾਂ ਕਲੋਜ਼ਿੰਗ ਕਰੀਏ। ਬਿਲਕੁਲ ਜੀ, ਮੈਂ ਇਹੀ ਕਹਿਣਾ ਚਾਹੂੰਗਾ ਕਿ ਦੇਖੋ ਹੁਣ ਇਹ ਰਿਪੋਰਟ ਜਿਹੜੀ ਹੈ 2020 ਤੱਕ ਦੀ ਛਾਇਆ ਸੀਗੀ। ਉਸ ਤੋਂ ਬਾਅਦ ਕੀ ਹੋਇਆ? ਦੇਖੋ ਕਿਸਾਨ ਉੱਥੇ ਬੈਠੇ, ਕੋਰਟਸ ਨੂੰ ਕੀ ਕੁਝ ਕਹਿਣਾ ਪਿਆ ਔਰ ਕਿਵੇਂ ਡੈਮੋਕ੍ਰੇਸੀ ਦਾ ਘਾਣ ਹੋਇਆ। ਤੇ ਇਹ ਜਿਹੜੀ ਹੁਣ ਰਿਪੋਰਟ ਬਣੇਗੀ 2021 ਦੀ, ਉਹਦੀ ਵੀ ਸਰਤਾਜ ਰਿਪੋਰਟ ਬਣੇਗੀ ਜਦੋਂ ਕਿ ਪਾਣੀ ਬੰਦ ਕਰ ਦਿੱਤਾ ਗਿਆ, ਉਹ ਸ਼ੂਲਾ ਲਾ ਦਿੱਤੀਆਂ ਗਈਆਂ ਲੋਹੇ ਦੀਆਂ, ਤੇ ਕੀ ਕੁਝ ਨਹੀਂ ਹੋਇਆ। ਇਹ तमाम ਚੀਜ਼ਾਂ ਜਿਹੜੀਆਂ 2021 ਦੀ ਜਿਹੜੀ ਰਿਪੋਰਟ ਹੈ ਉਹ ਵਸਟ ਰਿਪੋਰਟ ਮੈਨੂੰ ਲੱਗਦਾ ਜੇ 50 ਤੋਂ ਵੀ ਹੇਠਾਂ ਰਿਪੋਰਟ ਅੱਗੋਂ ਆ ਜਾਏਗੀ ਤੇ ਇਹ ਚਿੰਤਾ ਦੀ ਗੱਲ ਹੈ। ਇਹ ਦੇਸ਼ ਵਾਸਤੇ ਚਿੰਤਾ ਦੀ ਗੱਲ ਹੈ, ਦੇਸ਼ ਹਿੱਤ ਵਾਲੀ ਗੱਲ ਨਹੀਂ ਹੈ। ਇਸ ਗੱਲ ਨੂੰ ਬੜੀ ਗੰਭੀਰਤਾ ਨਾਲ ਸੋਚਣਾ ਪਏਗਾ, ਬੜੀ ਗੰਭੀਰਤਾ ਨਾਲ ਲੈਣਾ ਪਏਗਾ। ਔਰ ਸ਼ਹਿਰੀ ਇੱਕ ਪ੍ਰੈਕਟੀਕਲ ਗੱਲ ਇਹ ਦੱਸਾਂਗਾ ਕਿ ਹੁਣ ਜਦੋਂ ਅਸੀਂ ਲੋਕਾਂ ਦੇ ਵਿੱਚ ਵਿਚਰਦੇ ਹਾਂ, ਲੋਕਾਂ ਨਾਲ ਗੱਲਬਾਤ ਕਰਦੇ ਹਾਂ, ਤਾਂ ਲੋਕ ਜਿਹੜੇ ਨੇ ਉਹ ਅੱਕ ਚੁੱਕੇ ਨੇ ਨਾ ਖਬਰਾਂ ਦੇਖ ਕੇ, ਖਬਰਾਂ ਸੁਣ ਕੇ ਹੁਣ ਅੱਕਦੇ ਨਜ਼ਰ ਆ ਰਹੇ ਨੇ ਕਿਤੇ ਨਾ ਕਿਤੇ। ਕਿ ਇੰਨੀ ਨੈਗੇਟਿਵਿਟੀ, ਇੰਨਾ ਕੁਛ ਜਿਹੜਾ ਮੈਂ ਬਿਲਕੁਲ ਪ੍ਰੈਕਟੀਕਲ ਗੱਲ ਦੱਸ ਰਿਹਾ ਕਿ ਆਮ ਪਰਿਵਾਰਾਂ ਨਾਲ, ਆਮ ਲੋਕਾਂ ਨਾਲ ਜਦੋਂ ਗੱਲ ਕਰਦੇ ਆ ਤਾਂ ਉਹ ਬਹੁਤ ਅੱਕੇ ਹੋਏ ਨੇ ਇਹਨਾਂ ਚੀਜ਼ਾਂ ਤੋਂ ਲੈ ਕੇ ਕਿ ਇਸ ਦੇਸ਼ ਬਾਰੇ ਕੀ ਕੁਝ ਜਿਹੜਾ ਉਹ ਦੇਸ਼ਾਂ ਵਿਦੇਸ਼ਾਂ ਚੋਂ ਸੁਣਨ ਨੂੰ ਮਿਲ ਰਿਹਾ ਹੈ। ਤੇ ਬਹੁਤ ਵੱਡੀ ਚਿੰਤਾ ਦੀ ਗੱਲ ਜੀ, ਵਾਕਈ ਚਿੰਤਾ ਦੀ ਗੱਲ ਹੈ ਰਾਜੇਸ਼ ਜੀ। ਔਰ ਨੋ ਡਾਊਟ ਕਿ ਬਹੁਤ ਸਾਰੀਆਂ ਕੁਝ ਅਜਿਹੀਆਂ ਚੀਜ਼ਾਂ ਵੀ ਦੇਖਣ ਦੀ ਲੋੜ ਹੈ ਜਿੱਥੇ ਮਨ ਸ਼ਾਂਤ ਹੁੰਦਾ ਜਾਂ ਬੰਦੇ ਨੂੰ ਲੱਗੇ ਕਿ ਥੋੜੀ ਦੇਰ ਲਈ ਨੈਗੇਟਿਵਿਟੀ ਤੋਂ ਹਟ ਕੇ ਕੁਝ ਹੋਰ ਦੇਖਿਆ ਜਾਏ। ਔਰ ਵੱਡੀ ਗੱਲ ਇਹ ਹੈ ਵੀ ਚੰਗੀ ਖਬਰ ਦੇਖਣ ਨੂੰ ਕਿੱਥੇ ਮਿਲਦੀ ਹੈ, ਚੰਗੀ ਦੇ ਨਾਲ ਸਹੀ ਖਬਰ, ਇਹ ਵੀ ਬਹੁਤ ਜ਼ਰੂਰੀ ਹੈ। ਰਾਜੇਸ਼ ਜੀ ਫਿਲਹਾਲ ਦੇ ਲਈ ਤਾਂ ਬਹੁਤ ਬਹੁਤ ਸ਼ੁਕਰੀਆ ਜੀ। ਕੱਲ ਫੇਰ ਜੁੜਾਂਗੇ ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਆਪਾਂ ਕਰਾਂਗੇ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ। ਸੋ ਮੇਰੇ ਦਰਸ਼ਕ ਜਿਹੜੇ ਨੇ ਮੈਂ ਪਲੀਜ਼ ਤੁਹਾਨੂੰ ਤਾਕੀਦ ਕਰਦੀ ਹਾਂ, ਅਪੀਲ ਕਰਦੀ ਹਾਂ ਕਿ ਸ਼ੋਅ ਦੇ ਵਿੱਚ ਜੁੜਿਆ ਕਰੋ ਕਿਉਂਕਿ ਬਹੁਤ ਸਾਰੇ ਕਾਲਰਸ ਜਿਹੜੇ ਨੇ ਉਹ ਬਹੁਤ ਹੀ ਲਾਸਟ ਮੂਮੈਂਟ ਤੇ ਕਾਲ ਆਈਆਂ, ਮੈਂ ਜ਼ਿਆਦਾ ਗੱਲ ਵੀ ਨਹੀਂ ਕਰ ਪਾਈ। ਸੋ ਪਲੀਜ਼ ਥੋੜਾ ਜਲਦੀ ਜੁੜਿਆ ਕਰੋ ਕਿਉਂਕਿ ਗੱਲਾਂ ਤਾਂ ਆਪਾਂ ਬਹੁਤ ਕਰਨੀਆਂ ਹੀ ਹੁੰਦੀਆਂ ਨੇ। ਤੁਹਾਨੂੰ ਵੀ ਪਤਾ ਹੈ ਆਪਣਾ 45 ਮਿੰਟ ਦਾ 1 ਘੰਟੇ ਦਾ ਸ਼ੋਅ ਹੁੰਦਾ, ਉਹਦੇ ਵਿੱਚ ਮੇਰਾ ਇਹ ਹੁੰਦਾ ਕਿ ਮੈਂ ਹਰ ਕਾਲਰਸ ਦੀ ਕਾਲ ਅਟੈਂਡ ਕਰਾਂ ਤੇ ਗੱਲਾਂ ਕਰਾਂ। ਕੱਲ ਫਰਾਈਡੇ, ਕੱਲ ਆਪਾਂ ਸਾਰਿਆਂ ਨੇ ਜੁੜਨਾ ਤੇ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ। ਟੌਪਿਕ ਆਪਾਂ ਚੂਜ਼ ਕਰਾਂਗੇ, ਅਪਡੇਟ ਜਿਹੜਾ ਵੀ ਟੌਪਿਕ ਹੋਇਆ ਉਸ ਤੇ ਗੱਲ ਕਰਾਂਗੇ। ਸੋ ਜ਼ਰੂਰ ਜੁੜਿਓ। ਫਿਲਹਾਲ ਲਈ ਮੈਨੂੰ ਇਜਾਜ਼ਤ ਦਿਓ ਤੇ ਤੁਸੀਂ ਇੱਕ ਹੋਰ ਚਾਹ ਦਾ ਕੱਪ ਜਿਹੜਾ ਉਹ ਹੁਣ ਪੀ ਲਓ। ਇਜਾਜ਼ਤ ਦਿਓ ਜੀ, ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।